कच्चों कंचन पयो शब्द गुर सरवण सुनियो बिखते अमृत होयो नाम सतगुर मुख भणियो लोहो होयो लाल नदर सतगुर जग धारै पाहन मानक करै ज्ञान गुर कहयो विचारै काठों श्रीखंड सतगुर कियो दुख दरिदर तिनके गए सतगुर चरण जिन परसिया से पछ प्रेत सुर नर भये बलिहारी गुरे आपुनै देवहाड़ी सदवार जिन मानस ते देवते किए करत न लागी वार एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद आसा महला पहला ताल मदीरे घट के घाट दोलक दुनिया वाजै वाज नारद नाचै कल का भाओ जति सती कै राखें पाँव नानक नाम विटों कुर्बान अंधी दुनिया साहिब जान नानक नाम विटों कुर्बान अंधी दुनिया साहिब जान रहा गुरु पासों फिर चेला खाए ताम प्रीत वसै कर आए जे 100 वरियां जे 100 वरियां जीवन खाना खसम पछाणै सो दिन प्रवान दर्शन देखे दया न होए दर्शन देखे दया न होए लय दिते बिन रह न कोई राजा न्याऊ करे राजा न्याऊ करे हाथ होए कहे खुदाई न माने कोई मानस मूरत नानक नाम करनी कुत्ता दर फरमान गुर प्रसाद जाने मेहमान
ਤਾਂ ਕੁਛ ਦਰਗਾਹ ਪਾਵੈ ਮਾਨ। ਮਾਨਸ ਮੂਰਤ ਮਾਨਸ ਮੂਰਤ ਨਾਨਕ ਨਾਮ। ਕਰਨੀ ਕੁੱਤਾ ਦਰ ਫੁਰਮਾਨ। ਗੁਰ ਪ੍ਰਸਾਦ ਜਾਣੈ ਮਹਿਮਾਨ। ਤਾਂ ਕੁਛ ਦਰਗਾਹ ਪਾਵੈ ਮਾਨ। ਪਰਮ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਗੋਦ ਵਿੱਚ ਬੈਠ ਕੇ ਦਿਨ ਵੇਲੇ ਦੇ ਗੁਰਮਤਿ ਸਮਾਗਮ ਦੀ ਆਪਾਂ ਸਾਰੇ ਹਾਜ਼ਰੀ ਭਰ ਰਹੇ ਹਾਂ। ਭਾਵੇਂ ਕਿ ਲਗਾਤਾਰ ਕੁਝ ਦਿਨ ਹੋ ਗਏ ਨੇ ਬਾਰਿਸ਼ ਹੋ ਰਹੀ ਹੈ, ਮੀਂਹ ਲਗਾਤਾਰ ਪੈ ਰਿਹਾ ਹੈ, ਜਿਵੇਂ ਕਿ ਫਸਲ ਵੀ ਪੱਕੀ ਹੈ, ਉਹਦੇ ਬਾਵਜੂਦ ਵੀ ਤੁਸੀਂ ਆਪਣੀ ਰਜੇਵਿਆਂ ਭਰੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਗੁਰਦੁਆਰਾ ਸਾਹਿਬ ਦੇ ਇਸ ਗੁਰਮਤਿ ਸਮਾਗਮ ਦੇ ਵਿੱਚ ਹਾਜ਼ਰੀ ਲਵਾ ਰਹੇ ਹੋ। ਆਓ ਗੁਰੂ ਸਾਹਿਬ ਬਖਸ਼ਿਸ਼ ਕਰਨ। ਜਿਵੇਂ ਆਪ ਜੀ ਨੇ ਸਤਿਗੁਰ ਦੀ ਪਾਵਨ ਬਾਣੀ ਦਾ ਕੀਰਤਨ ਮੇਰੇ ਤੋਂ ਪਹਿਲਾਂ ਬੜੇ ਪਿਆਰ ਨਾਲ ਭਾਈ ਸਾਹਿਬ ਹੋਣਾ ਕੋਲੋਂ ਸਰਵਣ ਕੀਤਾ ਹੈ, ਉਸ ਤੋਂ ਉਪਰੰਤ ਬਹੁਤ ਪਿਆਰ ਨਾਲ ਸਤਿਕਾਰਯੋਗ ਭਾਈ ਸਾਹਿਬ ਹੋਣਾ ਨੇ ਸਾਡੇ ਨਾਲ ਗੁਰਮਤਿ ਦੀਆਂ ਵਿਚਾਰਾਂ ਦੀ ਸਾਂਝ ਪਾਈ ਹੈ। ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸ਼ਬਦ ਦਾ ਆਪਾਂ ਸਾਰਿਆਂ ਨੇ ਪਾਠ ਸਰਵਣ ਕੀਤਾ ਹੈ। ਜਿਸ ਸ਼ਬਦ ਦੀ ਆਪਾਂ ਵਿਚਾਰ ਸਾਂਝੀ ਕਰਨੀ ਹੈ, ਇਹ ਸ਼ਬਦ ਰਾਗ ਆਸਾ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 349 ਅਤੇ 50 ਦੇ ਉੱਪਰ ਸੁਭਾਏਮਾਨ ਹੈ। 49 ਅੰਕ ਤੋਂ ਸ਼ਬਦ ਸ਼ੁਰੂ ਹੁੰਦਾ ਹੈ, 50 ਅੰਕ ਤੇ ਸ਼ਬਦ ਇਹ ਸਮਾਪਤ ਹੁੰਦਾ ਹੈ। ਰਾਗ ਆਸਾ ਵਿੱਚ ਇਹ ਸ਼ਬਦ ਜਿਸ ਦਾ ਆਪਾਂ ਪਾਠ ਹੁਣੇ ਹੀ ਬੜੇ ਪਿਆਰ ਨਾਲ ਸਰਵਣ ਕੀਤਾ ਹੈ, ਇਹ ਉਚਾਰਨ ਕੀਤਾ ਹੈ। ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਰੀ ਸੰਗਤ ਬੜੇ ਅਦਬ ਨਾਲ ਫਤਿਹ ਪ੍ਰਵਾਨ ਕਰੋ। ਕੋਈ ਰਸਨਾ ਫਤਿਹ ਤੋਂ ਵਾਂਝੀ ਨਾ ਰਵੇ। ਸਾਰੀ ਸੰਗਤ ਬੜੇ ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਤੁਹਾਡੇ ਵਿੱਚ ਜਿਹੜੇ ਗੁਰਮੁਖ ਪਿਆਰੇ ਸਤਿਗੁਰ ਦੀ ਬਾਣੀ ਦਾ ਆਪ ਪਾਠ ਕਰਨ ਵਾਲੇ ਬਿਰਾਜਮਾਨ ਨੇ ਸੰਗਤ ਵਿੱਚ, ਉਹਨਾਂ ਨੂੰ ਤਾਂ ਪਤਾ ਹੋਏਗਾ ਜਿਨ੍ਹਾਂ ਨੇ ਗੁਰਬਾਣੀ ਦਾ ਖੁਦ ਆਪਣੀ ਜ਼ਿੰਦਗੀ ਵਿੱਚ ਪਾਠ ਕੀਤਾ ਹੋਏਗਾ। ਇਹ ਅੱਜ ਕੱਲ੍ਹ ਕਹਿਣਾ ਪੈਂਦਾ, ਪੁਰਾਣੇ ਸਮੇਂ 'ਚ ਇੱਦਾਂ ਨਹੀਂ ਸੀ। ਜਿਨ੍ਹਾਂ ਨੂੰ ਵੀ ਅੱਖਰ ਬੋਧ ਸੀ ਗੁਰਮੁਖੀ ਦੇ, ਉਹ ਘਰਾਂ 'ਚ ਬਾਣੀ ਆਮ ਪੜ੍ਹਦੇ ਹੁੰਦੇ ਸੀ। ਹੌਲੀ ਹੌਲੀ ਇਹ ਚੀਜ਼ਾਂ ਸਾਡੇ ਵਿੱਚੋਂ ਅਲੋਪ ਹੋ ਗਈਆਂ। ਅਸੀਂ ਠੇਕੇਦਾਰੀ ਕੰਮ ਸਾਡੇ ਵਿੱਚ ਸ਼ੁਰੂ ਹੋ ਗਿਆ, ਜਿਹੜਾ ਸਿੱਖੀ 'ਚ ਹੈ ਨਹੀਂ ਸੀ। ਸਿੱਖੀ 'ਚ ਇੱਦਾਂ ਸੀ ਵੀ ਜਿਵੇਂ ਭੁੱਖ ਲੱਗੀ ਤੇ ਰੋਟੀ ਖਾਓ, ਤੇ ਬਿਨਾਂ ਖਾਣ ਤੋਂ ਤੁਹਾਡੀ ਭੁੱਖ ਨਹੀਂ ਮਿਟਣੀ। ਇਹ ਬਾਣੀ ਦਾ ਵਾਕ ਹੈ, ਬਿਨ ਖਾਏ ਬੂਝੇ ਨਹੀਂ ਭੁੱਖ। ਬਿਨਾਂ ਖਾਣ ਤੋਂ ਭੁੱਖ ਨਹੀਂ ਮਿਟ ਸਕਦੀ। ਇੱਦਾਂ ਹੀ ਜਿਹੜੀ ਮਨ ਦੀ ਤ੍ਰਿਪਤੀ ਹੈ ਨਾ, ਉਹ ਗੁਰੂ ਦੇ ਉਪਦੇਸ਼ ਨੂੰ ਸਮਝਣ ਵਿਚਾਰਨ ਤੋਂ ਬਿਨਾਂ ਹੋ ਨਹੀਂ ਸਕਦੀ। ਮੱਛੀ ਨੂੰ ਪਾਣੀ 'ਚੋਂ ਬਾਹਰ ਕੱਢੋ ਤੇ ਤੜਫ ਤੜਫ ਕੇ ਮਰ ਜਾਂਦੀ ਹੈ। ਜੋ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ। ਇੰਜ ਕਹਿ ਲਓ ਵੀ ਮੱਛੀ ਦਾ ਜੀਵਨ ਹੀ ਪਾਣੀ ਹੈ। ਤੇ ਗੁਰੂ ਦੇ ਸਿੱਖ ਦਾ ਜਿਹੜਾ ਜੀਵਨ ਸੀ ਉਹ ਸਤਿਗੁਰ ਦੀ ਬਾਣੀ ਹੈ, ਰਵੇਗਾ। ਹਾਂ, ਜਦੋਂ ਇਹ 'ਚੋਂ ਬਾਹਰ ਜਾਏਗਾ ਕਈ ਪ੍ਰਕਾਰ ਦੀਆਂ ਪਰੇਸ਼ਾਨੀਆਂ ਇਹਦੀ ਜ਼ਿੰਦਗੀ ਵਿੱਚ ਆਉਣਗੀਆਂ, ਜੋ ਅੱਜ ਅਸੀਂ ਸਾਹਮਣੇ ਨਜਿੱਠ ਰਹੇ ਹਾਂ। ਕਿਉਂਕਿ ਗੁਰਬਾਣੀ ਸਾਡਾ ਮਨੋਬਲ ਉੱਚਾ ਚੁੱਕਦੀ ਹੈ, ਸਾਨੂੰ ਆਤਮਿਕ ਤੌਰ 'ਤੇ ਮਜ਼ਬੂਤ ਕਰਦੀ ਹੈ। ਬਾਣੀ ਸ਼ਬਦ ਹੈ, ਗਿਆਨ ਹੈ। ਤੇ ਜਿਹੜਾ ਮਨ ਹੈ ਨਾ, ਇਹ ਵੀ ਸ਼ਬਦ ਹੀ ਹੈ। ਮਨ ਕੋ ਦਿਸਣ ਵਾਲਾ ਪਾਠ ਥੋੜ੍ਹਾ ਹੈ। ਕੋਈ ਦਿਸਣ ਵਾਲਾ ਕੁਝ ਤੁਸੀਂ ਕਿਸੇ ਡਾਕਟਰ ਨੂੰ ਕਹੋ ਵੀ ਜਾ ਕੇ ਕਹੋ ਵੀ ਮੇਰਾ ਮਨ ਵਿਖਾ ਕਿੱਦਾਂ ਦਾ ਹੈ, ਉਹ ਤੁਹਾਡੇ ਪਿੱਤੇ 'ਚ ਗੁਰਦੇ 'ਚ ਪੱਥਰੀ ਕਿੰਨੇ MM ਦੀ, ਉਹ ਤਾਂ ਵਿਖਾ ਸਕਦਾ ਹੈ, ਦੱਸ ਸਕਦਾ ਹੈ, ਪਰ ਇਹ ਨਹੀਂ ਦੱਸ ਸਕਦਾ ਵੀ ਤੁਹਾਡਾ ਮਨ ਕਿੱਦਾਂ ਦਾ। ਮਨ ਬਾਰੇ ਤਾਂ ਸਾਨੂੰ ਆਪ ਨੂੰ ਹੀ ਪਤਾ ਮੇਰਾ ਮਨ ਕਿੱਦਾਂ ਦਾ। ਮਾਫ਼ ਕਰਨਾ, ਮਨ ਬਾਰੇ ਤਾਂ ਪਤਨੀ ਪਤੀ, ਪਤੀ ਪਤਨੀ, ਮਾਂ ਪੁੱਤਰ, ਭੈਣ ਭਰਾ, ਭਰਾ ਭਰਾ ਦਾ ਵੀ ਨਹੀਂ ਦੱਸ ਸਕਦਾ, ਭਾਵੇਂ ਅਸੀਂ ਕਹਿੰਦੇ ਮੈਂ ਬਹੁਤ ਚੰਗੀ ਤਰ੍ਹਾਂ ਇੱਕ ਦੂਜੇ ਨੂੰ ਜਾਣਦਾ। ਕਿਉਂਕਿ ਹਰ ਇੱਕ ਨੂੰ ਪਤਾ ਹੈ ਅੰਦਰ ਉਹਦੇ ਕੀ ਹੈ। ਕਿਸੇ ਨੂੰ ਕਿਸੇ ਬਾਰੇ ਨਹੀਂ ਪਤਾ ਉਹ ਅੰਦਰ ਛੁਪਿਆ ਕੀ ਉਹਦੇ। ਮਨ ਬਾਰੇ ਤਾਂ
सिर्फ इंसान जानता मेरा मन किदां दा है। एक दूजे बारे अंदाजे लाए जा सकते हैं, वो भी मोटे मोटे उतों उतों, पर अंदरों नहीं तुसी महसूस कर सकते कि उस बंदे के अंदर की चल रहा है। जे अंदर बारे भी पता होंदा सतगुरु नूं ये कहण दी लोड़ ना पैंदी कि रहत अवर कश अवर कमावत, अगे पढ़ो, मन नहीं प्रीत मुखों गंढ लावत। हुण मुखों गंढ ला ली, मुखों कहा मेरा रिश्तेदार है, मेरा भरा है, मेरा दोस्त है, मन च प्यार कोई नहीं हैगा। तो जे अंदर प्यार ना हो तो रिश्तेदारियां नहीं निभदियां। इत्थे ते गुरु ते सिख की गल है। समाज में जे अंदरूनी प्यार ना हो तो समाज में रिश्तेदारियां भी नहीं निभदियां। तो गुरु सिख का तो प्यार अंदरूनी सी। तो आओ साध संगत, शब्द का रहाओ वाला बंद है, नानक नाम विटों कुर्बान अंधी दुनिया साहिब जान। विचारां की आरंभता करन तो पहला सारी संगत आओ एक बार शब्द दियां इन्हां तुकां दा रल के पाठ करिए, फिर आपां शब्द की विचार के नाल अपनी सुरत जोड़न का यतन करना है। कोई रसना इदां दी ना रवे जिहड़ी बाणी ना पढ़े। सारी संगत हाजरी लवाओ जी। नानक नाम विटों कुर्बान, नानक नाम विटों कुर्बान, नानक नाम विटों कुर्बान, नानक नाम विटों कुर्बान। जिवें पहला सुरदा रंग अंधी दुनिया साहिब जान, अंधी दुनिया साहिब जान, नानक नाम विटों कुर्बान, नानक नाम विटों कुर्बान, अंधी दुनिया साहिब जान, अंधी दुनिया साहिब जान, ताल मदीरे काट के काट, ताल मदीरे काट के काट, दोलक दुनिया वाजें वाज, दोलक दुनिया वाजें वाज। वाह वाह। नारद नाचे कल का भाव, नारद नाचे कल का भाव, जति सती कै राखें पाँव, जति सती कै राखें पाँव, गुरु पासों फिर चेला खाए, गुरु पासों फिर चेला खाए, ताम परीत वसै घर आए, ताम परीत वसै घर आए, जे 100 वरियां जीवन खान, जे 100 वरियां जीवन खान, खसम पछाणै सो दिन परवान, खसम पछाणै सो दिन परवान, दर्शन देखे दया न होए, दर्शन देखे दया न होए,
लै दिते बिना रह ना कोई, लै दिते बिना रह ना कोई। वाह वाह। राजा न्याऊ करे हाथ होए, राजा न्याऊ करे हाथ होए। कहे खुदाए न माने कोई, कहे खुदाए न माने कोई। मानस मूरत नानक नाम, मानस मूरत नानक नाम। करनी कुत्ता दर फुरमान, करनी कुत्ता दर फुरमान। वाह वाह। गुर प्रसाद जाने मेहमान, गुर प्रसाद जाने मेहमान। ताकश दरगाह पावै मान, ताकश दरगाह पावै मान। वाह। नानक नाम विटों कुर्बान, नानक नाम विटों कुर्बान। अंधी दुनिया साहिब जान, अंधी दुनिया साहिब जान। गुरु नानक साहिब महाराज तिन्हां दी रसना तो उचारण किए हुए शब्द आपां सारियां ने गायन किया है। शब्द का रहाव वाला बंद है, नानक नाम विटों कुर्बान। जिहदे नाल मनुख दी अटैचमेंट होवे, मनुख उहदे तो जिहड़ी भी वस्तु उहदे सामने आवे वो कुर्बान कर दिंदा है। ध्यान ना सुनियो तां गल समझ पै जाए। जिहड़े बंदे नूं नशे की आदत लग जाए, ਉਹਦੇ सामने ਉਹਦੇ माता पिता ਉਹਦੀ पत्नी बच्चे रख के भी इदां कहे ना इन्हां वल वेख, कख नहीं दसदा। रिश्तेदार आउंदे ने सिर मारदा है, ठीक है, क्योंकि ਉਹਦਾ टीचा है मैनू नशा चाहिए है, जिथों मर्जी पैसा लियाओ, चोरी करांगा, बेईमानी करांगा, ठगी मारांगा, जो मर्जी हो जाए। अपनी नशे की उस आदत नूं पूरा कर लई, उन्हें अपनी जमीन भी उहदे तो कुर्बान कर दी। जिहड़ा समा उन्हें अपने माँ बाप की सेवा ते लाना सी, उस समा भी उन्हें अपनी उस नशे की आदत तो कुर्बान करता। ध्यान ना सुनियो ताकि गल समझ पै जाए। रहाओ के बंद नूं समझण तो पहला मैं दुनियावी एग्जैम्पल दे रहा ताकि सानू गल समझनी सौखी हो जाए। नाले जिहड़े कहंदे जी बाणी समझ तो परे है, बाणी का एक एक शब्द इन्ना कीमती ते गुरु साहब ने सधारण तरीके नाल सानू समझाया है। वखरी गल है कि असी समझण की कदी कोशिश की नहीं कि गुरु साहब का उपदेश की है, विचार की है गुरु पातशाह जी के। नशे की आदत लग गई मनुख नूं, रिश्तेदार आए, साख संबंधी आए, कई तुसी परिवार उजड़ते वेखे होने ने। दादियां परदादियां ने जायदादां बनाईयां, दुकानां बनाईयां, कारोबार खड़े किए, भुखे रह रह के जमीनां बनाईयां, पर परिवार च एक जी पैदा होया, उन्हें 100 किले तो 70, 70 तो 60, 60 तो 50 करदा 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 लिया के रोड ते बिठा दिता परिवार नूं।
ਇਹਦਾ ਮਤਲਬ ਉਹਨੇ ਉਸ ਨਸ਼ੇ ਦੀ ਆਦਤ ਨੂੰ ਪੂਰਾ ਕਰਨ ਲਈ ਆਪਣੀ ਜਾਇਦਾਦ ਨਸ਼ੇ ਦੀ ਆਦਤ ਤੋਂ ਕੁਰਬਾਨ ਕਰ ਦਿੱਤੀ। ਦੂਜੀ ਐਗਜ਼ਾਮਪਲ, ਜਿਹਨੂੰ ਜੂਆ ਖੇਡਣ ਦੀ ਆਦਤ ਪੈ ਜਾਏ, ਜੁਆਰੀਆ ਵੀ ਇੰਝ ਹੀ ਕਰਦਾ, ਘਰ 'ਚ ਵੀ ਚੋਰੀ ਕਰ ਲੈਂਦਾ ਹੈ, ਘਰਦਿਆਂ ਨੂੰ ਲੋਕ ਲਾ ਲਾ ਕੇ ਰੱਖਣੇ ਪੈਂਦੇ ਨੇ, ਤਾਲੇ ਲੋਕ ਲਾ। ਹੁਣ ਤੁਸੀਂ ਕਈਆਂ ਪਰਿਵਾਰਾਂ ਦੇ ਬੱਚੇ ਵੇਖੇ ਹੋਣੇ ਨੇ, ਜਿੰਦਰਾ ਮਾਰਨ ਦੀ ਲੋੜ ਨਹੀਂ ਪੈਂਦੀ ਮਾਂ ਬਾਪ ਨੂੰ। ਉਹ ਕਹਿੰਦੇ ਸਾਨੂੰ ਆਪਣੇ ਪੁੱਤਰ ਧੀ ਦਾ ਪਤਾ ਹੈ, ਜੇ ਇੱਥੇ 500-700 1000 10 50,000 ਰੁਪਈਆ ਪਿਆ ਹੈ, ਜੇ ਪਿਆ ਤੇ ਪਤਾ ਹੈ ਬੱਚੇ ਨੂੰ ਮੰਗ ਕੇ ਲਵੇਗਾ। ਹੁਣ ਗੁੱਸਾ ਨਾ ਮਨਾਇਓ, ਤੇ ਕਈ ਵਾਰੀ ਵੱਡਿਆਂ ਤੋਂ ਲੋਕ ਲਾ ਲਾ ਕੇ ਰੱਖਣੇ ਪੈਂਦੇ ਨੇ। ਕਈ ਵਾਰੀ ਬੋਲੋ, ਵੱਡਿਆਂ ਤੋਂ ਲੋਕ ਲਾ ਲਾ ਕੇ ਰੱਖਣੇ ਪੈਂਦੇ ਨੇ। ਇਹਦਾ ਮਤਲਬ ਸ਼ੱਕ ਹੈ ਨਾ, ਪਤਾ। ਹੁਣ ਕਹਿੰਦੇ ਕਹਿਣ ਨਾਲੋਂ ਚੰਗਾ ਲੋਕ ਲਾ ਜਾਓ ਭਾਈ, ਨਾ ਕਿਸੇ ਨੂੰ ਕਹਿਣ ਜੋਗੇ, ਬਾਅਦ ਵਿੱਚ ਨਾ ਕਿਸੇ ਨੂੰ ਕਹਿਣ ਜੋਗੇ ਵੀ ਇੱਥੇ ਕੋਈ ਚੋਰੀ ਕੀਤੀ ਹੈ। ਨਸ਼ੇੜੀ ਬੰਦਾ ਜੇ ਆਪਣੇ ਨਸ਼ੇ ਦੀ ਆਦਤ ਨੂੰ ਪੂਰਾ ਕਰ ਲਈ, ਉਹ ਜੋ ਜੋ ਉਹਦੇ ਸਾਹਮਣੇ ਆਇਆ ਉਹਨੇ ਵਾਰੀ ਗਿਆ, ਕੁਰਬਾਨ ਕਰੀ ਗਿਆ। ਜੁਆਰੀਏ ਬੰਦੇ ਨੇ ਜੂਏ ਦੀ ਆਦਤ ਨੂੰ ਪੂਰਾ ਕਰ ਲਈ, ਜੋ ਜੋ ਉਹਦੇ ਸਾਹਮਣੇ ਆਇਆ ਉਹਨੇ ਸਭ ਕੁਝ ਵਾਰ ਦਿੱਤਾ, ਜੋ ਉਹਦੇ ਕੋਲ ਸਾਹਮਣੇ ਆਇਆ। ਵੈਸੇ ਇੱਕ ਬੇਨਤੀ ਕਰਾਂ, ਜਿਹੜਾ ਜੂਆ ਹੁੰਦਾ ਹੈ ਨਾ, ਇੱਕ ਵਕਤ ਦੀ ਖੁਸ਼ੀ ਲੈ ਕੇ ਆਉਂਦਾ ਹੈ, ਦੂਜੇ ਵਕਤ ਦੀ ਉਦਾਸੀ ਲੈ ਕੇ ਆਉਂਦਾ ਹੈ। ਤੁਸੀਂ ਕਦੀ ਨੋਟ ਕਰਿਓ, ਜਿਹੜੇ ਲੋਕ ਜੂਆ ਖੇਡਦੇ ਨੇ, ਜਿੱਦਣ ਤੇ ਜੂਆ ਖੇਡ ਕੇ ਆਉਂਦਾ, ਮੰਨ ਲਓ ਅੱਜ ਉਹਨੇ ਬੰਦੇ ਨੇ 50,000 ਲਾਇਆ ਤੇ 1.5 ਲੱਖ ਜਿੱਤ ਕੇ ਆਇਆ, ਖੁਸ਼ੀ ਹੈ ਨਾ ਚਿਹਰੇ ਤੇ, ਪਰ ਕੱਲ ਖੇਡਣ ਫੇਰ ਜਾਣਾ ਉਹਨੇ, ਕੱਲ ਹੋ ਸਕਦਾ 2 ਲੱਖ ਹਾਰ ਆਵੇ, ਇਹ 1.5 ਵੀ ਜਾਵੇ ਤੇ ਨਾਲ 50। ਬੋਲੋ ਸਾਰੇ। ਅੱਛਾ, ਜਿਨ੍ਹਾਂ ਦੇ ਪਰਿਵਾਰਾਂ 'ਚ ਕੋਈ ਜੂਆ ਖੇਡਦਾ, ਕਦੀ ਨੋਟ ਕਰਿਓ, ਜਿੱਦਣ ਤੇ ਜਿੱਤ ਕੇ ਆਉਂਦੇ ਉਦੋਂ ਨਹੀਂ ਦੱਸਦੇ ਘਰ ਦੇ ਵੀ ਅੱਜ ਜਿੱਤ ਕੇ ਆ, ਜਿੱਦਣ ਹਾਰ ਕੇ ਆਊ ਇਹਨੂੰ ਸਮਝਾਓ, ਕੋਈ ਇਹਨੂੰ ਕੋਈ ਸਮਝਾਓ, ਇਹਨੂੰ ਕੋਈ ਅਕਲ ਦਿਓ, ਬੇੜਾ ਗਰ ਕਰਤਾ ਇਹਨੇ। ਤੋ ਫਿਰ ਰਿਸ਼ਤੇਦਾਰ ਵੀ ਅੱਗੇ ਆਉਂਦੇ, ਜਿੱਦਣ ਜਿੱਤ ਕੇ ਆਉਂਦਾ ਉਦੋਂ ਆਉਂਦੇ ਫਰਿੱਜ ਉਹ ਲਿਆਂਦੀ ਜਿਹ 'ਚ ਪਤੀਲਾ ਦੁੱਧ ਦਾ ਸਿੱਧਾ ਹੀ ਆ ਜਾਂਦਾ, ਟੀਵੀ ਐਡਾ ਵੱਡਾ ਲਿਆਂਦਾ, LED ਐਡੀ ਵੱਡੀ ਲਿਆਂਦੀ, ਕੋਠੇ ਜਿਹੜੀਆਂ ਮੂਰਤਾਂ ਦਿਸਦੀਆਂ ਉਹਦੇ ਵਿੱਚ, ਐਦਾਂ ਆਉਂਦੇ ਉਦੋਂ। ਉਹ ਆਉਂਦੇ ਹੱਦ ਹੋ ਗਈ, ਜਿੱਦਣ ਜਿੱਤ ਕੇ ਆਉਂਦਾ ਉਦੋਂ ਤੇ ਤੁਸੀਂ ਸਾਨੂੰ ਦੱਸਦੇ ਨਹੀਂ, ਉਦੋਂ ਤੇ ਸੇਬ ਨਹੀਂ ਪੁੱਛਦੇ ਅੱਜ ਕਿੰਨੇ ਰੁਪਏ ਕਿਲੋ, ਅੰਗੂਰ ਖਾਂਦੇ ਵਧੀਆ ਵਧੀਆ, ਕੀਵੀ ਫਰੂਟ ਦੇ ਡੱਬਾ ਹੀ ਚੱਕ ਲਿਆਉਂਦੇ ਆ। ਤੇ ਜਦੋਂ ਜਾਂਦਾ ਹਾਰ ਕੀ ਆਂਦੇ ਇਹਨੂੰ, ਹੁਣ ਬੋਲੋ ਇਹਨੂੰ ਸਮਝਾਓ। ਕਹਿੰਦੇ ਜਾਂ ਤੇ ਇਦਣ ਕਹੋ ਜਿੱਦਣ ਉਹ ਜਿੱਤ ਕੇ ਆਇਆ ਉਦਣ ਕਹਿੰਦੇ ਇਹਨੂੰ ਸਮਝਾਉਂਦੇ ਅਸੀਂ, ਨਾਲੇ ਅਸੀਂ ਵੀ ਵਿੱਚੋਂ ਲੈ ਜਾਂਦੇ ਕੁਝ ਸਮਝਾਉਣ ਆਉਂਦੇ। ਅੱਜ ਬੇੜੀ ਡੁੱਬਣ ਡਈ ਹੈ ਤੇ ਸਾਨੂੰ ਤੁਸੀਂ ਸਮਝਾਉਣ ਲਈ ਕਹਿੰਦੇ ਜੀ। ਅੱਜ ਪਤਾ ਵੀ ਹੁਣ ਇਹਨੇ ਰਹਿਣ ਕੱਖ ਨਹੀਂ ਦਿੱਤਾ, ਹੁਣ ਅਸੀਂ ਇਹਨੂੰ ਕਾਹਦਾ ਸਮਝਾਈਏ। ਉਧਰੋਂ ਸਮਝਾਉਂਦੇ ਜਿੱਦਣ ਇਹਨੇ ਕਿੱਲੇ ਤੋਂ 2, 2 ਤੋਂ 3, 3 ਤੋਂ 4 ਬਣਾਏ ਸੀ। ਅੱਜ ਥੱਲੇ ਨੂੰ ਵੇਖੋ, ਕੋਠੇ ਨੂੰ ਪੌੜੀਆਂ ਲੱਗੀਆਂ, ਜੇ ਡੰਡੇ ਜ਼ਮੀਨ ਤੋਂ ਛੱਤ ਤੇ ਲੈ ਕੇ ਜਾਂਦੇ ਆ ਤੇ ਉਹ ਡੰਡੇ ਛੱਤ ਤੋਂ ਜ਼ਮੀਨ ਤੇ ਵੀ ਲੈ ਕੇ ਆਉਂਦੇ ਆ। ਪੌੜੀ ਤੇ ਉਹੀ ਹੈ, ਪੌੜੀ ਤੇ ਉਹੀ ਆ। ਉਹ ਪੌੜੀ ਸਾਨੂੰ ਡੰਡਾ ਡੰਡਾ ਚੜੀ ਜਾਈਏ ਤੇ ਛੱਤ ਤੇ ਲੈ ਕੇ ਜਾਂਦੀ ਆ, ਤੇ ਉਹ ਪੌੜੀ ਛੱਤ ਤੋਂ ਥੱਲੇ ਵੀ ਲੈ ਕੇ ਆਉਂਦੀ ਹੈ। ਪਰ ਵੇਖੋ, ਬੰਦੇ ਨੂੰ ਜੂਏ ਦੀ ਆਦਤ ਪੈ ਗਈ, ਜੂਏ ਦੀ ਆਦਤ ਪੂਰੀ ਕਰ ਲਈ, ਜੋ ਜੋ ਉਹਦੇ ਸਾਹਮਣੇ ਆਇਆ ਉਹਨੇ ਵਾਰ ਦਿੱਤਾ। ਨਾ ਉਹਨੇ ਆਪਣੀ ਪਤਨੀ ਵੱਲ ਧਿਆਨ ਦਿੱਤਾ, ਨਾ ਉਹਨੇ ਆਪਣੇ ਬੱਚਿਆਂ ਵੱਲ ਧਿਆਨ ਦਿੱਤਾ, ਨਾ ਉਹਨੇ ਆਪਣੀ ਮਾਂ ਵੱਲ ਧਿਆਨ ਦਿੱਤਾ, ਨਾ ਉਹਨੇ ਆਪਣੇ ਪਿਤਾ ਵੱਲ ਧਿਆਨ ਦਿੱਤਾ, ਨਾ ਉਹਨੇ ਖੇਤਾਂ ਜਾ ਕੇ ਕਦੀ ਵੇਖਿਆ, ਨਾ ਉਹਨੇ ਕਦੀ ਦੁਕਾਨ ਵੇਖੀ। ਕਿਉਂ? ਅਟੈਚਮੈਂਟ ਸੀ, ਉਹਦੀ ਖਿੱਚ ਸੀ। ਜੂਏ ਦੀ ਆਦਤ ਪੂਰੀ ਕਰ ਲਈ, ਕਰਤਾ ਨਸ਼ੇੜੀ ਹੋ ਗਿਆ, ਜੁਆਰੀਆ ਹੋ ਗਿਆ। ਹੁਣ ਲਾ ਲਓ ਰਾਜਨੀਤਿਕ ਬੰਦਾ, ਸੱਤਾ 'ਚ ਆਉਣ ਲਈ ਉਹਦਾ ਟਾਰਗੇਟ ਹੈ ਕੁਰਸੀ। ਉਹ ਕੁਰਸੀ ਪ੍ਰਾਪਤ ਕਰ ਲਈ, ਜੋ ਜੋ ਉਹਦੇ ਸਾਹਮਣੇ ਆਏਗਾ ਉਹਨੂੰ ਵਾਰੀ ਜਾਏਗਾ। ਔਰੰਗਜ਼ੇਬ ਨੂੰ ਤਖਤ ਚਾਹੀਦਾ ਸੀ, ਲੱਗਦਾ ਸੀ ਕਿ ਪਿਤਾ ਰੁਕਾਵਟ ਹੈ, ਕਹਿੰਦਾ ਕਰੋ ਜੇਲ੍ਹ 'ਚ ਬੰਦ ਇਹਨੂੰ। ਨਹੀਂ ਤੇ ਪਿਤਾ ਪੁੱਤਰ ਦਾ ਕਿੱਡਾ ਤਗੜਾ ਪਿਆਰ ਹੁੰਦਾ, ਭਰਾ ਭਰਾ ਦਾ ਕਿੱਡਾ ਪਿਆਰ ਹੁੰਦਾ। ਔਰੰਗਜ਼ੇਬ ਨੂੰ ਤਖਤ ਚਾਹੀਦਾ ਸੀ, ਕਹਿੰਦਾ ਪਿਤਾ ਨੂੰ ਜੇਲ੍ਹ 'ਚ ਬੰਦ ਕਰੋ, ਇਹ ਮੇਰੇ ਤਖਤ ਦੀ ਪ੍ਰਾਪਤੀ 'ਚ ਰੁਕਾਵਟ ਹੈ। ਭਰਾ ਨੂੰ ਜੇਲ੍ਹ 'ਚ ਬੰਦ ਕਰੋ, ਕਿਉਂਕਿ ਇਹ ਮੇਰੇ ਤਖਤ ਦੀ ਪ੍ਰਾਪਤੀ 'ਚ, ਬੋਲੋ ਸਾਰੇ, ਰੁਕਾਵਟ ਹੈ। ਇਹਦਾ ਅਰਥ ਜਿੱਥੇ ਬੰਦੇ ਦੀ ਲੱਗ ਜਾਏ। ਹੁਣ ਇਹਨੂੰ ਸੌਖਾ ਲਾਓ, ਜਦੋਂ ਸਾਡੇ ਪੁੱਤਰ ਧੀ ਇਸ਼ਕ ਵਿੱਚ ਅੰਨੇ ਹੁੰਦੇ ਆ, ਕੀ ਧੀ ਨੂੰ ਬਾਪ ਪਿਆਰ ਘੱਟ ਕਰਦਾ? ਕੀ ਭਰਾ ਭੈਣ ਨੂੰ ਪਿਆਰ ਘੱਟ ਕਰਦਾ?
कि मां अपने धी नाल प्यार घट करती है, पर जनून हुंदा ना उदों कि उस लड़के तो वध मेरा माँ बाप मेरे भैन भरा मैनू प्यार नहीं कर सकते। इस गल नूं ध्यान नाल समझिओ, वो जनून है एक। उदों वो सामने रख के उन्हें अपनी मां, अपना बाप, अपना परिवार ये नहीं वेखिया कि मेरा बाप तो परेआं पंचायतां 'च फैसले सुनाउण वाला है। परे पंचायत मेरी मां ने जे मेरे पिता ने कोई गल कहती तो उन्हें सिर मथा करना, पर जनून सी ना, तो भुलेखा यह सी भी मेरे नाल जिन्ना उन्हें प्यार करना, लड़के नूं लड़की लगी जाती है तो लड़की नूं लड़का लगी जाता है। इहो कुछ हो गया। उन्हें माँ बाप भैन भरा सब इज्जत दां ते ला के, जिवें नशा है, नशा कला ये समैका ही नहीं, वो भी तो एक नशा है ना। वो नशा जदों लैंदा कदों आ, जदों पता लग गया भी हुण पिछे है कोई नहीं मेरा। जिन्हां धीआं पुत्तां ने कदम चुके पुछ के वेखो, पुछ के वेखो, फिर अगे लड़का परिवार भी टॉर्चर करदा, कहंदे हुण इहदा किहड़ा पिछे पेका परिवार हैगा, जो मर्जी कर लो इहनूं। नहीं तो एक अपना तसी भैन भरा किन्ने प्यारे ते नाजुक रिश्ते सी, जिन्हां नूं समाज ने अजे कहंदे ने समाज नूं गंदगी मिली नहीं। किद्दां मिलनी है? मन की चीज़ है, जो मन सुन, मन किद्दां जिद्दां जिद्दां दे तुसीं विचार लैंदे हो, मन उदां दा बनदा जांदा है। जिद्दां दे विचार, तन की खुराक आपां खाने आ, तन दे खुराक दा तन दे उत्ते असर पैंदा है ना। तुसीं भारी खाओ तो तुहाडा तन दसदा भी अज तैनूं हजम नहीं होई, हल्की खाओ तन उड़दा फिरदा है, ते मन की खुराक का भी असर पैंदा है। तुसीं मन नूं हुण आपां इत्थे मन की खुराक खा रहे हैं, तुसीं जदों कोई गंदी विचार सुनोगे, गंदे विचार पढ़ोगे, इहदा मतलब मन की विचार खुराक बदल गई। अज तन की खुराक बारे तो थोड़ा बहुता सचेत है बंदा भी आह नहीं खाना, इहदे नाल रोग वाजू, आह खाना है। मन की खुराक बारे तो पता ही कख नहीं बंदे नूं। ये तो कबीर मन पंखी पयो उड उड दै दिश जाए, जो जैसी संगत मिलै सो तैसो फल खाए, पंछी की तरह। हुण उदों सामने निशान है, लड़के नूं लगदा कि जिहड़ा ओह प्यार मैनूं उत्थों मिलना, मेरी मां ते मेरे भैन भरावां ते मैनूं देना ही नहीं। ਉਹਦੇ सामने जो कुछ आया उन्हें वार दिता, मां छड़ दी, भुल गया भी इन्हें 9 महीने कुख च रखे है, जवैन चित चित के मेरे मूँह च पाउंदी रही है, इनू आसां ने उम्मीदां ने। सामने आया जो सामने आया उन्होंने वारदा गया, चाहे माँ बाप सी चाहे भैन भरा सी। जिवें नशेड़ी बंदा, जिवें सता हासिल करने वाला, तख्त प्राप्त करने वाला, कुर्सी प्राप्त करने वाले नूं सिर्फ कुर्सी दिसदी है, कहंदा भावें प्रजा नूं जहर पियाओ, नशे वंडो, वोट खरीदो, मैनू कुर्सी चाहिए। इहो कुछ हो रहा। सियासत की इत्थे आ गई ना भी लोग भावें डुब्बण, मैनू कुर्सी चाहिए, क्योंकि वो कुर्सी प्राप्त कर ली हर एक चीज़ वार सकता है, तख्त प्राप्त कर ली सब कुछ कर सकता। पातशाह कहंदे ओ बंदिया जे कुर्बान ही करन ते आया ना, फिर एक काम कर, सुरत जोड़ नाम नाल, सुरत जोड़ सच नाल, सच नाल सुरत जोड़न करके जो रुकावट रस्ते च आवे वारी जा फिर तो। नानक नाम विटों कुर्बान, नाम तो कुर्बान कर सब कुछ, सच तो कुर्बान कर, सच्चाई दे रस्ते ते तुरदियां जो रस्ते च आवे उन्हूं वारी जा, कुर्बान करी जा, परवाह ना कर। पुत्र वारे गुरु पातशाह ने साडे तो, सच्चाई दे रस्ते तुरते पुत्र वारे, प्यारे सिख वारे, इत्थों तक अपने हत्थीं वसाया आनंदपुर साहिब चक नानकी। एक बारी 1704 विच गुरु गोबिंद सिंह महाराज ने आनंदपुर साहिब छड़ दिता सी 1704 च, पूरे परिवार ने। साध संगत जी जदों ये जीवन शैली गुरु साहिब की वेखी दी है ना, सिर झुकदा है। साड़ा तो माड़ा जिहा नुकसान हो जाए ना, असीं उलामे देण लग पैने, हाय की बनेगा, कर्म माड़े ने, भाग माड़े ने। आपां घर बनाईए तो अपने परिवार के एक भी जी का अंतला समा घर च ना आवे, लोग कहणगे सलाह मिलिया परिवार नूं, बई एक भी जी की घर च मौत नहीं हुई। तो गुरु गोबिंद सिंह महाराज जी दे सारा परिवार आनंदपुर साहिब रहिंदे सी ना, तो हुण गिनती करो, 2 चमकौर साहब, 2 सरहंद फतेहगढ़ साहब, माता गुजर कौर ठंडे बुरज, गुरु तेग बहादुर साहब दिल्ली, आप हजूर साहब,
पर सवाल ये पैदा होंदा सब कुछ करन तो बाद भी सुरत किड्डी चढ़दी कला च है। इत्थे बंदा खांदियां पींदियां सब कुछ करदियां भी हाय साड़ी किस्मत माड़ी, हाय साडे भाग माड़े, हाय साडे को है ही कख नहीं। इस तो वड्डा चुनौतियां भरिया जीवन किसी का हो सकता जी? गुरु गोबिंद सिंह सच्चे पातशाह वर्गा। इस तो वध ते चुनौतियां 43 साल की सारी आरजू है। तुहाडे जो कई 43 साल पार कर गए होने ने। 5 किलियां की उसारी करनी, 14 जंगां। एक जंग किते परिवार नूं लड़नी पै जाए ना, परिवार को उठिया नहीं जाता। तो 14 जंगां गुरु गोबिंद सिंह महाराज के जीवन में लड़ियां गई, तो 14 चों 14 जंगां च जित प्राप्त। हौसले किड्डे बुलंद ने। एवं थोड़ा आख्या सी करतार की सौगंध, नानक की कसम है जितनी भी हो तारीफ गोबिंद की वो कम है। ये अल्लाह यारखां जोगी दे शब्द सी। अहीं गुरु गोबिंद सिंह महाराज तुहाडी वडियाई करन दी बजाए पता नहीं होर कित्थे कित्थे तुरे फिरदे हैं। सतगुर साहब छड्ड के मनमुख होए बंदे दा बंदा, असी बंदियां दे बंदे बन गए। गुरु की विचारता मनफी हो गई। अज किसी सिख परिवार के पुत्र धी का आनंद कारज होवे, उत्ते किते साहिबजादियां दी कोई गाथा शुरू कर देवे ना, कंबनी छिड़ जाती परिवार नूं। साडे घर सगन पै रहा, ये मरन दीयां गल्लां कर रहे हैं। उन्होंने ये नहीं पता कि जे ये शहादत का जाम ना पींदे, इत्थे कोई काजी मौलवी बैठा तुहाडे पुत्र का निकाह पढ़ रहा होना सी। ना कहूँ अब की, ना कहूँ तब की, अगर ना होते गुरु गोबिंद सिंह। अगला पढ़ो, तो सुन्नत होती सब की। असी इन्ने एहसान फरामोश हाँ कि असी ते अपने घर प्रशादा छकन लगे हाँ। कदी अल्लाह कवि दुन्ना सिंह हंडूरीए ने लिखिया है, वो कहता जो साहिबजादियां नूं उस रात प्रशादा छकाया गया। कवि दुन्ना सिंह हंडूरीया समकाली सी गुरु साहब का। एक उन्हें किसी को पुछ के नहीं लिखिया, उस वक्त का कवि होया। उन्हें लिखिया, सो ऐसी रोटी कर लियाओ हमरे काग ना कूकर खाओ। कहता इहो जी साहिबजादे नूं उस रात रोटी खवाई गई, साडे घर दे कां ते कूकर भी वो रोटी खाण तो किनारा कर जाण। ये भी एक तसीहा सी। ते असीं चंगे चंगे पकवान खा के भी कई वारी रोटी नूं लत्तां मारदे हैं। मैनूं मिलिया की है, सो ऐसी रोटी कर लियाओ हमरे काग ना कूकर खाओ। साडे घर दा कां ते, हुण तुसीं आपे अंदाजा ला लो कां ते कूकर किदां दी रोटी हुंदी है जिहनूं खाण तो किनारा कर जांदे। नहीं तो माड़ी तो माड़ी रोटी नूं भी कुत्ता छड्डदा नहीं, कां छड्डदा नहीं, वो तो झूठ भी खांदा है। पर कहंदा साडे घर दा कां ते कूकर भी वो रोटी खाण तो किनारा कर जाण जिहड़ी उस रात साहिबजादियां दे अगे वो परोसी गई है। पर यह भी एक तसीहा सी। अगले तंग करते सी, पर मनोबल किड्डे उच्चे सी, किड्डे चढ़दी कला वाले जीवन शैल। ये सब चीज़ां सानूं अंदरों मजबूर। गल मैं सिर्फ ये नहीं दसनी चाहना, टीचा वड्डा सी। हुण इत्थे शब्द वरतिया, जिथे बंदे दी जिथे लग जाती है उस चीज़ दे उत्तों जो जो सामने आउंदा कुर्बान करी जांदा। कहंदे फिर इंज काम कर, तू सच नाल अपनी सुरत जोड़ ला, सच्चाई दे उत्ते तुरदियां तुरदियां जो जो तेरे सामने आ जाए उन्हूं वारी जा, कुर्बान करी जा। नानक नाम विटों, सारे बोलो नानक नाम विटों कुर्बान। सच तो कुर्बान कर दे। तू सच ते तुरना है, सच ते तुरदियां तुरदियां जेड़ी जेड़ी चीज़ तेनू लगती है कि तेनू सच तो तोड़ती है, उन्होंने छड्डी जा, छड्डी जा, त्याग दे। पर अज प्रॉब्लम यह है, बंदा झूठ नाल सांझ पा के बैठा है, सच नालों तो लिंक टुटा होया, सच का तो काल पै गया मनुख की जिंदगी में। नानक नाम विटों कुर्बान। पाशा कहते अंधी दुनिया, दुनिया अन्नी है, तो जे ये कोई सजाखा तो वह साहिब है। अंधी दुनिया साहिब जान, साहिब सजाखा है, दुनिया अन्नी है। अच्छा दुनिया अन्नी किदां हुई? यदा भी बचन सतगुर ने किया, हम अंदुले, सारे बोलो हम अंदुले अंध बिखै बिख राते। असी अन्ने आ, बिख ना रते हुए, यैर ना रते हुए। क्यों चालै गुर चाली, किवें चलीए गुरु की चाल दे नाल चाल ला के। सतगुर दया करे सुख दाता, हम लावै आपन पाली। हम अवगुण भरे एक गुण नाही। असी अवगुणा नाल भरे हाँ ते गुण एक भी है नहीं। भट्ट साहिबान कहते हैं, अमृत छाड़, अमृत छड़ के ते जहर खा रहे हैं। अमृत की आ सत संतोख दया धर्म धीरज, ते जहर की आ काम क्रोध लोह मोह ते हंकार।
ये ਜ਼ਹਿਰ खा रहे हैं। बुराई खा रहे हैं तो चंगियाई नूं छड्ड के बैठे हुए हैं। बुराई चंगी लगती है, साडे लागे कोई ईमानदारी की गल बाणी की गल चंगी करे तो सानू गुस्सा चढ़ता है, साडे लागे कोई माड़ियां गल्लां करे तो सानू बड़ियां चंगी। साडा तो सफ़र नहीं मुकदा ਜਦੋਂ तक असी तुसीं वेखे ना कईयां नूं चमक दमक वाले वो चीज़ां पसंद लगदियां, बाणी दी कोई चंगी विचार साडे लागे करे तो सानू पसंद ही नहीं है। तुसीं वेखिओ अज हालात मनुख दी, किते भैन भरा दोस्त मित्र बैठे होण, तुसीं कोई गुरमत की गल कर लो, कई पुराना समा सी सिख सिखणी मिल बह चर्चा करे अपार, भजन सिखावे पुत्र को मिल भज बारंबार। तुसीं ज़्यादा ना करो, थोड़ियां बहुतियां गल्लां ते अपने परिवार च कर लो भी बच्चा फतेह बुलावे तुहानू, कोई माड़ी मोट गुरमत की विचार गुरमत की गल होवे। नहीं तो अज मनुख ने अपनी जिंदगी च ये निशाना बना लिया कि शायद ये अपने आप सिक्खी पैराशूट राही साडे घर उतर आउणी है। नहीं, ये आपां नू करना पैना है, मेहनत करनी पैनी है, मुशक्कत करनी पैनी है। थोड़ा बहुता उपराला सानू अपने परिवारां च बैठ के आप यतन करना पैना है। देखो सौखी जी उदाहरण दिना, असी राशन लैण जाने आ घर का, असी आप मेहनत करते हैं, असी कदी नहीं कहते भी कोई दसे सानू भी फलाना स्टोर वधिया, असी आप जाने किहड़े स्कूल दे विच वधिया पढ़ाई है, असी लभ के उस स्कूल दे विच आप अपने बच्चों की एडमिशन करवाउने आ। कित्थों ट्यूशन वधिया पढ़ाई जाती है, किस हॉस्पिटल इलाज वधिया है, असी कदी क्या सानू किसी ने दसिया ही नहीं कि फलाने हॉस्पिटल इलाज वधिया, असी आप लभदे हैं। किहड़े स्कूल च पढ़ाई वधिया असी आप जाके पुछदे हैं। निक्की तो निक्की गल, पुत्र ने विदेश जाना होवे पासपोर्ट कित्थों बनता है, घर थोड़ा अगले पुछण आउंदे आ, आपे लभदे हैं। आप लभ के पासपोर्ट अपलाई करते हैं, बनता है, मेहनत करते हैं, मंजिल ते पहुँचते हैं। जे बाकी सारियां कामां बारे आपी मेहनत की, जदों आई धर्म की गल, धर्म का मसला आया, की आंदे सानू किसी ने उच्ची बोलो जी दसिया ही नहीं। भी हद हो गई, तुहाडे घर पुत्र ने जन्म लिया, तुसीं दस्यो अपने घर नौं विआही आवे अज, उन्होंने भी थोड़ी कि देर बाद पता लगन लग पैंदा भी साडे किन्ने किले जमीन, हौली हौली घर च चर्चा चलदी आ ना भी अपनी जमीन किन्नी आ, अपने प्लाट किन्ने आ, कारोबार अपना किन्ना का, चर्चा हुंदी है ना। मैं सारियां धीआं दी गल नहीं करदा, पर कई बारी ऐसा हुंदा साडी सोच वेखो, जे ते साडी सोच इत्थे आण के खलोती हुई है कि जदों धी विआही जाती है उन्होंने सारा पता, वेखो पता कर लिया ना भी मेरे पति हुणी दो भरा ने 50 किले जमीन है, 25-25 दोवां भरावां नूं आउंदी है, पता कर दस्सण ती कोई नहीं आया ना। आप मेहनत की, पता किया भी इत्थे जमीन है, कदी कदी चक्कर भी लाउण चले गए खेतां विच, साडियां दुकानां किन्नियां ने, साडा कारोबार कित्थे कित्थे है। पुत्र विदेश भी होवे, दादियां पड़दादियां दियां जायदादां बारे भी असी आप पता कर लेंगे, पर आ खजाना प्यू दादे का, खोल डिठा खजाना, इस खजाने नूं कदी खोल के वेखिया ही नहीं। इस खजाने उत्ते रमाले भी चढ़ाए, चौर भी कीते, परिक्रमा भी कीतियां। असी दोष दिने डेरेदारां नूं, अगलियां ते इसे करके देहधारी गुरु डंब शुरू कीता सी। वो कहंदे इन्हां ने बाणी पढ़नी कोई है नहीं, ना इन्हां ने इत्थों तक आउणा, इस करके सज सवार के वो साडे अगे बह गए, परिक्रमा कराइयां। अज तुसीं तगड़े तगड़े परिवार वेखिओ बाबियां दे मगर तुरे फिरदे, तगड़े तगड़े परिवार, बाबा जी चरण पा दिओ जी, बाबा जी चरण पा दिओ जी, बाबा जी गड्डी पवित्र कर दिओ जी, बाबा जी खेत पवित्र कर दिओ जी। क्या तमाशा बन गया इस सिक्खी, मतलब किहड़े बंदे असीं तुर पे हाँ। गुरु साहब ने सानू शब्द बाणी दे लड़ लाया, असीं शब्द बाणी नूं छड्ड के कोहां दूर जाके बह गए। मतलब कित्थों हास होनी स्थिति बन गई, असीं बाणी तक तो पहुँचे नहीं। अच्छा फिर कमाल की गल तुसीं वेखो, डेरियां ने जुड़न वाले परिवार पता की आंदे आ, वो किहड़े सानू अपने नाल जोड़दे आ, इदां कहंदे आ। अच्छा किहदे नाल जोड़दे आ, महाराज नाल ही जोड़दे आ, गुरु ग्रंथ साहब नाल ही जोड़दे आ। असीं जाने आ महापुरखां को आंदे उत्थों मिलदा, जाके उत्थों मंगो। हुण जे सवाल ये पैदा हुंदा भी जे तुहानूं जोड़दे उहदे नाल ही आ, ते फिर वो ते तुहाडे पिंड दे गुरुद्वारे भी हैगा। क्यों साध संगत जी, ये 100 किलोमीटर हुण तां तेल मेरे ख्याल 95 नूं हो गया डीजल, भी 100 किलोमीटर सफ़र तय करके जो जाना तो वह पिंड दे गुरुद्वारे आण के उत्थे विचारां कर लो। अच्छा जे जोड़िया, हुण मेरा अगला सवाल आ, जे जोड़िया वा तो फिर उन्होंने गुरु ग्रंथ साहब बारे दसो भी विच लिखिया की है। 50-50 30-30 साल डेरियां दे नाल जुड़न वालियां नूं गुरबाणी दीयां दो गल्लां दा नहीं पता, है मेरा निजी तजर्बा है।
रोज़ वाह पैंदा मेरा डेरेदारां दे चेलियां नाल, रोज़ वाह पैंदा। पुछदा सवाल करदा मैं ते हर एक दी कार रिकॉर्ड करदा भी भज ना जाई किते भाई, डाटा सांभिया होया तेरा मेरे कोल सारा कुछ। मैनूं दस मैनूं भी तुसीं आने बाबियां नाल जुड़े आ ते मेरे 5-7 सवालों के फिर जो सवालों के जवाब मुक जाते फिर इत्थे आ जाते, तेनों कीड़े पैने आ, तेनों नरकां जगह नहीं मिलनी। मैं कहा मैं नरकां जाना ही क्यों, मैनूं की लोड़ आ नरकां जाण दी, मैं तो हुणे स्वर्गां 'च बैठा। जिहदे कोल गुरु की बाणी है वो तो इत्थे तां बैकुंठ जां कीर्तन तेरा। हुण इहदा मतलब मैटर मुक गया ते डरावे देने आ, तेनों नरकां जगह नहीं मिलनी, तुसीं पापी हो। तो मैं क्या जे तुहाडे मुताबक तुहाडियां बाबियां 'च इन्नी शक्ति हैगी है तो एक काम ही करा दो। कहते की? मैं कहा तिन्ने कानून रद्द करा दो। ले तुसीं तो ढेडड़ियां लैंदे जी साडे नाल। मैं कहा पर तुहाडी बाबे की शक्ति नूं असीं जख्मां ते लाउणा जदों काम ही ना आई। तुसीं आपो अपने बाबियां कोलों अरदास कराओ तोमर दा रातों रात दिमाग घुम जे, रातों रात अमित शाह का दिमाग घुम जे, रातों रात मोदी का दिमाग घुम जे, रातों रात अंबानिया दानिया दे राही जेडे बिल कानून रद्द होए पास किए आ ये रद्द करा दो। जे तुहाडे बाबियां दी अरदास ना माता दे गर्भ च, सुनियो हुण लफ्ज, माता दे गर्भ च होनी धी सी ते बाबे ने अरदास नाल धी तो पुत बनाता, ये तो गल्लां ही सामने आ। बिल रद्द करा दिओ, सौखा काम है। जिन्ने संपड़ पाठ कहोगे मैं कराऊंगा, जेड़े बाबे दे पैरीं हत्थ कहोगे मैं लाऊंगा। उदों भज जांदे आ, नहीं जी फिर तुहाडी ते शरधा है नहीं। मैं कहा चलो मेरी शरधा है नहीं तुहाडे बाबे ते, तुहाडी हैगी? कहंदे हाँ जी। मैं कहा बिल फिर तुसीं रद्द करा दिओ, जमीन ते तुहाडी भी हैगी आ। गल कढ़ण पाउण नूं कख नहीं हैगा पखंडियां कोल। प्रॉब्लम सब तो वड्डी ये है असीं आप कुछ करना नहीं चाहुंदे। ना सानूं बेबे नानकी दा पता, ना सानूं उन्हां मावां दा पता जिन्हां निक्के निक्के बच्चों के टुकड़े करवा गलां विच हार पवा लै ते असीं डेरियां दी खाक छाणदे फिरदे हां, तुरे फिरदे हां। कदों कदों सुधरांगे असीं? ते सब तो वड्डा गठजोड़ सियासी लोकां दा डेरेदारां नाल। गुरमीत राम रहीम सिंह जदों तक सरकारां ने उहनूं वरतना सी रज के वरतिया, रज के वरतिया। जदों पता लग गया भी ये आंदा सी इन्नियां मेरियां वोटां दे पल्ले कख भी नहीं हैगा, जदों उन्हें आख्या ते अखां विखाउंदा सानूं हुण, ये तो हुण अखां विखाउंदा, किते चक्को फिर इहनूं भी, नहीं तो उन्होंने तो कितने जांचा बाज थोड़ा सी, मतलब चक्को भी लिया अगले अपने प्लेन च चौके ते अंदर मारिया। हुण कित्थे है बई? तो कानून च किड्डी पावर है, तुसीं वेखो कलम विच किड्डी वड्डी पावर है। बड़े बड़े मिनिस्टर सरकारां जिहदे अगे जाके लम्मियां पैंदियां सी ना, ऐदां जज अगे हत्थ जोड़ के खलोता है वो, ऐदां। ताकत है ना, कलम की ताकत है, तो किड्डी वड्डी गल है। मैं कहना वो जज भी अंदरों दलेर होएगा जो डरिया नहीं भी किते सराफ दे के बाबा मैनू मार ना दे, है ना? किड्डी वड्डी गल सी। जज भी उहदा परिवार किन्नी, नहीं तो एजुकेशन के नाल नाल वहमां तो भी कितना बचिया होएगा। नहीं तो एक तो तुसीं वेखो इत्थे पखंडी बाबे गलत काम करते फड़ जाण ते लोग उन्हां उत्ते फुल्लां दी वर्खा करते, उत्ते फुੱਲ सुट्टदे। तो गुरु पातशाह कहंदे ने जे तू जिंदगी च कुछ करना चाहुंदा, तुसीं वेखो बड़े बड़े साधु महात्मा दी फोटोआं तुहानूं बीजेपी वालियां दे नाल, RSS वालियां दे नाल तुहानूं आप गठजोड़ मिलूगा। ते भोले लोग फिर उत्थे गल फिर उत्थे आउंदी है। 11 महीने समाप्त हो चले ने, अज कितनी हो गई है जी? 19 तरीक है। आप 26 तरीक नूं 11 समाप्त हो जाने, तो 12वां शुरू हो जाना। 12 महीने थोड़े नहीं होंगे। तो इन्हां 12 महीनों असी भी उत्थे टेंट लाया सिंघू बार्डर। असी अखीं वेख्या भी कई उत्थे इहो जिहे नौजवान ते बजुर्ग आ जिहड़े एक वार भी अपने घर नूं नहीं गए, नहीं गए। उन्होंने किसी ने पूछा एक बारी घरों आ, आंदा जदों तक ये तिन्ने काले कानून रद्द नहीं हो जाते मैं अपने घर नहीं जावांगा। ये मेरा अपने आप नाल एक वादा वा। इदां दे बंदे भी उत्थे बैठे, किसानियां दा झंडा चुकण वाले भी बैठे आ ते लीडरां दे मगर तुरन वाले भी बैठे, वो भी सिੱਖੀ चेहरिਆਂ 'ਚ ही आ। ऐ दस्तारां भी बधियां, दाड़े प्रकाश वा जाके उन्हां दियां मीटिंगां अटेंड करते फिरदे आ, उन्हां विच तुरे फिरदे आ, क्योंकि किसी नूं खत्म करना उहदे विच वड़ना पैना। विपर बड़ा तेज सी ना, जिदन जनेऊ पाउण तो इनकार किया गुरु नानक साहब ने, तो विपर ने यह सोचिया भी मैं की करा। हुण ध्यान नाल सुणिओ, 10वें पातशाह तक विपर अपनियां चालां च कामयाब नहीं हो सकिया। तुसीं गुरु नानक साहब तो लैके 10वें पातशाह तक वेख लो, विपर कामयाब नहीं हो सके अपनियां चालां च। पर ज्यों ज्यों समा बीतदा गया, 1716 च बाबा बंदा सिंह बहादुर की शहादत का जाम पींदे ने, मिसलों का समा आउंदा,
ਉਹਨੇ ਕਿਹਾ ਇਹਨਾਂ ਨੂੰ ਬਦਨਾਮ ਕਰਨ ਲਈ ਇੱਕੋ ਤਰੀਕਾ ਅਪਣਾਉਣਾ ਪੈਣਾ, ਇਹਨਾਂ ਵਰਗੇ ਬਣਨਾ ਪੈਣਾ। ਹੁਣ ਡਾਕਟਰ ਨੂੰ ਵਕੀਲ ਬਦਨਾਮ ਕਰ ਸਕਦਾ? ਕਿਉਂਕਿ ਡਾਕਟਰ ਦਾ ਆਪਣਾ ਪੇਸ਼ਾ, ਵਕੀਲ ਦਾ ਆਪਣਾ ਪੇਸ਼ਾ। ਡਾਕਟਰ ਨੇ ਇਲਾਜ ਕਰਨਾ, ਵਕੀਲ ਨੇ ਕੇਸ ਲੜਨਾ, ਪੇਸ਼ਾ ਅਲੱਗ-ਅਲੱਗ ਹੈ ਨਾ। ਡਾਕਟਰ ਨੂੰ ਕੌਣ ਬਦਨਾਮ ਕਰ ਸਕਦਾ? ਡਾਕਟਰ ਹੀ। ਕਿਹੜਾ? ਨਕਲੀ ਡਾਕਟਰ ਬਣ ਜਾ, 2-3 ਇਲਾਜ ਗਲਤ ਕਰਦੇ, ਲੋਕਾਂ ਸਾਰਿਆਂ ਡਾਕਟਰਾਂ ਨਾਲ ਨਫ਼ਰਤ ਕਰ ਲਾ ਆਪਣਾ ਵੀ ਡਾਕਟਰ ਇੱਦਾਂ ਦੇ ਹੁੰਦੇ ਨੇ। ਵਕੀਲ ਨੂੰ ਕੌਣ ਬਦਨਾਮ ਕਰ ਸਕਦਾ? ਵਕੀਲ ਹੀ, ਨਕਲੀ ਵਕੀਲ ਹੀ। ਹੁਣ ਪਾਣੀ ਆਪਣੀ ਜਗ੍ਹਾ, ਧਿਆਨ ਨਾਲ ਸੁਣਿਓ, ਪਾਣੀ ਆਪਣੀ ਜਗ੍ਹਾ, ਦੁੱਧ ਆਪਣੀ ਜਗ੍ਹਾ ਹੈ। ਕਿਉਂ ਸਾਧ ਸੰਗਤ ਜੀ? ਪਾਣੀ ਦੁੱਧ ਨੂੰ ਬਦਨਾਮ ਕਰ ਸਕਦਾ? ਕਿਉਂਕਿ ਪਾਣੀ ਸਾਹਮਣੇ ਦਿਸਣ ਡਿਆ ਵੀ ਉਹ ਗਲਾਸ 'ਚ ਪਾਣੀ ਪਿਆ। ਹਾਂ ਕਰ ਸਕਦਾ। ਕਦੋਂ? ਜਦੋਂ ਪਾਣੀ ਦੁੱਧ 'ਚ ਪਾਤਾ। ਫਿਰ ਲੋਕਾਂ ਕੀ ਆਣਾ? ਕਦੀ ਕਿਸੇ ਨੇ ਅੱਜ ਤੱਕ ਆਖਿਆ ਲੈ ਇਹ ਪਾਣੀ 'ਚ ਦੁੱਧ ਪਾਉਂਦਾ? ਕੀ ਆਂਦੇ ਭਲਾ? ਦੁੱਧ 'ਚ ਪਾਣੀ ਪਾਉਂਦਾ। ਬਦਨਾਮੀ ਕਿਹਦੀ ਹੋਈ? ਪਾਇਆ ਪਾਣੀ ਦੁੱਧ 'ਚ, ਤੇ ਗੱਲ ਦਾ ਕੇ ਤੇ ਲੱਗਾ ਭਲਾ? ਬੋਲੋ ਪਿਆਰਿਓ, ਤੁਹਾਡੇ 'ਚ ਤਾਂ ਕੋਈ ਨਹੀਂ ਪਾਉਂਦਾ ਹੋਣਾ, ਮੈਂ ਤੇ ਵੈਸੇ ਗੱਲ ਕਰ ਰਿਹਾ ਵੀ ਸੋਚ ਕੇ ਵੇਖੋ। ਜਦੋਂ ਇਹ ਗੱਲ ਚੱਲਦੀ ਆ ਪਾਣੀ ਦਾ, ਇੱਥੇ ਪਾਣੀ ਦਾ ਗਲਾਸ ਪਿਆ, ਇੱਥੇ ਦੁੱਧ ਦਾ ਗਲਾਸ ਪਿਆ, ਦੋਵੇਂ ਅਲੱਗ-ਅਲੱਗ ਆ ਨਾ। ਉਹ ਪਾਣੀ ਹੈ, ਇਹ ਦੁੱਧ ਹੈ। ਕੀ ਪਾਣੀ ਦੁੱਧ ਨੂੰ ਬਦਨਾਮ ਕਰ ਸਕਦਾ? ਨਹੀਂ ਕਰ ਸਕਦਾ। ਹਾਂ ਕਰ ਸਕਦਾ। ਕਦੋਂ? ਜੇ ਪਾਣੀ ਦਾ ਗਲਾਸ ਚੁੱਕ ਕੇ ਕੋਈ ਦੁੱਧ ਵਿੱਚ ਸੁੱਟ ਦੇ ਤੇ ਫਿਰ ਦੁੱਧ ਪਤਲਾ ਹੋ ਜਾਣਾ, ਤੇ ਫਿਰ ਲੋਕਾਂ ਨੇ ਕੀ ਆਖਣਾ? ਯਾਰ ਕਿੱਡਾ ਬੇਈਮਾਨ ਬੰਦਾ, ਜਦੋਂ ਤੂੰ ਪੈਸੇ ਫੁੱਲ ਲੈਣਾ ਤੂੰ ਦੁੱਧ 'ਚ ਪਾਣੀ ਕਿਉਂ ਪਾਉਣਾ? ਇਹਦਾ ਮਤਲਬ ਪਾਣੀ ਨੇ ਦੁੱਧ ਦਾ ਰੂਪ ਲੈ ਲਿਆ ਨਾ। ਉਹ ਕਹਿੰਦਾ ਸੀ ਮੈਨੂੰ ਆਪਣਾ ਰੂਪ ਦੇ ਦੇ। ਸਿੱਖੀ ਪਿਓਰ ਦੁੱਧ ਸੀ, ਅਗਲਿਆਂ ਨੂੰ ਪਤਾ ਸੀ ਇੱਦਾਂ ਬਦਨਾਮ ਨਹੀਂ ਹੋਣੇ। ਪਾਣੀ ਦਾ ਗਲਾਸ ਚੁੱਕ ਕੇ ਇਹਦੇ ਵਿੱਚ ਸੁੱਟ ਦਿਓ, ਇਹਨਾਂ ਵਰਗੇ ਬਣ ਜਾਓ, ਇਹਨਾਂ ਵਰਗੀ ਪੱਗ ਬਣੋ, ਇਹਨਾਂ ਵਰਗਾ ਦਮਾਲਾ ਬਣੋ, ਇੱਥੇ ਖੰਡਾ ਲਾਓ, ਗਲ 'ਚ ਹਜੂਰੀਆ ਪਾਓ, ਉੱਦਾਂ ਹੀ ਤਿਲਕ ਸ਼ਹਿਰਾ ਪਾਓ, ਮੁੜ ਕੇ ਜਾ ਕੇ ਮੰਦਰ 'ਚ ਮੱਥਾ ਟੇਕੋ। ਲੋਕਾਂ ਕੀ ਆਖਣਾ? ਸਿੱਖ ਪਖੰਡ ਕਰਦਾ, ਸਿੱਖ ਕਰਮਕਾਂਡ ਕਰਦਾ, ਸਿੱਖ ਨਾਰੀਅਲ ਸੁੱਟਦਾ। ਉਹਨੂੰ ਤਾਂ ਅੰਦਰੋਂ ਪਤਾ ਸੀ ਮੈਂ ਸਿੱਖ ਤੇ ਹੈ ਹੀ ਨਹੀਂ। ਪਾਣੀ ਨੂੰ ਤਾਂ ਪਹਿਲਾਂ ਪਤਾ ਸੀ ਮੈਂ ਦੁੱਧ ਥੋੜ੍ਹਾ ਹੈਗਾ। ਸਮਝ ਆਈ ਪਿਆਰਿਓ? ਕੁਝ ਪਿਆਰਿਓ ਸਮਝ ਆਈ ਕੁਝ? ਪਾਣੀ ਨੂੰ ਤਾਂ ਪਹਿਲਾਂ ਪਤਾ ਮੈਂ ਪਾਣੀ ਆ। ਉਹ ਆਂਦਾ ਜਦੋਂ ਫੜੇ ਜਾਣਾ ਉਦੋਂ ਕੀ ਆਖਣਾ ਲੋਕਾਂ ਨੇ? ਵੇਖੋ ਦੁੱਧ 'ਚ ਪਾਣੀ ਪਾਇਆ। ਗੱਲ ਤਾਂ ਸਿੱਖੀ ਦੀ ਹੋਣੀ ਹੈ ਨਾ। ਹੁਣ ਕ੍ਰਿਸਚਨ ਵੀ ਇੱਦਾਂ ਕਰਦੇ ਆ। ਜਦੋਂ ਉਹਨਾਂ ਨੇ ਚੁੱਭੀਆਂ ਮਰਾਉਣੀਆਂ, ਉਹਨਾਂ ਦੇ ਜਿਹੜੇ ਪਾਦਰੀ ਆ ਜਦੋਂ ਚੁੱਭੀਆਂ ਮਰਾਉਂਦੇ ਪਾਣੀ 'ਚ, ਉਹ ਜਾਣ ਕੇ ਪੱਗ ਬਣਾਉਂਦੇ ਆ ਵੀ ਪੱਗ ਬਣ ਗਿਆ, ਭਾਵੇਂ ਉਹਨਾਂ ਦਾ ਆਪਣਾ ਬੰਦਾ ਹੀ ਹੋਵੇ। ਗਰੰਟੀ ਥੋੜ੍ਹਾ ਆਪਾਂ ਨੂੰ ਵੀ ਉਹ ਕੌਣ ਹੈ। ਕੁਝ ਲਾਲਚ ਕਰਕੇ ਚਲ ਜਾਂਦੇ ਆ। ਹੁਣ ਜਦੋਂ ਵੱਡੇ ਵੱਡੇ ਲੀਡਰ ਸਾਡੇ ਜਾ ਕੇ ਸ਼ਿਵਲਿੰਗ 'ਤੇ ਦੁੱਧ ਪਾਉਂਦੇ ਆ, ਜਦੋਂ ਮੰਦਰਾਂ ਦੇ ਉਦਘਾਟਨ ਕਰਦੇ ਆ, ਜਾ ਕੇ ਚਾਦਰਾਂ ਚੜਾਉਂਦੇ ਆ ਪੀਰਾਂ ਦੇ, ਕੀ ਇਹ ਸਿੱਖੀ ਦੀ ਡੈਫੀਨੇਸ਼ਨ ਹੈ ਸੀ? ਸਿੱਖੀ ਦੀ ਮੈਂ ਇੱਕ ਦਿਨ ਗੱਲ ਕਹੀ ਸੀ ਕਿ ਲੀਡਰ ਸਿਆਸਤ ਇੰਨੀ ਗੰਦੀ ਹੋ ਗਈ ਹੈ ਕਿ ਤੁਹਾਨੂੰ ਵੋਟਾਂ ਮੰਗਣ ਲਈ ਇਹ ਦੱਸਣਾ ਪਵੇ ਕਿ ਮੈਂ ਤੁਹਾਡੇ ਧਰਮ ਨੂੰ ਮੰਨਦਾ। ਧਿਆਨ ਨਾਲ ਸੁਣਿਓ। ਮੰਨ ਲਓ ਇੱਕ ਸਿੱਖ ਲੀਡਰ ਹੈ, ਉਹ ਕਹਿੰਦਾ ਮੈਂ ਲੀਡਰ ਵਾਂ, ਪਰ ਲੀਡਰ ਮੈਂ ਸਾਰਿਆਂ ਦਾ ਵਾਂ, ਪਰ ਮੇਰਾ ਇਸ਼ਟ ਅਕਾਲ ਪੁਰਖ ਹੈ। ਧਿਆਨ ਨਾਲ ਸੁਣਿਓ। ਹੁਣ ਮੰਨ ਲਓ ਇੱਕ ਸਿੱਖ MLA, ਇੱਕ ਸਿੱਖ MP ਬਣ ਜਾਂਦਾ, ਉਹ ਕਹਿੰਦਾ ਮੇਰਾ ਅਕੀਦਾ ਗੁਰੂ ਗ੍ਰੰਥ ਸਾਹਿਬ ਤੇ ਮੰਨਦਾ ਅਕਾਲ ਪੁਰਖ ਨੂੰ ਆ, ਪਰ ਜਿਸ ਕੰਮ ਲਈ ਤੁਸੀਂ ਮੈਨੂੰ MP ਬਣਾਇਆ ਨਾ, ਉਹ ਸਹੂਲਤ ਹਿੰਦੂ ਮੁਸਲਮਾਨ ਜਿਹੜੇ ਵੀ ਮੇਰੇ ਇਲਾਕੇ 'ਚ ਆਉਣਗੇ, ਜਿੰਨਾ ਮੇਰਾ ਹਲਕਾ ਹੈ ਉਹਨੂੰ ਸਹੂਲਤਾਂ ਬਰਾਬਰ ਮਿਲਣਗੀਆਂ। ਪਰ ਮੈਂ ਤੁਹਾਨੂੰ ਖੁਸ਼ ਕਰ ਲਈ ਇਹ ਨਹੀਂ ਕਹੋ ਕਿ ਮੈਂ ਤੁਹਾਡੇ ਉੱਥੇ ਵੀ ਮੱਥਾ ਟੇਕਾਂ, ਉੱਥੇ ਵੀ ਮੱਥਾ ਟੇਕਾਂ। ਮੈਂ ਜਿਸ ਕੰਮ ਲਈ MLA MP ਮੁੱਖ ਮੰਤਰੀ PM ਬਣਿਆ, ਮੇਰੇ ਤੁਸੀਂ ਕੰਮਾਂ 'ਚ ਨੁਕਸ ਕੱਢ ਕੇ ਵਿਖਾਓ। ਤੇ ਜਿਹੜੇ ਲੋਕਾਂ ਨੂੰ ਨਾਟਕ ਕਰਨਾ ਪੈਂਦਾ ਨਾ, ਮੈਂ ਤੁਹਾਡੇ ਵਰਗਾ ਹੀ ਹਾਂ ਵੀ ਉੱਥੇ ਜਾਗਰਣ ਹੋਇਆ, ਉੱਥੇ ਚਲਾ ਗਿਆ, ਸਮਝ ਲਓ ਉਹਨਾਂ ਨੂੰ ਇਹ ਪਤਾ ਵੀ ਅਸੀਂ ਲੋਕਾਂ ਦੇ ਕੰਮ ਤਾਂ ਕੀਤੇ ਕੋਈ ਨਹੀਂ। ਇੱਦਾਂ ਹੀ ਲੋਕਾਂ ਨੂੰ ਮਹਿਸੂਸ ਕਰਾਈਏ ਕਿ ਭਾਈ ਮੈਂ ਤੁਹਾਡੇ ਵਰਗਾ, ਮੈਂ ਵੀ ਤੁਹਾਡੇ ਇਸ਼ਟ ਨੂੰ ਮੰਨਦਾ। ਇਹ ਸਿੱਖੀ ਨਹੀਂ ਸੀ। ਨਾ 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 ਨਾ। ਭਾਈ ਕਾਨ ਸਿੰਘ ਨਾਭਾ ਜੀ ਦਾ ਤੁਸੀਂ ਕਵਿਤ ਪੜ੍ਹ ਕੇ ਵੇਖੋ। ਉਹ ਕਹਿੰਦੇ ਕਮਲ ਜਿਉਂ ਮਾਇਆ ਜਲ ਵਿੱਚ ਹੈ ਅਲੇਪ ਸਦਾ। ਕਮਲ ਫੁੱਲ ਰਹਿੰਦਾ ਚਿੱਕੜ 'ਚ ਹੈ, ਪਰ ਆਪਣੇ ਪੱਤਿਆਂ ਨੂੰ ਚਿੱਕੜ ਤੋਂ ਬਚਾ ਕੇ ਰੱਖਦਾ। ਕਮਲ ਜਿਉਂ ਮਾਇਆ ਜਲ ਵਿੱਚ ਹੈ ਅਲੇਪ ਸਦਾ, ਸਭ ਦਾ ਸਨੇਹੀ ਚਾਲ ਸਭ ਤੋਂ ਨਿਰਾਲੀ ਹੈ। ਉਹ ਪਿਆਰ ਸਾਰਿਆਂ ਨਾਲ ਕਰਦਾ, ਪਰ ਪੱਤੇ ਨੂੰ ਚਿੱਕੜ ਤੋਂ ਬਚਾ ਕੇ ਰੱਖਦਾ। ਕਮਲ ਫੁੱਲ ਰਹਿੰਦਾ ਚਿੱਕੜ 'ਚ ਹੈ, ਪਰ ਪੱਤਿਆਂ ਨੂੰ ਚਿੱਕੜ ਤੋਂ ਬਚਾ ਕੇ ਰੱਖਦਾ। ਕਮਲ ਜਿਉਂ ਮਾਇਆ ਜਲ ਵਿੱਚ ਹੈ ਅਲੇਪ ਸਦਾ, ਸਭ ਦਾ ਸਨੇਹੀ ਚਾਲ ਸਭ ਤੋਂ ਨਿਰਾਲੀ ਹੈ। ਆਹ ਸਿੱਖ ਦੀ ਡੈਫੀਨੇਸ਼ਨ ਹੈ। ਕਰਕੇ ਕਮਾਈ ਖਾਵੇ। ਸਿੱਖ ਦਾ ਪਹਿਲਾ ਗੁਣ ਹੈ ਉਹ ਆਪਣੀ ਕਿਰਤ ਕਰਕੇ ਖਾਵੇ, ਮਿਹਨਤ ਕਸ਼ ਹੋਵੇ। ਐਦਾਂ ਹੱਥ 'ਚ ਠੂਠਾ ਫੜ ਕੇ ਦਰ ਦਰ 'ਤੇ ਮੰਗੇ ਨਾ, ਭੀਖ ਨਾ ਮੰਗੇ। ਕਰਕੇ ਕਮਾਈ ਖਾਵੇ
ਤੇ ਮੰਗਣਾ ਹਰਾਮ ਜਾਣੇ, ਉਹਦੇ ਵਾਸਤੇ ਮੰਗ ਕੇ ਖਾਣਾ ਹਰਾਮ ਹੋਵੇ। ਭਾਣੇ ਵਿੱਚ ਬਿਪਤਾ ਨੂੰ ਮੰਗੇ ਖੁਸ਼ਹਾਲੀ ਹੈ। ਵੱਡੀ ਤੋਂ ਵੱਡੀ ਬਿਪਤਾ ਪੈ ਜਾਏ, ਉਹਦੇ ਭਾਣਾ ਮੰਨ ਕੇ ਉਸ ਬਿਪਤਾ ਨੂੰ ਆਪਣੇ ਖਿੜੇ ਮੱਥੇ ਪ੍ਰਵਾਨ ਕਰੇ ਤੇ ਨਜਿੱਠੇ ਬਿਪਤਾ ਲਈ ਆਪਣੀ ਤਿਆਰੀ ਰੱਖੇ। ਭਾਣੇ ਵਿੱਚ ਬਿਪਤਾ ਨੂੰ ਮੰਨੇ ਖੁਸ਼ਹਾਲੀ ਹੈ। ਕਹਿੰਦੇ ਸਵਾਰਥ ਤੋਂ ਬਿਨਾਂ ਗੁਰਦੁਆਰਿਆਂ ਦਾ ਚੌਂਕੀਦਾਰ, ਕੀ ਲਿਖਿਆ ਜੀ? ਸਵਾਰਥ ਤੋਂ ਬਿਨਾਂ ਗੁਰਦੁਆਰਿਆਂ ਦਾ, ਬਿਨਾਂ ਗਰਜ ਤੋਂ ਗੁਰਦੁਆਰੇ ਦਾ ਚੌਂਕੀਦਾਰ ਬਣ ਕੇ ਰਵੇ। ਭਾਵੇਂ ਪ੍ਰਚਾਰਕ ਹੈ, ਭਾਵੇਂ ਰਾਗੀ ਹੈ, ਭਾਵੇਂ ਢਾਡੀ ਹੈ, ਭਾਵੇਂ ਕਵੀਸ਼ਰ ਹੈ, ਭਾਵੇਂ ਪ੍ਰਧਾਨ ਹੈ, ਭਾਵੇਂ ਖਜ਼ਾਨਚੀ ਹੈ, ਜੋ ਵੀ ਹੈ, ਅਸੀਂ ਸਾਰੇ ਕੌਣ ਆ? ਗੁਰਦੁਆਰੇ ਦੇ, ਉੱਚੀ ਬੋਲੋ, ਚੌਂਕੀਦਾਰ। ਤੇ ਮਾਲਕ ਕੌਣ ਹੈ? ਧੰਨ ਸ੍ਰੀ ਗੁਰੂ। ਸਵਾਰਥ ਤੋਂ ਬਿਨਾਂ ਗੁਰਦੁਆਰਿਆਂ ਦਾ ਚੌਂਕੀਦਾਰ ਤੇ ਧਰਮ ਤੇ ਜੰਗ ਲਈ ਚੜ੍ਹੇ ਮੁਖ ਲਾਲੀ ਹੈ। ਕਿਤੇ ਬਿਪਤਾ ਪੈ ਜਾਏ ਤੈਨੂੰ ਲਾਲੀਆਂ ਭਖਣ ਚਾਹ ਚੜ੍ਹੇ ਕਿ ਹੁਣ ਮੈਂ ਪਿੱਛੇ ਨਹੀਂ ਹਟਾਂਗਾ। ਪੂਜੇ ਨਾ ਅਕਾਲ ਬਿਨ ਹੋਰ ਕੋਈ ਦੇਵੀ ਦੇਵ, ਪੂਜੇ ਨਾ ਅਕਾਲ ਬਿਨ, ਸਾਰੇ ਪਿੱਛੇ ਪਿੱਛੇ ਬੋਲੋ, ਪੂਜੇ ਨਾ ਅਕਾਲ ਬਿਨ ਹੋਰ ਕੋਈ। ਕੌਣ ਹੈ? ਸਿੱਖ ਦਸ਼ਮੇਸ਼ ਦਾ ਸੋ ਕਹੀਏ ਅਕਾਲੀ ਹੈ। ਉਹ ਸਿੱਖ ਦਸ਼ਮੇਸ਼ ਦਾ, ਉਹਨੂੰ ਅਕਾਲੀ ਕਹਿੰਦੇ ਸੀ। ਇਹ ਅਕਾਲੀ ਦੀ ਡੈਫੀਨੇਸ਼ਨ ਸੀ। ਅਕਾਲੀ ਮੀਨਿੰਗ ਕੌਣ ਸੀ? ਜਿਹੜਾ ਇੱਕ ਅਕਾਲ ਨੂੰ ਮੰਨਦਾ ਹੈ। ਇਹ ਸ਼ਬਦ ਪੁਰਾਣਾ ਆਪਣੇ ਨਾਲ ਜੁੜਿਆ ਸੀ। ਆਪਣੇ ਬਜ਼ੁਰਗ ਅਕਾਲੀ ਕਿਉਂ ਖਵਾਉਂਦੇ ਸੀ? ਕਹਿੰਦੇ ਅਸੀਂ ਅਕਾਲੀ ਹਾਂ। ਕਿਉਂ? ਅਸੀਂ ਅਕਾਲ ਨੂੰ ਮੰਨਣ ਵਾਲੇ ਹਾਂ। ਅਸੀਂ ਇੱਕ ਅਕਾਲ ਦੇ ਉਪਾਸਕ ਹਾਂ ਭਾਈ। ਇਹ ਸਿਆਸੀ ਪਾਰਟੀ ਤੇ ਬਾਅਦ ਦੀਆਂ ਗੱਲਾਂ ਨੇ, ਪਰ ਅਕਾਲੀ ਸ਼ਬਦ ਬੜੇ ਮਾਣ ਵਾਲਾ ਸ਼ਬਦ ਸੀ। ਪਰ ਅੱਜ ਰਹਿਣ ਦਿੱਤਾ। ਬੋਲੋ ਭਾਈ, ਅੱਜ ਰਹਿ ਗਿਆ। ਅੱਜ ਵੋਟਾਂ ਬਦਲੇ ਕਿੱਥੇ ਕਿੱਥੇ ਜਾ ਕੇ ਸਮਝੌਤੇ ਕੀਤੇ ਜਾ ਰਹੇ ਨੇ। ਤੋ ਖੈਰ, ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ, ਗੁਰੂ ਸਾਹਿਬ ਜੀ ਇੱਥੇ ਜਿਹੜੀ ਗੱਲ ਕਰ ਰਹੇ ਬਾ ਕਮਾਲ ਹੈ। ਕਿੰਨੇ ਪਿਆਰ ਨਾਲ ਸਾਨੂੰ ਸਮਝਾਉਂਦੇ ਨੇ, ਬੰਦਿਆ ਸਮਝ ਵਿਚਾਰ ਆਪਣੀ ਜ਼ਿੰਦਗੀ 'ਚ ਲੈ ਕੇ ਆ, ਜ਼ਿੰਦਗੀ ਨੂੰ ਖੂਬਸੂਰਤ ਬਣਾ। ਨਾਨਕ ਨਾਮ ਵਿਟੋਂ ਕੁਰਬਾਨ, ਅੰਧੀ ਦੁਨੀਆ ਸਹਿਬ ਜਾਣ। ਦੁਨੀਆ ਹਨੇਰੇ 'ਚ ਠੋਕਰਾਂ ਖਾ ਰਹੀ ਆ। ਜੇ ਤੂੰ ਜ਼ਿੰਦਗੀ ਵਿੱਚ ਸਹੀ ਰਸਤਾ ਚੁਣਨਾ ਚਾਹੁੰਦਾ ਤੇ ਗੁਰੂ ਕੋਲੋਂ ਰੌਸ਼ਨੀ ਲੈ ਲਾ। ਗੁਰੂ ਤੇਰਾ ਰਾਹ ਵਿਖਾਏਗਾ। ਗੁਰੂ ਤੈਨੂੰ ਭੁੱਲਿਆਂ ਨੂੰ, ਭਟਕਿਆਂ ਨੂੰ, ਕੁਰਾਏ ਪਿਆਂ ਨੂੰ ਸਿੱਧੇ ਰਸਤੇ ਤੇ ਪਾਏਗਾ। ਤੋ ਪਾਤਸ਼ਾਹ ਜੀ ਕਹਿੰਦੇ ਨੇ ਤਾਲ ਮਦੀਰੇ, ਤਾਲ ਦਾ ਅਰਥ ਹੈ ਛੈਣੇ ਤੇ ਮਦੀਰੇ ਦਾ ਅਰਥ ਹੈ ਘੁੰਗਰੂ। ਤਾਲ ਮਦੀਰੇ ਘਟ ਕੇ ਘਾਟ, ਇਹਨੂੰ ਬਾਣੀ 'ਚ ਆਖਿਆ ਸੰਕਲਪ ਤੇ ਵਿਕਲਪ। ਸੰਕਲਪ ਵਿਕਲਪ ਕੀ ਹੁੰਦੇ ਆ? ਤੁਸੀਂ ਇੱਥੇ ਬੈਠੇ ਜੇ, ਤੁਹਾਡੇ ਬੈਠਿਆਂ ਬੈਠਿਆਂ ਦਿਮਾਗ 'ਚ ਇੱਕ ਵਿਚਾਰ ਬਣਿਆ ਵੀ ਮੈਂ ਵੀ ਹੁਣ ਕੱਲ੍ਹ ਤੋਂ ਸਹਿਜ ਪਾਠ ਸ਼ੁਰੂ ਕਰ ਦੇਣਾ। ਇਹ ਕੀ ਆ? ਸੰਕਲਪ। ਵਿਚਾਰ ਬਣਿਆ ਤੁਹਾਡੇ ਅੰਦਰ ਵੀ ਮੈਂ ਵੀ ਹੁਣ ਗੁਰਬਾਣੀ ਪੜ੍ਹਨੀ ਸ਼ੁਰੂ ਕਰ ਦੇਣੀ। ਵਿਚਾਰ ਬਣ ਗਿਆ। ਅਗਲੇ ਦਿਨ ਪੋਥੀ ਨੂੰ ਹੱਥ ਪਾਉਣ ਲੱਗੇ, ਪਾਠ ਕਰਨ ਲੱਗੇ। ਮਨ 'ਚ ਆਇਆ ਉਹ ਇੱਕ ਦਿਨ ਕਰਨਾ, ਮੁੜ ਕੇ ਹੋਣਾ ਨਹੀਂ, ਐਵੇਂ ਪਾਪ ਲੱਗੂ, ਇਹਦੇ ਨਾਲੋਂ ਰਹਿਣ ਹੀ ਦੇ। ਸੰਕਲਪ ਵਿਕਲਪ। ਵਿਚਾਰ ਬਣਿਆ, ਟੁੱਟ ਗਿਆ। ਵਿਚਾਰ ਬਣਿਆ, ਟੁੱਟ ਗਿਆ। ਨਸ਼ੇੜੀ ਬੰਦੇ ਨਾਲ ਵੀ ਇੰਝ ਹੀ ਹੁੰਦਾ। ਜਦੋਂ ਤੁਸੀਂ ਸਮਝਾਉਂਦੇ ਆ, ਪੱਕਾ ਕਰ ਲੈਂਦਾ ਮਨ ਆਪਣਾ, ਹੁਣ ਅੱਜ ਤੋਂ ਬਾਅਦ ਨਸ਼ਾ ਨਹੀਂ ਕਰਨਾ। ਜਦੋਂ ਉਹਦੇ ਸਾਹਮਣੇ ਕੋ ਰੱਖਦਾ, ਉਹ ਵਿਚਾਰ ਫੇਰ ਟੁੱਟ ਜਾਂਦੀ। ਫਿਰ ਇੱਦਾਂ ਕਹਿਣਗੇ ਤੂੰ ਤਾਂ ਸਹੁੰ ਪਾਈ ਸੀ। ਉਹ ਪਾਈ ਸੀ, ਅਗਲੇ ਧੱਕਾ ਕੀਤਾ ਮੇਰੇ ਨਾਲ। ਉਹ ਮੈਨੂੰ ਕਹੀ ਗਏ ਬਾਰ ਬਾਰ ਮੈਨੂੰ ਕਹਿਤਾ। ਫਿਰ ਮੇਰਾ ਮਨ ਕਰ ਆਇਆ, ਫਿਰ ਮੈਂ ਕੀ ਕਰਦਾ। ਹੁਣ ਤੁਸੀਂ ਵੇਖੋ, ਗੁਰੂ ਸਾਹਿਬ ਇੱਥੇ ਕਹਿੰਦੇ ਤਾਲ ਮਦੀਰੇ ਘਟ ਕੇ ਘਾਟ, ਦੋਲਕ ਦੁਨੀਆ ਵਾਜੇ ਵਾਜ। ਕਹਿੰਦੇ ਬੰਦੇ ਦੇ ਅੰਦਰ ਸੰਕਲਪ ਤੇ ਵਿਕਲਪ ਦੇ ਛੈਣੇ ਤੇ ਘੁੰਗਰੂ ਵੱਜ ਰਹੇ ਆ। ਅੰਦਰ ਵਿਚਾਰ ਬਣਦਾ ਟੁੱਟਦਾ ਵਾ, ਵਿਚਾਰ ਬਣਦਾ ਵਾ ਟੁੱਟਦਾ ਵਾ। ਪਰੇਸ਼ਾਨ ਬੰਦਾ ਹੁੰਦਾ ਅੰਦਰੋਂ, ਤੇ ਬਹਾਨੇ ਲਾਉਂਦਾ ਮੈਨੂੰ ਉਹਨੇ ਦੁਖੀ ਕੀਤਾ। ਜਿੰਨੇ ਵੀ ਬੰਦੇ ਅੱਜ ਜ਼ਿੰਦਗੀ 'ਚ ਦੁਖੀ ਆ ਨਾ, ਇਹ ਪਰੇਸ਼ਾਨ ਆਪਣੀ ਜ਼ਿੰਦਗੀ 'ਚੋਂ ਖੁਦ ਹੁੰਦੇ ਆ। ਤੇ ਬਹਾਨਾ ਲੱਭਦਾ ਕੋਈ ਨਹੀਂ ਵੀ ਇਹ ਦੋਸ਼ ਮੜੀਏ ਕਿਹਦੇ ਮੱਥੇ। ਕਹਿੰਦਾ ਮੈਂ ਸਾਰਾ ਕਸੂਰ ਉਹਦਾ, ਉਹਨੇ ਮੈਨੂੰ ਦੁਖੀ ਕੀਤਾ। ਹੁਣ ਇੱਕ ਸੌਖੀ ਗੱਲ ਸੁਣਿਓ, ਜੇ ਤੁਸੀਂ ਦੁਖੀ ਨਹੀਂ ਨਾ ਹੋਣਾ ਚਾਹੁੰਦੇ, ਤੁਹਾਨੂੰ ਦੁਨੀਆ ਦੀ ਕੋਈ ਤਾਕਤ ਦੁਖੀ ਨਹੀਂ ਕਰ ਸਕਦੀ। ਜੇ ਤੁਸੀਂ ਦੁਖੀ ਨਹੀਂ ਹੋਣਾ ਚਾਹੁੰਦੇ ਤੇ ਜੇ ਤੁਸੀਂ ਸੁਖੀ ਨਹੀਂ ਹੋਣਾ ਚਾਹੁੰਦੇ ਤੇ ਤੁਹਾਨੂੰ ਦੁਨੀਆ ਦੀ ਕੋਈ ਤਾਕਤ ਸੁਖੀ ਨਹੀਂ ਕਰ ਸਕਦੀ। ਇਹਦਾ ਮਤਲਬ ਸਾਰਾ ਕੁਝ ਬੰਦੇ ਨਾਲ ਖੁਦ ਤੇ ਜੁੜਿਆ ਹੋਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਅੰਦਰੋਂ ਸੁਖੀ ਨੇ, ਅੰਦਰੋਂ ਖਿੜੇ ਹੋਏ ਨੇ। ਸਮੇਂ ਦੀਆਂ ਸਰਕਾਰਾਂ ਨੇ ਕਿਹੜਾ ਜ਼ੋਰ ਨਹੀਂ ਲਾਇਆ, ਪਰ ਪਾਤਸ਼ਾਹ ਦੇ ਚਿਹਰੇ ਦਾ ਵਿਗਾਸ ਨਹੀਂ ਦੂਰ ਕਰ ਸਕੇ। ਖੇੜਾ ਉੱਦਾਂ ਬਰਕਰਾਰ ਰਿਹਾ। ਅਸੀਂ ਮਾੜੀਆਂ ਮਾੜੀਆਂ ਗੱਲਾਂ 'ਤੇ ਕਿਉਂ ਪਰੇਸ਼ਾਨ ਆ? ਕਿਉਂਕਿ ਸਾਡੀ ਖੁਸ਼ੀਆਂ ਜਿਹੜੀਆਂ ਨੇ ਨਾ, ਨਿਰਭਰ ਆ ਕਿਸੇ 'ਤੇ ਵੀ ਆਹ ਚੀਜ਼ ਮਿਲ ਗਈ ਤਾਂ ਮੈਂ ਖੁਸ਼ ਹਾਂ, ਨਾ ਮਿਲੀ ਤਾਂ ਮੈਂ ਉਦਾਸ ਹਾਂ। ਪਾਤਸ਼ਾਹ ਕਹਿੰਦੇ ਤਾਲ ਮਦੀਰੇ ਘਟ ਕੇ ਘਾਟ,
ਦੌਲਤ ਦੁਨੀਆ ਵਾਜੇ ਵਾਜ। ਕਹਿੰਦੇ ਦੁਨੀਆ ਜਿਹੜੀ ਆ ਨਾ ਇਹ ਨੱਚ ਰਹੀ ਆ। ਕਿੱਦਾਂ? ਨਾਰਦ ਨਾਚੇ ਕਲ ਕਾ ਭਾਉ। ਨਾਰਦ ਮੁਨੀ ਦਾ ਨਾਮ ਸੁਣਿਆ ਹੋਣਾ ਆਪਾਂ ਸਾਰਿਆਂ ਨੇ। ਨਾਰਦ ਮੁਨੀ ਕਿਹੜੇ ਕੰਮ 'ਚ ਮਸ਼ਹੂਰ ਸੀ ਭਲਾ? ਬੋਲੋ। ਹਾਂਜੀ, ਚੁਗਲੀ, ਲੜਾਈ। ਨਾਰਦ ਮੁਨੀ ਇਹੋ ਨਾ, ਕੋਈ ਬੰਦਾ ਲੜਾਈ ਕਰਦਾ ਹੋਵੇ, ਚੁਗਲੀ ਇੱਧਰੋਂ ਇੱਧਰ, ਇਹ ਬੰਦਾ ਨਾਰਦ ਮੁਨੀ ਆ ਭਾਈ, ਇਹਨੂੰ ਘਰ ਨਾ ਵਾੜਿਆ ਕਰੋ। ਇੱਦਾਂ ਹੀ ਆ ਨਾ। ਤੇ ਇੱਥੇ ਗੁਰੂ ਸਾਹਿਬ ਨਾਰਦ ਮੁਨੀ ਪਤਾ ਕਿਹਨੂੰ ਕਹਿੰਦੇ ਆ? ਕਹਿੰਦੇ ਜਿਹੜਾ ਮਨ ਸੱਚ ਤੋਂ ਸਖਣਾ ਉਹ ਮਨ ਨਾਰਦ ਮੁਨੀ ਆ। ਜਿਹੜਾ ਮਨ ਸੱਚ ਤੋਂ ਸਖਣਾ ਵਾ, ਬਾਣੀ ਦੀ ਵਿਚਾਰ ਤੋਂ ਸਖਣਾ ਵਾ, ਉਹ ਮਨ ਕੀ ਆ? ਨਾਰਦ ਮੁਨੀ। ਅੱਛਾ, ਇਹੋ ਜਿਹੇ ਨਾਰਦ ਮੁਨੀ ਤੁਸੀਂ ਵੇਖਿਆ, ਨਾਲੇ ਅਗਲੇ ਘਰੋਂ ਚਾਹ ਦਾ ਕੱਪ ਪੀ ਆਉਣਾ ਤੇ ਨਾਲੇ ਮਾੜੀ ਮਾੜੀ ਚਵਾਤੀ ਲਾਈ ਜਾਣੀ। ਤੇ ਚਾਹ ਪੀ ਕੇ ਜੇ ਘਰੋਂ ਬਾਹਰ ਨਿਕਲਣਾ ਤੇ ਮਗਰੋਂ ਪਿਓ ਪੁੱਤ ਲੜ ਪੈਂਦੇ ਆ। ਆਉਂਦੇ ਇਹਨਾਂ ਨੂੰ ਬੈਠਿਆਂ ਬੈਠੇ ਨੂੰ ਕੀ ਹੋਇਆ? ਇਹਨਾਂ ਨੇ ਪਤਾ ਵੀ ਉਹ ਚਵਾਤੀ ਲਾ ਕੇ ਤੇ ਗਾਂਹ ਗਿਆ। ਮਾਫ਼ ਕਰਨਾ, ਕਈ ਬੀਬੀਆਂ ਇੱਦਾਂ ਦੀਆਂ ਹੋਣਗੀਆਂ, ਨਾਲੇ ਅਗਲੇ ਘਰੋਂ ਚਾਹ ਦਾ ਕੱਪ ਪੀ ਆਉਣੀਆਂ ਤੇ ਨਾਲੇ ਆਪਣੀ ਨੂੰਹ ਸੇਵਾ ਨਹੀਂ ਕਰਦੀ, ਅਗਲੇ ਘਰ ਜਾ ਕੇ ਨਾ ਮਾੜੀ ਮੋਟੀ ਇਹਨੂੰ ਵੀ ਗੰਢੇ ਦੇ ਦਿਆ ਕਰੋ ਛਿੱਲਣ ਲਈ। ਇਹ ਬੈਠੀ ਰਹਿੰਦੀ ਆ ਵੀ ਜਾਨੀ ਕੋਲ ਮੇਰੀਆਂ ਨੂੰਹਾਂ ਨੇ ਢੇਰ ਲਾਇਆ, ਇਹਨੂੰ ਇਹਦੇ ਕੋਲ ਵੀ ਮਾੜਾ ਮੋਟ ਲਾਓ ਕੰਮ। ਅਗਲੇ ਨੂੰ ਲੈਣ ਦਿਓ ਨੰਦ। ਕਿਸੇ ਦੇ ਘਰ ਜਾ ਕੇ ਜਿੱਦਾਂ ਦਾ ਉਹ ਕਰਦਾ, ਉਹ ਫਿਰ ਹੌਲੀ ਹੌਲੀ ਹਿਸਾਬ ਲਾ ਲੈਂਦੀਆਂ ਉਹ ਵੀ ਬੀਬੀਆਂ ਵੀ ਭਾਈ ਵੇਖੋ, ਨਾਲੇ ਚਾਹ ਪੀ ਗਈ ਤੇ ਨਾਲੇ ਹੌਲੀ ਹੌਲੀ ਫੂਕ ਮਾਰ ਮਾਰ ਕੇ ਅੱਗ ਧੁਖਦੀ ਸੀ ਤੇ ਨਾਲੇ ਅੱਗ ਧੁਖਾ ਗਈ। ਇਹ ਕਹਿਣਾ ਬੜਾ ਸੌਖਾ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਜੇ ਸਾਨੂੰ ਸਾਰਿਆਂ ਦਾ ਭਲਾ ਕਰਨਾ ਆ ਜਾਏ ਨਾ, ਉਹ ਪੁਰਾਣੇ ਸਮੇਂ 'ਚ ਪੰਚਾਇਤਾਂ ਵੀ ਹੁੰਦੀਆਂ ਸੀ ਵੀ ਜੇ ਕਿਸੇ ਦੇ ਘਰ ਲੜਾਈ ਪੈਣੀ ਤੇ ਆਪਾਂ ਕਹਿਣਾ ਵੀ ਭਾਈ 4 ਬੰਦੇ ਇਕੱਠੇ ਕਰੋ ਤੇ ਲੜਾਈ ਨਿਬੜ ਜੇ। ਅੱਜ ਤਾਂ ਬੰਦਾ ਸਵਾਦ ਲੈਂਦਾ, ਟਾਵੇਂ ਬੰਦੇ ਆ ਜਿਹੜੇ ਕਿਸੇ ਦੇ ਘਰ ਜਾ ਕੇ ਲੜਾਈ ਮੁਕਾਉਣ ਦੀ ਕੋਸ਼ਿਸ਼ ਕਰਦੇ ਆ। ਨਹੀਂ ਤੇ ਖੁਸ਼ੀ ਲੈਂਦਾ ਬੰਦਾ ਅੰਦਰੋਂ। ਪਤਾ ਕਿੱਦਾਂ ਖੁਸ਼ੀ? ਪਤਾ ਕਿੱਦਾਂ ਲੈਂਦਾ? ਹੁਣ 2 ਭਰਾ ਲੜ ਰਹੇ ਆ, ਉਹਨਾਂ ਫੁੱਫੜ ਨੂੰ ਫੋਨ ਲਾਇਆ ਵੀ ਫੁੱਫੜਾ ਤੇਰੇ ਬਿਨਾਂ ਗੱਲ ਨਹੀਂ ਬਣਨੀ। ਫੁੱਫੜ ਆ ਗਿਆ, ਉਹਨੇ ਕਾਰ ਕੀਤੀ ਸਟਾਰਟ, ਭੂਆ ਨੂੰ ਬਿਠਾਇਆ ਨਾਲ ਵੀ ਚਲੋ ਪਹੁੰਚ ਗਏ ਜੀ। ਉਹਨੇ ਦੋਵੇਂ ਇੱਦਾਂ ਵੱਖਰੇ ਵੱਖਰੇ ਭਤੀਜੇ ਕਰ ਲਏ। ਉਹਨੂੰ ਪੁੱਛਿਆ ਕਿੱਦਾਂ, ਕਿਹੜਾ ਹਿੱਸਾ ਲੈਣਾ ਤੂੰ? ਆਂਦਾ ਪਹਿਲੀ ਗੱਲ ਤੂੰ ਕੋਸ਼ਿਸ਼ ਕਰ ਵੀ ਤੂੰ ਫੁੱਫੜ ਆ, ਇਹਨਾਂ ਨੂੰ ਸਮਝਾ ਵੀ ਜਿਹੜੇ ਹੋਰ 2-4 ਇਕੱਠੇ ਰਹੋ, ਤੁਹਾਡੇ ਨਿਆਣੇ ਵਿਆਹੇ ਜਾਣ। ਉਹ ਪਰਾਂ ਜਾ ਕੇ ਕਹਿੰਦਾ ਤੁਹਾਡੀ ਗੱਲ ਬਣਨੀ ਕੋਈ ਨਹੀਂ ਹੈਗੀ, ਤੂੰ ਹਿੱਸਾ ਕਿਹੜਾ ਲੈਣਾ ਇਹ ਦੱਸ, ਬੰਬੀ ਕਿਹੜੀ ਲੈਣੀ? ਉਹਨੂੰ ਉਧਰ ਪਾਠ ਪੜ੍ਹਾ ਲਿਆ, ਇਹਨੂੰ ਇੱਧਰ ਪਾਠ ਪੜ੍ਹਾ ਲਿਆ ਤੇ ਪਾਪਾ ਜੀ ਨੂੰ ਵਿਚਕਾਏ ਬਿਠਾ ਕੇ ਪਤਾ ਕੀ ਆਂਦਾ? ਕਹਿੰਦਾ ਜ਼ੋਰ ਬੜਾ ਲਾਇਆ ਪਰ ਨਿਆਣੇ ਮੰਨਦੇ ਕੋਈ ਨਹੀਂ ਜੇ। ਜ਼ੋਰ ਮੈਂ ਪੂਰਾ ਲਾਇਆ ਪਰ ਨਿਆਣੇ। ਹੁਣ ਜੇ ਉਹ ਦੋਵੇਂ ਭਰਾ ਮੀਟਿੰਗ ਕਰ ਲੈਣ ਇੱਦਾਂ, ਜਿੱਦਾਂ ਬਾਬੇ ਨਾਮ ਨਹੀਂ ਦਿੰਦੇ ਵੀ ਤੈਨੂੰ ਮੈਂ ਨਾਮ ਦੇਤਾ ਗਾਹ ਨਾ ਦੱਸੀ। ਜੇ ਉਹ ਪਤੀ ਪਤਨੀ ਸ਼ਾਮਾਂ ਨੂੰ ਆਣ ਕੇ ਇੱਕ ਦੂਜੇ ਨਾਲ ਸਾਂਝ ਕਰ ਲੈਣ ਵੀ ਤੈਨੂੰ ਕਿਹੜਾ ਨਾਮ ਦਿੱਤਾ, ਮੈਨੂੰ ਆ ਤੇ ਮੈਨੂੰ ਵੀ ਤਾਂ ਖਸਮਾਂ ਨੂੰ ਇਹੋ ਹੀ ਦਿੱਤਾ ਉਹਨਾਂ, ਵੀ ਆਪਾਂ ਕਿਉਂ ਝੁੱਡੂ ਬਣ ਗਏ ਦੋਵੇਂ ਜੀ। ਹੁਣ ਜੇ ਦੋਵੇਂ ਪਤੀ ਪਤਨੀ ਸ਼ਾਮਾਂ ਨੂੰ ਇਹਦਾ ਘਰ ਬਹਿ ਕੇ ਗੱਡੀ 'ਚ ਆਉਂਦਿਆਂ ਪੁੱਛਦੇ ਸਰਦਾਰ ਜੀ ਤੁਹਾਨੂੰ ਕਿਹੜਾ ਨਾਮ ਦਿੱਤਾ? ਆ ਤੇ ਇਹੋ ਹੀ ਮੈਨੂੰ ਦਿੱਤਾ ਉਹਨਾਂ ਨੇ ਨਾਮ। ਉਹ ਆਂਦੇ ਤੁਹਾਨੂੰ ਸਹੁੰ ਰੱਬ ਦੀ ਦੱਸਿਓ ਨਾ, ਨਾਮ ਕੰਨ 'ਚ ਦਿੱਤਾ ਜੇ, ਇਹ ਅੱਗੇ ਨਾ ਦੱਸਿਓ। ਪਰ ਸਾਡਾ ਬਾਪੂ ਕਹਿੰਦਾ ਜੇ ਤੈਨੂੰ ਇਹ ਨਾਮ ਦਿੱਤਾ ਤੇ ਕੋਠੇ ਚੜ੍ਹ ਕੇ ਰੌਲਾ ਪਾ, ਖਾਵੇਂ ਖਰਚੇ ਰਣ ਮੈਨੂੰ ਭਾਈ ਤੋਟ ਨਾ ਆਵੇ ਵਾਧੋ ਜਾਈ। ਬਾਬੇ ਕਬੀਰ ਜੀ ਨੇ ਆਖਿਆ ਕੋਠਰੇ ਮੈਂ ਕੋਠਰੀ ਪਰਮ ਕੋਠੀ ਵਿਚਾਰ, ਗੁਰ ਦੀਨੀ ਬਸਤ ਕਬੀਰ ਕੋ ਲੇਵੋ ਵਸਤ ਸੰਭਾਰ। ਆ ਵਸਤੂ ਲੱਲਾ ਸੰਭਾਲ ਕੇ ਰੱਖ। ਭਗਤ ਕਬੀਰ ਜੀ ਕਹਿੰਦੇ ਜੇ ਮੈਨੂੰ ਮਿਲੀ ਆ ਮੈਂ ਕੋਲ ਥੋੜਾ ਰੱਖੂ, ਕਬੀਰ ਦੀ ਸੰਸਾਰ ਕੋ। ਭਗਤ ਕਬੀਰ ਜੀ ਕਹਿੰਦੇ ਮੈਂ ਡੇਰੇਦਾਰ ਹਾਂ ਕੋਈ ਵੀ ਮੈਂ ਕਹਾਂ ਮੇਰੇ ਕੋਲ ਆਓ, ਮੈਂ ਤਾਂ ਸੰਸਾਰ ਨੂੰ ਵੰਡੂ। ਤੇ ਸੰਸਾਰ ਨੂੰ ਵੰਡਣ ਵਾਸਤੇ ਉਸ ਗ੍ਰੰਥ ਵਿੱਚ ਬਾਣੀ ਸ਼ਾਮਲ ਆ ਜਿਹਨੂੰ ਹਰ ਮਨੁੱਖ ਸੰਸਾਰ ਤੇ ਆਣ ਕੇ ਸਿਰ ਝੁਕਾਉਂਦਾ। ਕਿੰਨੀ ਮਾਣ ਵਾਲੀ ਗੱਲ ਸਾਡੇ ਵਾਸਤੇ। ਤੇ ਜੇ ਭਲਾ ਉਹ ਦੋਵੇਂ ਭਰਾ ਫੁੱਫੜ ਨੂੰ ਪਰਾਂ ਕਰਕੇ ਦੋਵੇਂ ਗੱਲਾਂ ਕਰਦੇ ਵੀ ਤੈਨੂੰ ਫੁੱਫੜ ਨੇ ਕੀ ਆਖਿਆ ਭਲਾ, ਪਰ ਉਦੋਂ ਯਾਰ ਬਣਿਆ ਹੁੰਦਾ ਨਾ, ਉਦੋਂ ਨੂੰ ਇੰਝ ਲੱਗਦਾ ਵੀ ਫੁੱਫੜ ਹੀ ਸਿਆਣਾ ਸਾਡੇ ਘਰ ਜਿਹੜਾ ਸੱਦਿਆ ਸੀ, ਇਹਨੇ ਸਮਝੌਤਾ ਕਰਾਉਣਾ। ਜੇ ਦੋਵੇਂ ਸਲਾਹ ਕਰ ਲੈਂਦੇ ਤੇ ਲੜਾਈ। ਵੈਸੇ ਇੱਕ ਬੇਨਤੀ ਕਰਾਂ, ਕਦੀ ਚੁੱਕਣਾ 'ਚ ਨਹੀਂ ਆਉਣਾ ਚਾਹੀਦਾ। ਜਿੰਨਾ ਘਰਾਂ 'ਚ ਵੀ ਇਕੱਠ ਨਿਭਿਆ ਨਾ, ਉਹ ਕਹਿੰਦਾ ਜੋ ਬਾਹਰੋਂ ਤੁਹਾਨੂੰ ਜੋ ਮਰਜ਼ੀ ਕਹਿ ਦੇ, ਸ਼ਾਮਾਂ ਨੂੰ ਆਣ ਕੇ ਭਰਾ ਨਾਲ ਬੈਠ ਕੇ ਗੱਲ ਕਰ ਲੈ, ਆਹ ਗੱਲ ਮੈਂ ਤੇਰੇ ਬਾਰੇ ਸੁਣੀ ਹੈ, ਸਹੀ ਆ ਕਿ ਗਲਤ ਹੈ। ਉਹ ਕਵੇ ਜੀ ਆਹ ਗੱਲ ਇੰਨੀ ਹੈ। ਪ੍ਰੋਬਲਮ ਇਹ ਆਉਂਦੀ ਜਦੋਂ ਅਸੀਂ ਸਕਿਆਂ ਭਰਾਵਾਂ ਤੇ ਆਪਣੇ ਅੰਮਾਂ ਜਾਇਆਂ ਤੇ ਵਿਸ਼ਵਾਸ ਨਾ ਕਰਕੇ, ਦੂਜੀਆਂ ਧਿਰਾਂ ਤੇ ਵਿਸ਼ਵਾਸ ਕਰਕੇ ਆਪਣੇ ਪਰਿਵਾਰ ਹੱਸਦੇ ਵਸਦੇ ਉਜਾੜ ਲੈਂਦੇ ਆ। ਲੋਕ ਤਮਾਸ਼ਾ ਵੇਖਦੇ ਆ ਵਿੱਚੋਂ। ਨਾਰਦ, ਇਹ ਬੰਦੇ ਦਾ ਮਨ ਸਭ ਤੋਂ ਵੱਡਾ ਨਾਰਦ ਮੁਨੀ ਹੈ। ਨਾਰਦ ਨਾਚੈ, ਇਹ ਕਲਯੁਗ ਹੈ। ਜਿਹੜੇ ਅੰਦਰ ਕਲਯੁਗ ਆ ਗਿਆ, ਕਲਯੁਗ ਕਿਤੇ ਬਾਹਰ ਥੋੜਾ, ਕਿਤੇ ਦੇਸ ਨਾ ਆਇਆ ਸੁਣੀਐ। ਤੀਰਥ ਪਾਸ ਨਾ ਬੈਠਾ, ਦਾਤਾ ਦਾਨ ਕਰੇ ਤੇ ਨਹੀਂ ਮਹਿਲ ਉਸਾਰ ਨਾ ਬੈਠਾ, ਸੋਈ ਚੰਦ ਚੜ੍ਹੇ ਸਿਤਾਰੇ। ਵਿਪਰ ਆਂਦਾ ਸੀ ਕਲਯੁਗ ਆ ਗਿਆ, ਕਲਯੁਗ ਆ ਗਿਆ। ਬਾਬਾ ਜੀ ਕਹਿੰਦੇ ਅੱਛਾ ਕਿੱਥੇ ਆਇਆ ਕਲਯੁਗ?
ਕਹਿੰਦੇ ਜੀ ਆ ਕਲਯੁਗ ਆ ਗਿਆ। ਪਹਿਲਾਂ ਦੁਆਪਰ ਸੀ, ਤ੍ਰੇਤਾ ਸੀ, ਸਤਯੁਗ ਸੀ। ਤੇ ਗੁਰੂ ਸਾਹਿਬ ਨੇ ਸਵਾਲ ਕੀਤਾ, ਕਹਿੰਦੇ ਫਿਰ ਜਦੋਂ ਸਤਯੁਗ ਸੀ, ਜਦੋਂ ਦੁਆਪਰ ਸੀ, ਤ੍ਰੇਤਾ ਸੀ, ਉਦੋਂ ਸੂਰਜ ਹੈਗਾ ਸੀ, ਚੰਦਰਮਾ, ਤਾਰੇ, ਹਵਾ, ਇਹ ਸਭ ਕੁਝ ਹੈਗਾ ਸੀ? ਕਹਿੰਦੇ ਹੈਗਾ ਸੀ। ਕਹਿੰਦੇ ਫਿਰ ਹੁਣ ਕਲਯੁਗ ਵਿੱਚ ਵੀ ਸੂਰਜ ਹੈਗਾ? ਧਿਆਨ ਨਾਲ ਸੁਣਿਓ ਗੱਲ ਨੂੰ। ਤਾਰੇ ਵੀ ਹੈਗੇ ਆ, ਚੰਦਰਮਾ ਵੀ ਹੈਗੇ, ਤੇ ਬਦਲਿਆ ਤੇ ਕੁਝ ਵੀ ਨਹੀਂ। ਤੈਨੂੰ ਕਿੱਦਾਂ ਪਤਾ ਲੱਗ ਗਿਆ ਕਲਯੁਗ ਆ ਗਿਆ? ਜਾਂ ਤਾਂ ਕੋਈ ਚੀਜ਼ ਬਦਲੇ, ਸੋਈ ਚੰਦ, ਉਹੀ ਚੰਦਰਮਾ, ਚੜੇ ਸੇ ਤਾਰੇ, ਉਹੀ ਉੱਦਾਂ ਹੀ ਤਾਰੇ ਚਮਕਦੇ। ਤੂੰ ਤੇਰੇ ਕਹਿਣ ਮੁਤਾਬਕ ਤਾਰੇ ਵੀ ਉੱਦਾਂ ਵਾ, ਚੰਦਰਮਾ ਵੀ ਉੱਦਾਂ ਵਾ, ਸੂਰਜ ਵੀ ਉੱਦਾਂ ਵਾ। ਸੋਈ ਚੰਦ ਚੜ੍ਹੈ ਸੇ ਤਾਰੇ, ਸੋਈ ਦਿਨੀਅਰ, ਦਿਨੀਅਰ ਕਹਿੰਦੇ ਸੂਰਜ ਨੂੰ, ਸੋਈ ਦਿਨੀਅਰ ਤਪਤ ਹੈ ਸਾ ਧਰਤੀ। ਉੱਦਾਂ ਹੀ ਧਰਤੀ ਆ, ਸੋ ਪੌਣ ਝੁਲਾਰੇ, ਉੱਦਾਂ ਹੀ ਹਵਾ ਝੁੱਲ ਰਹੀ ਆ। ਜੁਗ ਜੀ ਖੇਲੇ ਥਾਮ ਕੈਸੇ? ਮੈਨੂੰ ਇਹ ਦੱਸ ਫਿਰ ਕਲਯੁਗ ਆਇਆ ਕਿੱਥੇ? ਕਹਿੰਦੇ ਆ ਮੈਂ ਦੱਸਦਾ ਕਿੱਥੇ ਆਇਆ। ਕਲਯੁਗ ਆਇਆ ਬਾਹਰ ਨਹੀਂ ਆਇਆ, ਮਨੁੱਖਾਂ ਦੇ ਹਿਰਦਿਆਂ 'ਚ ਆ ਗਿਆ, ਅੰਦਰ ਬਦਲ ਗਿਆ, ਤੇ ਰੋਜ਼ ਬਦਲਦੇ ਆ। ਨਾਨਕ ਮੇਰ ਸਰੀਰ ਕਾ ਇੱਕ ਰਥਵਾ, ਜੁਗ ਜੁਗ ਫੇਰ ਵਟਾਈਆਂ ਗਿਆਨੀ ਬੁਝੇਤਾ। ਸਤਯੁਗ ਰਥ ਸੰਤੋਖ ਕਾ ਧਰਮ ਅਗੈ ਰਥਵਾ। ਇਹ ਹੈ, ਇੱਦਾਂ ਆਉਂਦਾ ਹੈ ਕਲਯੁਗ ਬੰਦੇ ਦੀ ਜ਼ਿੰਦਗੀ 'ਚ। ਇੱਦਾਂ ਇੱਕੇ ਦਿਨ ਵਿੱਚ ਜਦੋਂ ਤੁਹਾਡਾ ਸੁਭਾਅ ਬਦਲਦਾ, ਨਾਲ ਹੀ ਯੁੱਗ ਮੀਨਿੰਗ ਸਮਾਂ ਬਦਲ ਜਾਂਦਾ। ਸਾਡੇ ਇੱਥੇ ਗੁਰਦੁਆਰਿਆਂ 'ਚ ਪਾਠ ਕਰਦਿਆਂ ਵੀ ਪਰਿਵਾਰਾਂ 'ਚ ਕਹਿਣਗੇ ਕਲਯੁਗ ਹੈ ਭਾਈ। ਅੱਛਾ, ਆਪਣਾ ਪੁੱਤ ਆਖੇ ਲੱਗਦਾ, ਆਪਣੀ ਨੂੰਹ ਆਖੇ ਲੱਗਦੀ, ਆਪਣੇ ਘਰ 'ਚ ਲੜਾਈ ਰਹਿੰਦੀ, ਕੀ ਆਂਦੇ ਆ? ਕਲਯੁਗ ਆ ਨਾ। ਅੱਛਾ, ਤੁਹਾਡਾ ਲਾਗੇ ਰਿਸ਼ਤੇਦਾਰ ਆ, ਉਹ ਪਿਓ ਪੁੱਤ ਦੀ ਬਣਦੀ ਬੜੀ ਆ, ਉੱਥੇ ਨੂੰਹ ਸੱਸ ਦੀ ਬਣਦੀ ਬੜੀ, ਉਹ ਕਿਹੜੇ ਯੁੱਗ 'ਚ ਰਹਿ ਰਹੇ ਫਿਰ? ਕਿਉਂ ਸਾਸਾਂ ਜੀ? ਉਹ ਕਿਸੇ ਹੋਰ ਯੁੱਗ 'ਚ ਰਹਿ ਰਹੇ ਆ। ਉਹ ਬੋਲੋ ਭਾਈ, ਆਪਾਂ ਦੁਨੀਆ 'ਚ ਰਹਿਣ ਵਾਲੇ ਬੰਦੇ, ਸਾਡੇ ਘਰ 'ਚ ਪ੍ਰੋਬਲਮ ਹੈ, ਅਸੀਂ ਕਹਿ ਦਿੰਦੇ ਕਲਯੁਗ ਹੈ। ਅੱਛਾ, ਆਪਣਾ ਧੀ ਪੁੱਤ ਸਾਨੂੰ ਪੁੱਛ ਕੇ ਬਾਹਰ ਨਹੀਂ ਜਾਂਦਾ, ਕਲਯੁਗ ਹੈ, ਕਿੱਥੇ ਨਿਆਣੇ ਆਖੇ ਲੱਗਦੇ ਆ। ਤੇ ਲਾਗੇ ਸਾਂਢੂ ਦੇ ਨਿਆਣੇ ਪਾਪਾ ਬੀਬੀ ਤੋਂ ਬਿਨਾਂ ਪੁੱਛ ਕੇ ਤੁਰਦੇ ਨਹੀਂ, ਪਿਆਰ ਨਾਲ ਸ਼ਾਮਾਂ ਨੂੰ ਬੈਠ ਕੇ ਪ੍ਰਸ਼ਾਦਾ ਪਾਣੀ ਛਕਦੇ ਆ। ਤੇ ਕੀ ਉਹਦੇ ਬਾਰੇ ਕੀ ਕਹਿੰਦੇ? ਉਹ ਘਰ ਨਹੀਂ ਭਾਊ, ਉਹ ਤਾਂ ਸਵਰਗ 'ਚ ਰਹਿੰਦੇ ਆ, ਉਹ ਤਾਂ ਸਤਯੁਗੀ ਆ। ਉਹ ਕਿਹੜੇ ਯੁੱਗ 'ਚ ਰਹਿ ਰਹੇ ਫਿਰ? ਇਹਦਾ ਮਤਲਬ ਤੁਹਾਡੀ ਮਰਜ਼ੀ ਹੈ, ਤੁਸੀਂ ਆਪਣੇ ਘਰ ਨੂੰ ਕਲਯੁਗ ਬਣਾਉਣਾ, ਤੁਹਾਡੀ ਮਰਜ਼ੀ ਹੈ ਤੁਸੀਂ ਆਪਣੇ ਘਰ ਨੂੰ ਸਤਯੁਗ ਬਣਾਉਣਾ। ਆਪਣੇ ਆਪ ਕੁਝ ਨਹੀਂ ਹੈ, ਇਹ ਤੁਹਾਡੀ ਮਰਜ਼ੀ ਹੈ। ਇੱਥੇ ਸ਼ਬਦ ਵਰਤਿਆ, ਨਾਰਦ ਨਾਚੇ ਕਲ ਕਾ ਭਾਓ, ਜਤੀ ਸਤੀ ਕਹਿ ਰਾਖੇ ਪਾਉ। ਜਤ ਸਤ ਨੇ ਕਿੱਥੇ ਪੈਰ ਟਿਕਾਉਣੇ ਸੀ? ਕਿਉਂਕਿ ਅੰਦਰ ਤੇ ਮਨ ਸਖਣਾ ਹੋ ਗਿਆ, ਸੱਚ ਤੋਂ ਨਾਰਦ ਮੁਨੀ ਬਣ ਗਿਆ। ਤੇ ਫਿਰ ਇਹੋ ਜਿਹਾ ਨਾਰਦ ਮੁਨੀ ਵਿਅਕਤੀ ਫਿਰ ਕੀ ਕਰਦਾ? ਗੁਰੂ ਪਾਸੋਂ ਫਿਰ ਚੇਲਾ ਖਾਏ। ਇਹੋ ਜਿਹਾ ਫਿਰ ਚੇਲਾ ਗੁਰੂ ਧਾਰਨ ਕਰਦਾ, ਜਿਹੜਾ ਅੱਜ ਦੇਹਧਾਰੀ ਗੁਰੂ ਡੰਮ ਨਹੀਂ ਚੱਲਿਆ। ਇਹੋ ਜਿਹੇ ਚੇਲੇ ਲੱਭਦੇ ਆ, ਉੱਥੋਂ ਅੱਖਾਂ ਦਾ ਆਪਰੇਸ਼ਨ ਫ੍ਰੀ ਹੋਣਾ, ਉਹ ਗੁਰੂ ਧਾਰਨ ਕਰੋ। ਉਹ ਗੋਡੇ ਬਦਲ ਦਿੰਦਾ, ਉਹ ਗੁਰੂ ਧਾਰਨ ਕਰੋ। ਉਹ ਉੱਥੋਂ ਰਾਸ਼ਨ ਮਿਲਦਾ, ਉਹ ਗੁਰੂ ਧਾਰਨ ਕਰੋ। ਉਹ ਬਾਬੇ ਨਾਲ ਜੁੜੂ ਤੇ ਪੁੱਤ ਬਾਹਰ ਚਲ ਜੂ, ਉੱਥੇ ਮੱਥਾ ਟੇਕੂ ਤੇ ਆਹ ਇੱਦਾਂ ਹੀ ਆ। ਹੁਣ ਜਿਹੜੇ ਗੁਰੂ ਕੋਲ ਆਉਂਦੇ ਸੀ ਸਿੱਖ, ਇਸ ਕਰਕੇ ਆਉਂਦੇ ਸੀ, ਉਹਨਾਂ ਤੇ ਆਪਣੇ ਬੱਚਿਆਂ ਦੇ ਟੁਕੜੇ ਕਰਵਾ, ਗਲਾਂ 'ਚ ਹਾਰ ਪਵਾ ਲਏ। ਇੱਥੇ ਲਾਜ ਤੇ ਕੋਈ ਵੀ ਨਹੀਂ ਸੀ, ਇੱਥੇ ਕੋਈ ਲਾਜ ਦਿੱਤਾ ਗਿਆ ਵੀ ਇੱਥੇ ਆਓਗੇ ਤੇ ਆਹ ਮਿਲੂ। ਇੱਥੇ ਕੀ ਆਉਂਦੇ? ਸਾਡੀ ਕੌਮ ਸਾਂਭਦੀ ਨਹੀਂ ਜੀ। ਸਾਡਾ ਵੇਖੋ ਇਲਾਮਾ ਕੀ ਆ, ਸਾਡੀ ਸਾਂਭਣ ਦਾ ਮਤਲਬ ਕੀ ਹੈ? ਗੁਰੂ ਸਾਹਿਬ ਦੇ ਵੇਲੇ ਇਹੋ ਜਿਹਾ ਕੋਈ ਹੈ ਸੀ ਵੀ ਸਿੱਖ ਨੂੰ ਸਾਂਭਿਆ ਜਾਏ? ਉਹ ਆਪਣੇ ਆਪ ਨੂੰ ਆਪ ਸਾਂਭ, ਉਦਮੀ ਹੋ, ਮਿਹਨਤ ਕਰ, ਆਪਣੀ ਜ਼ਿੰਦਗੀ ਨੂੰ ਤਗੜਾ ਕਰ। ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਕਿੱਡੀ ਕਮਾਲ ਦੀ। ਖੰਨੀ ਰੋਟੀ ਤੇ ਗੁਜ਼ਾਰਾ ਕਰਨ ਵਾਲਾ ਸਿੱਖ ਵੀ ਅੰਦਰੋਂ ਗੁਰੂ ਦੀ ਵਿਚਾਰ ਨਾਲ ਪਿਆਰ ਕਰਦਾ ਸੀ। ਜਿਹੜਾ ਬੰਦਾ ਪਦਾਰਥਾਂ ਕਰਕੇ ਇੱਥੇ ਆਉਂਦਾ ਨਾ, ਵੀ ਮੈਨੂੰ ਆਹ ਮਿਲੇਗਾ ਤੇ ਮੈਂ ਤਾਂ ਆਉਣਾ, ਮਾਫ ਕਰਨਾ, ਲਾਲਚੀ ਬੰਦੇ ਦਾ ਕਦੀ ਧਰਮ ਨਹੀਂ ਹੁੰਦਾ। ਲਾਲਚੀ ਬੰਦੇ ਦਾ ਕੋਈ ਧਰਮ ਨਹੀਂ। ਜੇ ਅੱਜ ਉਹ ਕ੍ਰਿਸ਼ਨਾ ਦੀ ਜਾ ਕੇ ਬੇੜੀ 'ਚ ਸਵਾਰ ਹੋ ਰਿਹਾ, ਕੱਲ੍ਹ ਨੂੰ ਉਹਨੂੰ ਕਿਸੇ ਨੇ ਵੱਡਾ ਲਾਲ ਦਿੱਤਾ, ਉਹਨੇ ਉੱਧਰ ਵੀ ਚੱਲ ਜਾਣਾ। ਸੱਚ ਹੈ, ਉਹਨੇ ਰਹਿਣਾ ਉੱਥੇ ਵੀ ਨਹੀਂ। ਇਹ ਮਤਾਂ ਸੋਚੇ ਕਹੋਗੇ ਜੀ ਇੱਦਾਂ ਅਸੀਂ ਬਹੁਤ ਚੱਲ ਜਾਣਾ, ਨਾ ਨਾ ਨਾ, ਲਾਲਚੀ ਬੰਦੇ ਦਾ ਕੋਈ ਧਰਮ ਨਹੀਂ। ਮੈਂ ਇਸ ਕਰਕੇ ਗੁਰੂ ਕੋਲ ਆਉਣਾ, ਮੈਨੂੰ ਆਹ ਮਿਲੇਗਾ। ਸਭ ਤੋਂ ਵੱਡੀ ਗੱਲ ਹੈ, ਮੈਨੂੰ ਜੀਵਨ ਸ਼ੈਲੀ ਮਿਲੇਗੀ, ਮੇਰਾ ਮਾਨਸਿਕ ਵਿਕਾਸ ਹੋਏਗਾ। ਮੈਂ ਗੁਰੂ ਦੀ ਬਾਣੀ ਪੜ੍ਹ ਕੇ ਮੈਂ ਆਪਣੀ ਜ਼ਿੰਦਗੀ ਨੂੰ ਆਪ ਖੂਬਸੂਰਤ ਤਰੀਕੇ ਨਾਲ ਜਿਉ ਸਕਦਾ। ਇਹ ਸਾਨੂੰ ਗੁਰੂ ਸਾਹਿਬ ਰਸਤਾ ਵਿਖਾਉਂਦੇ ਨੇ। ਇੱਕ ਬੰਨੇ ਖੰਨੀ ਰੋਟੀ ਤੇ ਗੁਜ਼ਾਰਾ ਕਰਨ ਵਾਲੇ ਸਿੱਖਾਂ ਦਾ ਇਤਿਹਾਸ, ਤੇ ਦੂਜੇ ਬੰਨੇ ਅਸੀਂ ਉਲਾਮੇ ਦੇਈ ਜਾਂਦੇ ਹਾਂ। ਇਹ ਸਾਂਭਣ ਦਾ ਮਤਲਬ ਕੀ ਹੈ? ਹਰ ਇੱਕ ਨੂੰ ਆਪਣੀ ਜ਼ਿੰਮੇਵਾਰੀ ਖੁਦ ਚੱਕਣੀ ਪੈਣੀ ਹੈ। ਬਾਣੀ ਸਮਝ ਕੇ, ਪੜ੍ਹ ਕੇ, ਵਿਚਾਰ ਕੇ। ਇਹ ਗਲਤ ਰੀਤ ਹੈ। ਫਰੀਦਾ ਜਾਂ ਲੱਭ ਤਾਂ ਨੇ ਕਿਹਾ, ਜੇ ਲਾਲਚੇ ਤੇ ਕਾਹਦਾ ਪਿਆਰ। ਲੱਭ ਤਾਂ ਕੂੜਾ ਨੇ, ਕਿਚਰ ਝੱਤ ਲੰਘਾਈ ਹੈ, ਛੱਪਰ ਟੁੱਟੈ ਮੇ।
ਤੁਸੀਂ ਕੱਖਾਂ ਦੀ ਛੰਨ ਥੱਲੇ ਖਲੋਤੇ ਹੋ ਤੇ ਛੰਨ ਚੋਂਦੀ ਹੋਵੇ, ਭਿੱਜਣ ਤੋਂ ਬਚਾ ਸਕਦੇ ਆ ਆਪਣੇ ਆਪ ਨੂੰ? ਨਹੀਂ ਨਾ। ਤੇ ਜਿਹੜੇ ਰਿਸ਼ਤੇ ਦੀ ਨੀਂਹ ਦੇ ਵਿੱਚ ਲਾਲਚ ਭਰਿਆ, ਉਹ ਰਿਸ਼ਤਾ ਨਿਭੂ ਕਿੱਦਾਂ ਭਲਾ? ਜਦੋਂ ਤੁਸੀਂ ਪਹਿਲੇ ਦਿਨ ਆਪਣੇ ਜਵਾਈ ਵੇਖਣ ਗਏ, ਤੁਸੀਂ ਵੇਖ ਲਿਆ ਵੀ ਲੜਕੇ ਦੀ ਮਾਂ ਦੀਆਂ ਅੱਖਾਂ 'ਚ ਲਾਲਚ ਹੈ, ਪ੍ਰਾਹੁਣੇ ਦੀਆਂ ਅੱਖਾਂ 'ਚ ਲਾਲਚ ਹੈ, ਕੁੜਮ ਦੀਆਂ ਅੱਖਾਂ 'ਚ ਲਾਲਚ ਹੈ, ਤੁਸੀਂ ਫੇਰ ਵੀ ਕਹੀ ਜਾਂਦੇ ਹੋ ਉਹ ਚਲੋ ਮਸਾਂ ਤੇ ਵੱਡਾ ਪਰਿਵਾਰ ਮਿਲਿਆ। ਕਿਉਂ ਜੀ? ਇਹੋ ਜਿਹੇ ਲੱਭਦੇ ਥੋੜ੍ਹਾ, ਦੇ ਦਿਓ ਜਿਹੜੀ ਕਾਰ ਮੰਗਦੇ ਦੇ ਦਿਓ। ਹੁਣ ਤੁਸੀਂ ਮੂੰਹ ਨੂੰ ਲਹੂ ਲਾ ਦੇਣਾ, ਤੁਹਾਡੇ ਕੋਲ ਮੁੜ ਕੇ ਪੂਰਾ ਫਟਣਾ ਨਹੀਂ। ਪ੍ਰੋਬਲਮ ਇਹ ਹੋਣੀ ਆ ਵੀ ਤਿਆਰੀ ਰੱਖੋ, ਲਾਸ਼ ਆਏਗੀ, ਕੋਈ ਨਾ ਕੋਈ ਘਟਨਾ ਵਾਪਰ ਜਾਣੀ ਹੈ। ਤੇ ਜਿੱਥੇ ਅਗਲਾ ਇਹ ਕਹਿੰਦਾ ਸੀ ਧੀ ਚਾਹੀਦੀ ਮੈਨੂੰ ਕੁਝ ਨਹੀਂ ਚਾਹੀਦਾ, ਮੈਂ ਸਿਰਫ ਧੀ ਲੈਣ ਆਇਆ, ਮੈਂ ਗੁਰਦੁਆਰੇ ਬਰਾਤ ਲੈ ਕੇ ਆਊਂ, ਸਰਦਾਰ ਸਾਹਿਬ ਸਾਦਾ ਭੋਜਨ ਪਾਣੀ ਛਕ ਕੇ ਅਸੀਂ ਆਪਣੇ ਘਰ ਨੂੰ ਚਲੇ ਜਾਵਾਂਗੇ। ਤੇ ਕਈ ਵਾਰੀ ਨਾ ਇਹ ਵੀ ਇੱਕ ਸਮੱਸਿਆ ਆਉਂਦੀ ਆ, ਜੇ ਕੋਈ ਇੱਦਾਂ ਕਵੇ ਨਾ, ਕਹਿੰਦੇ ਇਹਨਾਂ ਕੋਲ ਹੋਣਾ ਕੱਖ ਨਹੀਂ। ਮੈਨੂੰ ਅੱਜ ਵੀ ਯਾਦ ਹੈ, ਦੁਬਈ ਇੱਕ ਮੇਰੇ ਮਿੱਤਰ ਸੀ, ਉਹ ਕਹਿੰਦੇ ਸਰਵਿਸਿਆਂ ਗੱਲਾਂ ਤੁਸੀਂ ਕਰਦੇ ਜੇ, ਸਾਡੇ ਨਾਲ ਇੱਕ ਵਾਕਿਆ ਹੋਇਆ, ਮੈਂ ਆਪਣੇ ਪੁੱਤਰ ਦਾ ਆਨੰਦ ਕਾਰਜ ਕਰਨਾ ਸੀ। ਕਹਿੰਦਾ ਮੈਂ ਪੁੱਤਰ ਦਾ ਆਨੰਦ ਕਾਰਜ ਕਰਨਾ, ਤੇ ਮੈਂ ਕਈ ਰਿਸ਼ਤੇਦਾਰਾਂ ਨੂੰ ਕਿਹਾ ਵੀ ਮੈਂ ਸਿਰਫ ਮੈਨੂੰ ਧੀ ਚਾਹੀਦੀ ਆ, ਮੈਂ ਇਹ ਜਿਹੜੇ ਲਾਵਾਂ ਤੇ ਕੱਪੜੇ ਆ ਨਾ ਉਹ ਵੀ ਅਸੀਂ ਘਰੋਂ ਲੈ ਕੇ ਆਵਾਂਗੇ, ਸਾਨੂੰ ਕੋਈ ਫਰਿੱਜ, ਕੋਈ ਕੂਲਰ, ਕੋਈ ਏਸੀ, ਕੋਈ ਬੈੱਡ, ਕੁਝ ਨਹੀਂ ਚਾਹੀਦਾ, ਕੋਈ ਗੱਡੀ, ਸਭ ਕੁਝ ਘਰ ਹੈਗਾ। ਕਹਿੰਦਾ ਅੱਗਿਓਂ ਪਤਾ ਜਿੰਨਾ ਘਰ ਵੇਖਣ ਜਾਣਾ ਲੜਕੀ, ਉਹਨੇ ਪਤਾ ਕਹਿਣਾ ਇਹ ਭਾਊ ਫਰਿੱਜ ਤਾਂ ਨਹੀਂ ਮੰਗਦੇ, ਇਹਨਾਂ ਘਰ ਲਾਈਟ ਨਹੀਂ ਹੋਣੀ, ਇਹ ਇਹਨਾਂ ਘਰ ਸਮਾਨ ਨਹੀਂ ਹੋਣਾ ਤਾਂ ਨਹੀਂ ਮੰਗਦੇ। ਮਤਲਬ ਕਹਿਣ ਦਾ ਭਾਵ ਕਿ ਇਹਨਾਂ ਦੇ ਘਰ ਜਗ੍ਹਾ ਨਹੀਂ ਹੋਣੀ, ਕਮਰੇ ਨਹੀਂ ਹੋਣੇ ਤਾਂ ਬੈੱਡ ਨਹੀਂ ਮੰਗਦੇ। ਉਹਦਾ ਕਮਾਲ ਦੀ ਗੱਲ ਹੈ, ਉਹਨਾਂ ਇਹ ਤਾਂ ਨਹੀਂ ਕਿਹਾ ਕਿ ਕਿੱਡਾ ਵਧੀਆ ਪਰਿਵਾਰ ਸਾਨੂੰ ਜੁੜਿਆ। ਕਹਿੰਦਾ 5-7 ਲੜਕੀ ਵਾਲਿਆਂ ਦੇ ਘਰ ਜਾ ਕੇ ਅਸੀਂ ਇਹੋ ਕਮਿਟਮੈਂਟ ਕਰਦੇ ਰਹੇ, ਉਹ ਸਾਡੇ ਤਰਲੇ ਲੈਂਦੇ ਰਹੇ ਵੀ ਨਹੀਂ ਅਸੀਂ ਸਮਾਨ ਦੇਣਾ। ਪ੍ਰੋਬਲਮ ਸਭ ਤੋਂ ਵੱਡੀ ਇਹ ਹੈ, ਪਤਾ ਕਿਹੜੀ? ਅਸੀਂ ਲੋਕਾਂ ਦੀਆਂ ਧੀਆਂ ਦੇ ਵਿਆਹਾਂ 'ਤੇ ਸਮਾਨ ਦਿੱਤਾ ਹੁੰਦਾ, ਸਾਡੇ ਕੋਲ ਮੰਗਿਆ ਹੁੰਦਾ ਅਗਲੇ ਨੇ, ਤੁਸੀਂ ਮੋਟਰਸਾਈਕਲ ਲੈ ਦਿਓ, ਤੁਸੀਂ ਫਰਿੱਜ ਲੈ ਦਿਓ। ਫਿਰ ਜਦੋਂ ਆਪਣੀ ਧੀ ਦੀ ਵਾਰੀ ਆਉਂਦੀ, ਆਪਾਂ ਨੂੰ ਚੇਤਾ ਆਉਂਦਾ ਵੀ ਜੇ ਆਪਾਂ ਦਾਜ ਨਾ ਦਿੱਤਾ, ਆ ਜਿਨ੍ਹਾਂ ਨੂੰ ਆਪਾਂ ਸਮਾਨ ਦਿੰਦੇ ਰਹੇ ਤੇ ਉੱਦਾਂ ਹੀ ਰਹਿ ਜਾਣੇ ਆ, ਇਹਨਾਂ ਕੋਲ ਲੈਣ ਦਾ ਤਰੀਕਾ ਕੀ ਫਿਰ? ਇਸ ਕਰਕੇ ਕੁੜੀ ਦਾ ਘਰ ਪੜੋ, ਪਰ ਇਹ ਰੀਤਾਂ ਗਲਤ ਨੇ। ਤੁਹਾਨੂੰ ਨਵੀਆਂ ਰੀਤਾਂ ਤੋਰਨੀਆਂ ਪੈਣੀਆਂ ਨੇ, ਰਾਹ ਨਵੇਂ ਖੋਲ੍ਹਣੇ ਪੈਣੇ ਨੇ, ਹੌਲੀ ਹੌਲੀ ਤੁਹਾਨੂੰ ਨੁਕਸਾਨ ਜਰਨਾ ਪੈਣਾ ਹੈ। ਇੱਦਾਂ ਪ੍ਰਣ ਕਰੋ ਵੀ ਪੁੱਤਰ ਹੈ, ਆਪਣੇ ਪੁੱਤਰ ਨੂੰ ਆਪਣੇ ਪੈਰਾਂ ਸਿਰ ਇੰਨਾ ਖੜਾ ਕਰੋ ਵੀ ਸਾਨੂੰ ਇਹ ਦਾਜ ਵਰਗੀਆਂ ਜਿਹੜੀਆਂ ਸਾਡੇ 'ਤੇ ਬਿਮਾਰੀਆਂ ਚੰਬੜੀਆਂ ਨੇ, ਇਹਨੂੰ ਅਸੀਂ ਹੂੰਝ ਕੇ ਆਪਣੇ ਪਰਿਵਾਰਾਂ 'ਚੋਂ ਬਾਹਰ ਕਰ ਸਕੀਏ। ਗੁਰੂ ਪਾਸੋਂ ਫਿਰ ਚੇਲਾ ਖਾਏ। ਇਹੋ ਜਿਹਾ ਲਾਲਚੀ ਬੰਦਾ ਫਿਰ ਗੁਰੂ ਧਾਰਨ ਕਰਦਾ ਕਾਹਦੇ ਲਈ? ਤਾਮ ਦਾ ਅਰਥ ਕੀ? ਤਮਾ। ਤਾਮ ਪ੍ਰੀਤ ਵਸੇ ਘਰ ਆਏ। ਉਹ ਰੋਟੀ ਲਈ ਗੁਰੂ ਧਾਰਨ ਕਰਦਾ, ਕਹਿੰਦਾ ਰੋਟੀ ਮਿਲੇਗੀ ਤੇ ਗੁਰੂ ਆ। ਜੇ ਤੇ ਕਾਮਯਾਬ ਹੋ ਗਿਆ ਫਿਰ ਗੁਰੂ ਨਾਲ ਦਾ ਗੁਰੂ ਕੋਈ ਨਹੀਂ, ਤੇ ਜੇ ਮੇਰੇ ਕੋ ਉੱਠਣਾ ਹੋਇਆ ਤੇ ਫਿਟੇ ਮੂੰਹ ਗੋਡਿਆਂ ਦੇ ਫਿਰ ਤੇ ਵੱਟ ਤੇ ਪਿਆ ਵੀ ਆਪ ਕਾਮਯਾਬ ਨਾ ਹੋ ਗਿਆ। ਜੇ ਤੇ ਕਾਮਯਾਬ ਹੋ ਗਿਆ ਫਿਰ ਤੇ ਗੁਰੂ ਨਾਲ ਦੀ ਗੱਲ ਹੀ ਕੋਈ ਨਹੀਂ, ਤੇ ਜੇ ਕਾਮਯਾਬ ਨਾ ਹੋਇਆ ਫਿਰ ਕਹਿਣਾ ਇਸ ਧਰਮ ਨਾਲ ਦਾ ਮਾੜਾ ਧਰਮ ਕੋਈ ਹੋਰ ਹੈ ਹੀ ਨਹੀਂ। ਕੌਣ ਨੇ ਉਹ ਲੋਕ ਜਿਹੜੇ ਸਿਰਫ ਸਵਾਰਥਵਸ ਹੋ ਕੇ ਗਰਜਾਂ ਦੇ ਮਾਰੇ ਆਣ ਕੇ ਗੁਰੂ ਦੇ ਕੋਲ ਆਣ ਕੇ ਬੈਠਦੇ ਨੇ? ਪਾਤਸ਼ਾਹ ਜੀ ਕਹਿੰਦੇ ਨਹੀਂ, ਤਾਮ ਪ੍ਰੀਤ ਵਸੇ ਘਰ ਆਏ। ਜੇ 100 ਵਰਿਆਂ ਜੀਵਨ ਖਾਣ, 100 ਸਾਲ ਵੀ ਬੰਦਾ ਉਮਰ ਭੋਗ ਲਵੇ, ਪਰ ਜੇ ਉਹਦੀ ਜ਼ਿੰਦਗੀ 'ਚ ਸੱਚ ਨਹੀਂ ਨਾ ਹੈਗਾ, ਪਾਤਸ਼ਾਹ ਜੀ ਕਹਿੰਦੇ 100 ਸਾਲ ਉਮਰ ਵੀ ਕਿਸੇ ਲੇਖੇ ਨਹੀਂ। ਪਤਾ ਕਦੋਂ ਲੇਖੇ ਪੈਣੀ? ਖਸਮ ਪਛਾਣੈ ਸੋ ਦਿਨ ਪ੍ਰਵਾਨ। ਜਿੱਦਣ ਉਹਨੇ 100 ਸਾਲ ਦੀ ਉਮਰ 'ਚੋਂ ਜਿਸ ਦਿਨ ਉਹਨੇ ਖਸਮ ਦੀ ਪਛਾਣ ਕਰ ਲਈ ਨਾ, ਉਹ ਦਿਨ ਉਹਦਾ ਜ਼ਿੰਦਗੀ 'ਚ ਲੇਖੇ 'ਚ ਗਿਣਿਆ ਜਾਣਾ। ਤੇ ਖਸਮ ਕੌਣ ਭਲਾ? ਸੱਚ ਸਭਨਾ ਕਾ ਖਸਮ ਹੈ। ਖਸਮ ਨੂੰ ਪਛਾਣੋ, ਸੱਚ ਨਾਲ ਸਾਂਝ ਪਾ ਲਓ। ਖਸਮ ਪਛਾਣੈ ਸੋ ਦਿਨ ਪ੍ਰਵਾਨ। ਅਗਲਾ ਵਾਕ ਪਾਤਸ਼ਾਹ ਕਹਿੰਦੇ ਨੇ ਦਰਸ਼ਨ ਦੇਖੇ ਐ ਦਇਆ ਨਾ ਹੋਏ। ਅੱਜ ਬੰਦਾ ਬੰਦੇ ਨੂੰ ਵੇਖ ਕੇ ਦਇਆ ਦੀ ਵਰਤੋਂ ਕਰਦਾ ਜੀ? ਭਲਾ ਕਰਦਾ ਸਾਧ ਸੰਗਤ ਜੀ? ਵੀ ਤਾਂ ਬੰਦਾ ਬੰਦੇ ਨੂੰ ਵੇਖ ਕੇ ਦਇਆ ਆਉਂਦੀ ਹੋਵੇ, ਕੁੜਮ ਵੱਲ ਵੇਖ ਕੇ ਇਹ ਮਨ 'ਚ ਸੋਚੇ ਵੀ ਜਿਹਨੇ ਧੀ ਦੇਤੀ ਪਿੱਛੇ ਰੱਖਿਆ ਕੀ। ਸੌਖੀ ਐਗਜ਼ਾਮਪਲ ਦੇਣ ਲੱਗਾ ਤਾਂ ਕਿ ਗੱਲ ਸਮਝ ਪੈ ਜਾਏ। ਮੰਨ ਲਓ ਇੱਕ ਦੋਸਤ ਨੇ ਕਾਰ ਲੈਣੀ ਸੈਕਿੰਡ ਹੈਂਡ, ਅਤੇ ਉਹਨੇ ਆਪਣੇ ਦੋਸਤ ਨੂੰ ਕਿਹਾ ਤੈਨੂੰ ਗੱਡੀਆਂ ਦਾ ਭੇਤ ਬੜਾ, ਤੈਨੂੰ ਨੌਲੇਜ ਬਹੁਤ ਆ ਗੱਡੀਆਂ ਦੀ, ਤੈਨੂੰ ਇੰਜਣ ਬਾਰੇ ਪਤਾ, ਤੈਨੂੰ ਬੋਡੀ ਲੈਣ ਬਾਰੇ ਪਤਾ, ਅਤੇ ਮੇਰੇ ਨਾਲ ਸ਼ਹਿਰ ਚੱਲ, ਆਪਾਂ ਕਾਰ ਬਾਜ਼ਾਰ ਚੱਲੀਏ ਅਤੇ ਉੱਥੋਂ ਗੱਡੀ ਸੈਕਿੰਡ ਹੈਂਡ ਲੈ ਕੇ ਆਈਏ। ਉਹਨੇ ਉਹਨੂੰ ਪੁੱਛਿਆ ਵੀ ਬਜਟ ਕਿੰਨਾ ਗਾ ਤੇਰਾ? ਉਦਾਹਰਨ ਦੇਣ ਲੱਗਾ, ਘੱਟ ਵੱਧ ਵੀ ਹੋ ਸਕਦਾ। ਉਹ ਕਹਿੰਦਾ 4 ਲੱਖ ਰੁਪਈਆ ਮੇਰੇ ਕੋਲ ਆ, ਇਹਦੇ ਅੰਦਰ ਗੱਡੀ ਲਿਆਉਣੀ ਵੀ 4 ਤੱਕ ਖੀਰ ਅਚਾਰ ਆ, ਤੂੰ 3.5 ਦੀ ਦਵਾ ਦੇ ਵਾਹ ਭਲਾ, ਜੇ 4 ਤੋਂ ਉੱਤੇ ਨਹੀਂ। ਕਹਿੰਦਾ ਠੀਕ ਹੈ,
ਤੁਰ ਪਏ ਦੋਵੇਂ ਜਣੇ ਦੋਸਤ, ਸ਼ਹਿਰ ਚਲੇ ਗਏ, ਮੰਡੀ ਗਏ, ਕਾਰ ਬਾਜ਼ਾਰ ਦੇ ਵਿੱਚ ਘੁੰਮਿਆ, ਕਾਰ ਪਸੰਦ ਕਰ ਲਈ। ਜਿਹੜਾ ਅੱਗੇ ਡੀਲਰ ਸੀ ਉਹਦੇ ਨਾਲ ਗੱਲਬਾਤ ਕੀਤੀ। ਤੁਸੀਂ ਵੇਖਿਆ ਨਾ, ਡੀਲਰਾਂ ਦਾ ਰੋਜ਼ ਦਾ ਕੰਮ ਉਹ ਇੱਦਾਂ ਹੱਥ ਘੁੱਟ ਦਿੰਦੇ ਆ। ਆਪਾਂ ਹੱਥ ਮਿਲਾਉਣਾ, ਜਿਹੜਾ ਨਾਲ ਆਇਆ ਉਹਨੇ ਘੁੱਟ ਦੇਣਾ ਹੱਥ ਇੱਦਾਂ, ਵੀ ਉਹਨੇ ਦੱਸ ਦੇਣਾ ਵੀ ਮੈਂ ਨਾਲ ਆਇਆ, ਵੀ ਮੈਂ ਇੱਦਾਂ ਹੱਥ ਹੀ ਘੁੱਟਣਾ। ਹੁਣ ਨਾਲ ਦੇ ਨੂੰ ਥੋੜ੍ਹਾ ਪਤਾ ਵੀ ਇਹਨੇ ਹੱਥ ਕਿਉਂ ਘੁੱਟਿਆ। ਹੁਣ ਗੁੱਸਾ ਨਾ ਮੰਨੋ, ਲੱਕੜ ਲੈਣ ਜਾਓ, ਹੁਣ ਇੱਕ ਦਿਨ ਲੱਕੜ ਲੈਣ ਜਾਓ, ਜਿਹੜਾ ਨਾਲ ਤੁਸੀਂ ਮਿਸਤਰੀ ਨੂੰ ਭਾਵੇਂ ਪੈਂਟ ਕੋਟ ਪਵਾ ਕੇ ਲੈ ਜਾਓ, ਉਹਨੇ ਹੱਥ ਘੁੱਟ ਕੇ ਦੱਸ ਦੇਣਾ ਵੀ ਮੈਂ ਇੱਦਾਂ। ਹੁਣ ਗੁੱਸਾ ਨਾ ਕਰਿਓ, ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਇਹ ਨਾ ਹੋਵੇ ਜਾਂਦੇ ਡਾਂਗ ਕੱਢ ਲਿਓ ਵੀ ਸਰਵਿਸੋਂ ਇੱਦਾਂ ਗੱਲ ਕਹਿ ਗਿਆ। ਇਹ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਇਹ ਮੈਂ ਐਗਜ਼ਾਮਪਲ ਦਿੱਤੀ ਵੀ ਵੇਖ ਲਿਓ ਸਮਾਜ ਵਿੱਚ। ਉਹਨੇ ਇੱਦਾਂ ਹੱਥ ਘੁੱਟਿਆ, ਦੱਸਤਾ ਵੀ ਮੈਂ ਕੌਣ ਆ। ਕਾਰ ਵੇਖ ਲਈ ਘੁੰਮ ਕੇ, ਕਹਿੰਦਾ ਕਿੰਨੇ ਪੈਸੇ ਜੀ? ਆਂਦਾ ਵੀ 4.5 ਲੱਖ। ਆਉਂਦਾ ਵੀ ਕਾਰ ਦਾ ਤੇਰੀ ਦਾ ਇੱਕ ਬੰਨੂ ਐਕਸੀਡੈਂਟ ਹੋਇਆ, 4 ਲੱਖ ਦੀ ਨਹੀਂ 3.5 ਲੱਖ ਦੀ ਗੱਡੀ ਆ ਤੇਰੀ। ਉਹਨੇ ਪਰਾਂ ਜਾ ਕੇ ਉਹਦੇ ਨਾਲ ਗੱਲਬਾਤ ਕੀਤੀ, ਦੋਸਤ ਦੇ ਸਾਹਮਣੇ 4.5 ਉਹਨੇ ਮੰਗਿਆ। ਆਂਦਾ ਵੀ 4.5 ਮੰਗਦਾ, ਮੈਂ ਘਟਾਉਣਾ ਰੇਟ। ਪਰਾਂ ਜਾ ਕੇ ਆਂਦਾ ਵੀ ਮੇਰਾ ਦੋਸਤ ਆ, ਉਹਨੇ ਗੱਡੀ ਲੈਣੀ ਆ, ਮੈਂ ਉਹਦੇ ਨਾਲ ਆਇਆ, ਮੈਨੂੰ ਪਤਾ ਤੇਰੀ ਗੱਡੀ 'ਚ ਨੁਕਸ ਆ, ਉਹਨੂੰ ਤਾਂ ਨਹੀਂ ਪਤਾ। ਦੱਸ ਇਹਦਾ ਕੀ ਕਰਨਾ ਹੁਣ, ਤੈਨੂੰ ਪਤਾ ਵੀ ਇੱਧਰੋਂ ਤੇਰੀ ਸੱਜੇ ਬੰਨੇ ਬਾਰੀ ਲੱਗੀ ਆ। ਆਂਦਾ ਦੱਸ ਫਿਰ। ਆਂਦਾ 3.5 ਤੋਂ 1 ਰੁਪਈਆ ਘੱਟ ਨਹੀਂ ਤੇ ਵੱਧ ਨਹੀਂ। ਉਧਰ ਸਾਰਿਆਂ ਸਾਹਮਣੇ 4.5 ਮੰਗਿਆ। ਉਹਨੂੰ ਆਣ ਕੇ ਆਂਦਾ ਵੇਖ ਭਰਾਵਾ, 4.5 ਮੰਗਦਾ ਸੀ, ਖਿੱਚ ਖਿਚਾ ਕੇ ਮੈਂ 4 ਤੇ ਲੈ ਆਇਆ, ਤੂੰ 4 ਹੀ ਆਖਿਆ ਸੀ ਨਾ। ਹੁਣ ਇੱਧਰੋਂ 4 ਉਹਨੂੰ ਦਵਾ ਕੇ ਤੇ ਅੰਦਰੋਂ ਜਾ ਕੇ ਕਿੰਨਾ ਲੈ ਆਇਆ? ਬੋਲ ਕੇ ਦੱਸਿਓ। 50 ਲੈ ਆਇਆ। 50,000 ਪਾ ਕੇ ਜੇਬ 'ਚ ਤੇ ਗੱਡੀ 'ਚ ਬਹਿ ਕੇ, ਨਾਲੇ ਰਾਹ 'ਚ ਰੈਸਟੋਰੈਂਟ 'ਤੇ ਕਿਤੇ ਰੋਟੀ ਵੀ ਖਵਾਈ ਹੋਊਗੀ, ਤੇ ਨਾਲੇ ਘਰ ਵਾਲੀ ਨੂੰ ਫੋਨ ਕੀਤਾ ਹੋਊਗਾ, ਤੂੰ ਐਵੇਂ ਕਹੀ ਜਾਂਦੀ ਆ ਤੇਰੇ ਦੋਸਤ ਐਡੇ ਮਾੜੇ, ਵੇਖ ਲੈ ਸਾਰੀ ਦਿਹਾੜੀ ਭੰਨੀ ਉਹਨੇ ਮੇਰੇ ਨਾਲ, ਸਾਰੀ ਦਿਹਾੜੀ ਮੇਰੇ ਨਾਲ ਰਿਹਾ। ਹਾਂ ਅੱਛਾ, ਉਧਰ ਜਿਹੜਾ ਨਾਲ ਗਿਆ ਜਿਹਨੇ 50 ਦਾ, ਉਹਨੇ ਵੀ ਆਪਣੀ ਘਰ ਵਾਲੀ ਨੂੰ ਫੋਨ ਕਰਤਾ ਵੀ ਤੂੰ ਵੀ ਕਹੀ ਜਾਂਦੀ ਆ ਸਵੇਰੇ ਉੱਠ ਕੇ ਚਿੱਟਾ ਕੁੜਤਾ ਪਜਾਮਾ ਪਾ ਕੇ ਤੁਰ ਪੈਣਾ, ਮੂੰਹ ਚੁੱਕ ਕੇ ਕੋਈ ਕੰਮ ਕਰ ਲਿਆ ਕਰ। 2000 ਦੀ ਪੇਟੀ ਸੇਬਾਂ ਦੀ ਲੈ ਕੇ ਆ ਰਿਹਾ, 2000 ਦੀ ਸੇਬਾਂ ਦੀ ਪੇਟੀ। ਐ ਵਧੀਆ ਫਰੂਟ ਲੈ ਕੇ ਆਊਂਗਾ ਤੇਰੇ ਵਾਸਤੇ, ਆ ਵੇਖ 50। ਜੇ ਹੁਣ ਸੋਚੋ, ਇੱਕ ਤਾਂ ਉਹ ਸਾਰੀ ਜ਼ਿੰਦਗੀ ਆਸਾਨ ਰਿਹਾ ਉਹਦੇ ਸਿਰ 'ਤੇ ਵੀ ਮੇਰਾ ਦੋਸਤ ਮੇਰੇ ਲਈ ਇੱਕ ਦਿਹਾੜੀ ਭੰਨੀ, ਜਦੋਂ ਮਰਜ਼ੀ ਕਾਰ ਵੀ ਮੰਗ ਕੇ ਖੜੂ ਉਹਦੀ। ਅਤੇ ਜੇ ਉਹਨੂੰ ਇਹ ਸਿਰੇ ਦੱਸਦਾ ਵੀ 2000 ਰੁਪਇਆ ਦਿਹਾੜੀ ਲਊਂ, 48,000 ਤੇ ਵੱਜਦਾ ਨਾ ਉਹਦਾ। ਪਰ ਦਰਸ਼ਨ ਦੇਖਿਆ, ਅੱਗੇ ਬੋਲੋ। ਬੰਦੇ ਨੂੰ ਬੰਦਾ ਵੇਖ ਕੇ ਦਇਆ ਆਈ। ਸਾਡੀ ਦਇਆ ਪਤਾ ਕਿੱਥੇ ਆਉਂਦੀ? ਮੈਂ ਕੁੱਤੇ ਨੂੰ ਬ੍ਰੈਡ ਪਾਉਣਾ, ਮੈਂ ਕੁੱਤੇ ਨੂੰ ਦੁੱਧ ਪਾਉਣਾ, ਗਾਂ ਦੇ ਮਗਰ ਪੇੜਾ ਚੱਕੀ ਫਿਰਦਾ, ਬੰਦਾ ਤੂੰ ਮਾਰ ਛੱਡਿਆ। ਆਹ ਵੀ ਜਿਹੜੇ ਨਾਟਕ ਕਰਦੇ ਆ, ਕਿਸਾਨ ਤੁਸੀਂ ਗੱਡੀਆਂ ਥੱਲੇ ਦਰੜਤੇ, ਗਾਵਾਂ ਮਗਰ ਤੁਸੀਂ ਪੇੜੇ ਚੱਕੀ ਫਿਰਦੇ ਹੋ। ਮਾਵਾਂ ਦੇ ਪੁੱਤ ਤੁਸੀਂ ਗੱਡੀਆਂ ਥੱਲੇ ਦੇ ਦਿੱਤੇ, ਤੁਹਾਡੇ ਗਾਵਾਂ ਨੂੰ ਪੇੜੇ ਚਾਰਨ ਕਿਸ ਅਰਥ ਰਹਿ ਗਏ ਜੀ? ਉਹ ਕਿਹੜੀ ਗਾਂ ਮਾਂ ਹੈ ਜਿਹੜੀ ਤੁਹਾਨੂੰ ਅਸੀਸ ਦੇ ਦੂ ਭਲਾ? ਦਇਆ ਸਾਡੀ ਕਿੱਦਾਂ ਦੀ ਆ ਵੀ ਸਕਿਆਂ ਭਰਾਵਾਂ ਨਾਲ ਠੱਗੀਆਂ ਮਾਰ ਲਓ, ਸਵੇਰੇ ਉੱਠ ਕੇ ਚਿੜੀਆਂ ਨੂੰ ਅੱਧਾ ਪਾ ਚੌਲ ਪਾ ਦਿਓ ਵੀ ਚਿੜੀਆਂ ਵੀ ਖੁਸ਼, ਦਇਆ ਦੀ ਦਇਆ ਹੋਗੀ। ਪਾ ਸਕਦੇ ਨਾ ਨਾ ਨਾ, ਇਨਸਾਨ 'ਚੋਂ ਇਨਸਾਨ ਨੂੰ ਵੇਖਣਾ ਸ਼ੁਰੂ ਕਰ ਦੇ। ਦਰਸ਼ਨ ਦੇਖਿਆ, ਦਇਆ ਨਾ ਹੋਏ ਲਏ ਦਿੱਤੇ ਬਿਨ, ਲਏ ਦਿੱਤੇ ਬਿਨ। ਬੰਦਾ ਬੰਦੇ ਨੂੰ ਵੇਖ ਕੇ ਦਇਆ ਦੀ ਵਰਤੋਂ ਨਹੀਂ ਕਰ ਰਿਹਾ, ਕਹਿੰਦਾ ਲਏ ਦਿੱਤੇ ਬਿਨ ਦੇਵੇਂਗਾ। ਤੇ ਭਾਈ ਵੇਖ, ਹੁਣ ਦੋਸਤ ਨੇ ਦੋਸਤ ਨੂੰ ਜੱਫੀ ਪਾਈ, ਦੋਸਤ ਨੇ ਦੋਸਤ ਨੂੰ ਜੱਫੀ ਪਾਈ, ਤੇ ਉਹ ਜੱਫੀ ਬਿਨਾਂ ਨਹੀਂ ਪਈ, 50,000 ਨਾ ਪਈ। ਹੁਣ ਇਹ ਗੱਲ ਸਾਰਿਆਂ 'ਤੇ ਨਹੀਂ ਟੁਕਦੀ। ਹੁਣ ਇਹ ਨਾ ਹੋਵੇ ਵੀ ਇੱਥੇ ਕੋਈ ਕੱਲ੍ਹ ਪਰਸੋਂ ਗੱਡੀ ਲੈ ਕੇ ਆਇਆ ਹੋਵੇ, ਤੁਸੀਂ ਇੱਕ ਦੂਜੇ ਵੱਲ ਵੇਖੀ ਜਾਓ ਵੀ ਤੂੰ ਤਾਂ ਨਹੀਂ ਭਾਈ ਮੈਨੂੰ ਇੱਦਾਂ ਕੀਤਾ। ਨਾ ਨਾ, ਸਾਰੇ ਇੱਕੋ ਜਿਹੇ ਨਹੀਂ ਹੈਗੇ। ਮੈਂ ਪਹਿਲਾਂ ਵੀ ਕਹਿਣਾ, ਸਾਰੇ ਇੱਕੋ ਜਿਹੇ ਨਹੀਂ ਹੈਗੇ। ਕੋਈ ਟਰੈਕਟਰ ਸੈਕਿੰਡ ਹੈਂਡ ਲੈ ਕੇ ਆਇਆ ਹੋਵੇ, ਕੋਈ ਗੱਡੀ ਲੈ ਕੇ ਆਇਆ ਹੋਵੇ, ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਪਰ ਤੁਸੀਂ ਸਹਿਮਤ ਜੇ ਨਾ ਵੀ ਇੱਦਾਂ ਹੁੰਦਾ ਹੈ? ਕਿਉਂ ਸਾਧ ਸੰਗਤ ਜੀ? ਹੁੰਦਾ ਨਾ। ਫਿਰ ਉਹੋ ਜਿਹੇ ਬੰਦੇ ਨਾ ਜ਼ਿਆਦਾ ਜ਼ੋਰ ਨਾਲ ਕਹਿੰਦੇ ਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਫਿਰ ਇਹੋ ਜਿਹੇ ਬੰਦੇ ਜ਼ਿਆਦਾ ਕਰੋੜ ਕੇ ਸਤਨਾਮ ਸਭ ਦਾ ਭਲਾ ਕਰੀ, ਸਤਨਾਮ। ਇਹੋ ਜਿਹੇ ਬੰਦੇ ਨਾ ਬੇਰੀ ਛੱਡਦੇ ਮੱਥਾ ਟੇਕਣ ਲਈ, ਨਾ ਕਿੱਕਰ ਛੱਡਦੇ ਆ, ਨਾ ਟਾਹਲੀ ਛੱਡਦੇ ਆ। ਇਹੋ ਜਿਹੇ ਬੰਦੇ ਤੁਸੀਂ ਵੇਖਿਓ, ਪੀੜ੍ਹਿਆਂ ਨੂੰ ਹੱਥ ਲਾ ਲਾ ਕੇ ਦੇਸੀ ਘਿਓ ਦੀ ਦੇਗ ਨਾਲ ਥੰਦੇ ਕਰ ਦਿੰਦੇ। ਸਭ ਤੋਂ ਵੱਧ ਇਹੋ ਜਿਹੇ ਲੋਕ ਪਖੰਡ ਕਰਦੇ ਆ ਜਿਨ੍ਹਾਂ ਨੇ ਅੰਦਰ ਕਪਟ ਰੱਖਿਆ ਹੁੰਦਾ। ਕਰੋੜ ਕਰੋੜ ਕੇ ਗ੍ਰੰਥੀ ਮੁੱਖ ਵਾਕ ਲੈਣ ਡਿਆ ਹੋਊਗਾ, ਮਗਰ ਖਲੋ ਖਲੋ ਕੇ ਨਾ ਸਤਨਾਮ ਸ੍ਰੀ ਵਾਹਿਗੁਰੂ। ਵੀ ਉਹ ਪਿਓ ਨੂੰ ਪਾਠ ਪੜ੍ਹ ਲੈਣ ਦਿਓ ਜਿਹੜਾ ਪੜ੍ਹ ਰਿਹਾ, ਉਹਦੇ ਨਾਲੋਂ ਵਧੀਆ ਤੇ ਤੁਹਾਨੂੰ ਪੜ੍ਹਨਾ ਆਉਂਦਾ ਹੀ ਨਹੀਂ। ਜੇ ਤੁਹਾਨੂੰ ਆਉਂਦਾ ਉਹਨੂੰ ਲਾ ਕੇ ਕਹੋ ਮੈਂ ਮੁੱਖ ਵਾਕ ਲੈਣਾ। ਗੁੱਸਾ ਨਾ ਮਨਾਇਓ, ਸੱਚ ਹੈ। ਸਾਡੀਆਂ ਮਰਿਆਦਾ ਇੱਦਾਂ ਦੀਆਂ ਬਣ ਗਈਆਂ, ਕੜਾਹ ਪ੍ਰਸ਼ਾਦੀ ਦੇ ਗੁਰਦੁਆਰੇ ਪ੍ਰਵਾਨ ਹੈ ਸਿਰਫ, ਪਰ ਸਾਡਾ ਸਿਸਟਮ ਬਣ ਗਿਆ ਜਲੇਬੀ 'ਚ ਵੀ ਕਿਰਪਾਨ, ਪਾਣੀ 'ਚ ਵੀ ਕਿਰਪਾਨ, ਪਕੌੜੇ 'ਚ ਵੀ ਕਿਰਪਾਨ। ਮਤਲਬ ਹੱਦ ਹੋ ਗਈ। ਕੋਈ ਸਾਨੂੰ ਸਮਝਾਵੇਗਾ ਕਿਹੜਾ? ਸਿਰਫ ਸ੍ਰੀ
ਕਿਰਪਾਨ ਸਿਰਫ ਕੜਾਹ ਪ੍ਰਸ਼ਾਦੀ ਦੇਗ 'ਚ ਹੈ, ਇਹ ਤੋਂ ਇਲਾਵਾ ਨਹੀਂ। ਲੱਡੂ ਆਇਆ, ਲੱਡੂ ਨੂੰ ਪਾੜਤਾ, ਵੀ ਹੱਦ ਹੋ ਗਈ। ਜਿੱਥੇ ਕੱਢਣੀਆਂ ਕਿਰਪਾਨਾਂ ਉੱਥੇ ਅਸੀਂ ਪਿੱਛੇ ਹੋ ਜਾਂਦੇ ਹਾਂ। ਕਦੋਂ ਸਮਝ ਆਏਗੀ ਸਾਨੂੰ ਅਸੀਂ ਕਿਹੜੀ ਕੌਮ ਦੇ ਵਸੰਦੇ ਹਾਂ? ਸਿਰਫ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕੜਾਹ ਜਿਹੜੀ ਮਰਿਆਦਾ ਹੈ ਉਹ 'ਚ ਸਿਰਫ ਕੜਾਹ ਪ੍ਰਸ਼ਾਦੀ ਦੇਗ ਪ੍ਰਵਾਨ ਹੈ, ਉਹਦੇ ਵਿੱਚ ਸਰੀਸਾ ਭੇਟ ਕਰਨੀ ਹੈ। ਬਾਕੀ ਜਿੱਥੇ ਲੱਡੂ ਜਲੇਬੀਆਂ ਬਣੇ ਨੇ ਅਰਦਾਸਾ ਸੁੱਧ ਉੱਤੇ ਖਵਾ ਦਿਓ। ਇਹ ਚੀਜ਼ਾਂ ਆਪਣੇ ਤੇ ਤੁਸੀਂ ਵੇਖਿਓ ਜਿਨ੍ਹਾਂ ਨੂੰ ਗੁਰਮਤਿ ਦਾ ਕੱਖ ਨਹੀਂ ਪਤਾ ਉਹ ਆਣ ਕੇ ਸਮਝਾਉਂਦੇ ਨਹੀਂ ਭਾਈ ਸਾਹਿਬ ਜੀ ਇੱਦਾਂ ਕਰਨਾ ਸੀ, ਇੱਦਾਂ ਥੋੜ੍ਹਾ ਹੁੰਦਾ। ਇਹ ਤਾਂ ਅਸੀਂ ਜਲੇਬੀ 'ਚ ਵੀ ਕਿਰਪਾਨ ਮਾਰਨੀ ਜੋ ਮਰਜ਼ੀ ਹੋ ਜੇ, ਰੋਟੀਆਂ ਪਾੜੀ ਜਾਣਗੇ, ਜਲੇਬੀਆਂ ਦੇ ਵਿੱਚ ਮੋਰੀਆਂ। ਕੋਈ ਜਿਹੜੀਆਂ ਪਹਿਲਾਂ ਹੀ ਪਾਟੀਆਂ ਹੋਈਆਂ ਮੋਰੀਆਂ, ਜਿਹੜੀਆਂ ਪਹਿਲਾਂ ਹੀ ਜਲੇਬੀਆਂ ਵਿੰਗੀਆਂ ਨੇ, ਉਹਨਾਂ ਨੂੰ ਤੁਸੀਂ ਸਿੱਧੀਆਂ ਕਿੱਦਾਂ ਕਰ ਲੋਗੇ ਹੁਣ? ਪਰ ਸਾਡੇ ਦਿਮਾਗ 'ਚ ਹੁੰਦਾ ਨਾ, ਅਸੀਂ ਦੇਹਧਾਰੀ ਦੰਭ ਨੂੰ ਇੰਨਾ ਸਿਰ 'ਤੇ ਚੜ੍ਹਾ ਲਿਆ ਕਿ ਗੁਰਮਤਿ ਦੀਆਂ ਵਿਚਾਰਾਂ ਤੋਂ ਕੋਹਾਂ ਦੂਰ ਚਲੇ ਗਏ ਹਾਂ। ਇੱਥੇ ਜੇ ਤੁਸੀਂ 3-4 ਫੁੱਟ ਗ੍ਰੰਥੀ ਨੂੰ ਉੱਚਾ ਬਿਠਾਇਆ ਤੇ ਸੋਚ ਸਮਝ ਕੇ ਬਿਠਾਣਾ, ਕੋਈ ਦੱਸੂਗਾ ਸਾਨੂੰ, ਉਹ ਕਹੂਗਾ ਨਾ ਭਾਈ ਇੱਦਾਂ ਨਾ ਕਰੋ। ਇੱਦਾਂ ਥੋੜ੍ਹਾ ਹੁੰਦਾ। ਜੇ ਉਹਨੇ ਕਹਿਤਾ ਵੀ ਜੋਤ ਨਾ ਜਗਾਓ, ਇਹ ਦੇਸੀ ਘਿਓ ਦੀ ਜੋਤ ਉਦੋਂ ਜਗਾਉਂਦੇ ਸੀ ਜਦੋਂ ਘਿਓ ਵਾਧੂ ਹੁੰਦੇ ਸੀ, ਘਰਾਂ 'ਚ ਲਾਈਟ ਨਹੀਂ ਸੀ ਹੁੰਦੀ। ਤੁਸੀਂ ਇਹੋ ਘਿਓ ਘਰ ਰੱਖ ਲਓ, ਕਿਸੇ ਗਰੀਬ ਨੂੰ ਦੇ ਦਿਓ, ਕੋਈ ਤੜਕਾ ਲਾ ਕੇ ਖਾ ਲੂ। ਕੋਈ ਬੰਦੇ ਫੈਟ ਵੱਧ ਨਾ ਮਰਦੇ, ਕਈ ਘੱਟ ਫੈਟ ਨਾਲ ਵੀ ਮਰਦੇ ਆ, ਉਹਨੂੰ ਦੇ ਦਿਓ। ਕੋਈ ਦਾਲ 'ਚ ਘਿਓ ਪਾ ਕੇ ਖਾ ਲੂ। ਨਹੀਂ ਜੀ ਨਹੀਂ, ਦੇਸੀ ਘਿਓ ਦੀਆਂ ਲਾਗੇ ਜੋਤਾਂ ਜਗਾਈ ਜਾਣ। ਜਿਹੜੀ ਰੱਬ ਦੀ ਜੋਤ ਸੀ ਨਾ, ਉਹ ਅਸੀਂ ਡਾਕਟਰ ਨੂੰ ਪੁੱਛ ਕੇ ਬੁਝਾਤੀ। ਡਾਕਟਰ ਨੇ ਕਿਹਾ ਤੁਹਾਡੇ ਘਰ ਤੀਜੀ ਵੀ ਪੋਤਰੀ ਆਉਣ ਵਾਲੀ ਆ। ਤੇ ਡਾਕਟਰ ਨੂੰ ਪੁੱਛਿਆ ਵੀ ਕੀ ਕਰੀਏ? ਕਹਿੰਦਾ ਜੀ ਇਹ ਜੰਮਣਾ ਨਹੀਂ ਚਾਹੀਦਾ, ਇਹ ਬੱਚਾ ਸਾਡੇ ਘਰ ਨਿੱਕੇ ਨਿੱਕੇ ਪੀਸ ਕਰਾਏ ਤੇ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਉਹ ਜੋਤ ਬੁਝਾ ਕੇ ਤੇ ਦੇਸੀ ਘਿਓ ਦੀਆਂ ਜੋਤਾਂ ਜਗਾ ਕੇ ਤੇ ਉੱਤੇ ਹੱਥ ਫੇਰ ਫੇਰ ਕੇ ਅਸੀਂ ਨਾਟਕ ਪਏ ਕਰਦੇ ਹਾਂ। ਕਦੋਂ ਸਮਝ ਆਜੂ ਸਾਨੂੰ? ਕਦੋਂ ਸਿਆਣੇ ਬਣਾਂਗੇ? ਦਰਸ਼ਨ ਦੇਖਿਆ ਦਇਆ ਨਾ ਹੋਏ, ਲੈ ਦਿੱਤੇ ਬਿਨ ਰਹੇ ਨਾ ਕੋਏ। ਅਗਲਾ ਵਾਕ ਸੁਣਿਓ, ਰਾਜਾ ਨਿਆਉ ਕਰੇ ਹੱਥ ਹੋਏ। ਰਾਜਾ ਵੀ ਨਿਆਂ ਉਦੋਂ ਕਰਦਾ ਉਹਦੇ ਹੱਥ 'ਚ ਕੁਝ ਨਾ ਕੁਝ ਦਿਓਗੇ, ਤੇ ਉਹਦੇ ਹੱਥ 'ਚ ਕੁਝ ਦਿਓ, ਜਾਣੀ ਕਿ ਰਿਸ਼ਵਤ ਉਹਦੇ ਹੱਥ 'ਚ ਕੁਝ ਦਿਓ। ਅਗਲਾ ਕਹਿੰਦਾ ਇਨਸਾਫ ਚੱਕ ਮੇਰੇ ਕੋਲੋਂ, ਮੈਂ ਇਨਸਾਫ ਕਰ ਦੇਣਾ। ਮੇਰੇ ਅੱਜ ਇਨਸਾਫ ਕਿੱਥੋਂ ਮਿਲਣਾ ਸੀ? ਕਿੰਨੇ ਕਮਿਸ਼ਨ 84 ਵਿੱਚ ਸਾਡੇ ਨਾਲ ਕੀ ਕੁਝ ਵਾਪਰਿਆ। ਨਾਨਾਵਤੀ ਕਮਿਸ਼ਨ ਬੈਠੇ, ਕਿੰਨੇ ਕਮਿਸ਼ਨ ਬਣੇ। ਕਿਉਂ? ਕਿਉਂਕਿ ਹੱਥ ਹੋਏ। ਅਗਲੇ ਰਾਜ ਭਾਗ ਉਹਨਾਂ ਦੇ, ਸਰਕਾਰਾਂ ਉਹਨਾਂ ਦੀਆਂ। ਅਗਲੇ ਵੇਖ ਲਓ, ਜਦੋਂ ਅਗਲਿਆਂ ਨੂੰ ਪਤਾ ਸੀ ਵੀ ਗੁਰਮੀਤ ਰਾਮ ਰਹੀਮ ਸਾਡੇ ਕੰਮ ਦਾ ਨਹੀਂ ਰਿਹਾ, ਅਗਲੇ ਚੱਕਤਾ, ਐਲੀ ਐਲੀ ਕਰਕੇ ਪੈ ਗਏ। ਤੁਸੀਂ ਵੇਖ ਲਓ। ਤੇ ਇੱਧਰ ਆਪਾਂ ਨੂੰ ਕਿਉਂ ਨਹੀਂ ਇਨਸਾਫ ਮਿਲ ਰਿਹਾ? ਉਹਦੇ ਪਿੱਛੇ ਵਜ੍ਹਾ ਹੈ। ਅਗਲੇ ਨੂੰ ਪਤਾ ਵੀ ਕੱਖ ਨਹੀਂ ਹੈਗਾ। ਜਦੋਂ ਤੱਕ ਸਾਡੇ ਜਾਬਤਾ ਨਹੀਂ ਰਹਿੰਦਾ, ਏਕਤਾ ਨਹੀਂ ਆਏਗੀ, ਉਦੋਂ ਤੱਕ ਗੱਲ ਨਹੀਂ ਬਣੇਗੀ। ਜਦੋਂ ਸਾਡੇ ਜਾ ਕੇ ਉਹਨਾਂ ਨਾਲ ਮੀਟਿੰਗਾਂ ਕਰਦੇ ਫਿਰਦੇ ਆ, ਸਾਡੇ ਜਾ ਕੇ ਅੰਦਰ ਦੇ ਭੇਦ ਦਿੰਦੇ ਫਿਰਦੇ ਆ। ਭਾਗਾਂ ਵਾਲਿਓ, ਲੋੜ ਆ ਸਾਨੂੰ ਇਕੱਠ ਦੀ, ਏਕਤੇ ਵਿੱਚ, ਜਾਬਤੇ ਵਿੱਚ ਰਹਿਣ ਦੀ ਲੋੜ। ਸਾਨੂੰ ਜੋ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਸੀ ਕਿ ਭਾਈ ਇਕੱਠ ਵਿੱਚ ਬੜੀ ਵੱਡੀ ਪਾਵਰ ਹੈ। ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਆਪਣੇ ਅੰਦਰ ਇੱਕ ਕਮਿਟਮੈਂਟ ਕਰੋ, ਦਾਤਾ ਅਸੀਂ ਸਾਰੇ ਭੈਣ ਭਰਾ ਹਾਂ, ਸਾਡਾ ਇੱਕ ਗ੍ਰੰਥ, ਇੱਕ ਪੰਥ, ਇੱਕ ਮਰਿਆਦਾ, ਇੱਕ ਵਿਚਾਰ, ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ ਦੀ ਜਿਹੜੀ ਰਾਹ ਸਾਨੂੰ ਗੁਰੂ ਸਾਹਿਬ ਦੱਸ ਕੇ ਗਏ ਨੇ, ਉਸ ਰਸਤੇ ਤੁਰਨ ਦੀ ਆਦਤ ਪਾਓ। ਜ਼ਿੰਦਗੀ ਖੂਬਸੂਰਤ ਸਾਡੀ ਬਣੇ। ਪਾਤਸ਼ਾਹ ਕਹਿੰਦੇ ਰਾਜਾ ਨਿਆਉ ਕਰੇ। ਰਾਜਾ ਵੀ ਉਦੋਂ ਇਨਸਾਫ ਕਰਦਾ ਹੱਥ ਹੋਏ ਜੇ ਉਹਦੇ ਹੱਥ ਵਿੱਚ ਤੁਸੀਂ ਕੋਈ ਰਿਸ਼ਵਤ ਦਿਓਗੇ, ਪੈਸਾ ਦਿਓਗੇ, ਇਨਸਾਫ ਕਰਾ ਲਓ। ਕਹੇ ਖੁਦਾਏ ਨਾ ਮਾਨੇ ਕੋਏ। ਆਹ ਗੱਲ ਧਿਆਨ ਨਾਲ ਸੁਣਿਓ। ਅਖੀਰ 'ਤੇ ਨਾ ਜਦੋਂ ਬੰਦੇ ਕੋਲ ਰਿਸ਼ਵਤ ਵੀ ਨਹੀਂ ਰਹਿ ਜਾਂਦੀ, ਫਿਰ ਇੱਕੋ ਸ਼ਬਦ ਰਹਿ ਜਾਂਦਾ ਅਖੀਰ 'ਤੇ, ਕੀ? ਤੈਨੂੰ ਰੱਬ ਦਾ ਵਾਸਤਾ ਹੀ। ਕੀ ਕਿਹਾ ਜਾਂਦਾ ਜੀ? ਉੱਚੀ ਬੋਲੋ। ਤੈਨੂੰ ਕਹਿੰਦੇ ਕਹੇ ਖੁਦਾਏ ਨਾ ਮੰਨ। ਇਹੋ ਜਿਹਾ ਬੰਦਾ ਫਿਰ ਕਿਸੇ ਖੁਦਾ ਨੂੰ ਨਹੀਂ ਮੰਨਦਾ। ਕਹਿੰਦਾ ਮੇਰੇ 'ਤੇ ਕਿਸੇ ਖੁਦਾ ਦਾ ਕੋਈ ਅਸਰ ਨਹੀਂ, ਮੈਂ ਕਿਸੇ ਰੱਬ ਨੂੰ ਨਹੀਂ ਮੰਨਦਾ। ਕਿਉਂ? ਮੈਂ ਤਾਂ ਬਸ ਆਮ ਦੁਨੀਆ ਨੂੰ ਕੀੜੇ ਮਕੌੜੇ ਸਮਝਦਾ। ਸੱਚ ਹੈ, ਆਪਾਂ ਤਾਂ ਵੇਖ ਚੁੱਕੇ ਹਾਂ, ਤੁਹਾਡੇ ਇਲਾਕੇ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ, ਕਿੰਨਾ ਕੁਝ ਹੋ ਚੁੱਕਾ। ਇਹ ਤੋਂ ਪਤਾ ਲੱਗ ਗਿਆ ਕਿ ਇਹ ਲੋਕ ਕਿਸ ਮਿੱਟੀ ਦੇ ਬਣੇ ਹੋਏ ਨੇ, ਜਿਹੜੇ ਗੋਟੇ ਵੀ ਜਾ ਕੇ ਚੜਾਉਂਦੇ ਨੇ, ਉਦਘਾਟਨ ਵੀ ਕਰਦੇ ਨੇ, ਮੂਰਤੀਆਂ ਦੇ ਉੱਤੇ ਨਮਸਕਾਰਾਂ ਵੀ ਕਰਦੇ ਆ, ਦੁੱਧ ਵੀ ਪਾਉਂਦੇ ਆ। ਪਰ ਜਿਨ੍ਹਾਂ ਨੂੰ ਇਨਸਾਨ ਦੇ ਵਿੱਚੋਂ ਨਹੀਂ ਉਹ ਦਿਸਿਆ, ਤੇ ਪੱਥਰ ਵਿੱਚੋਂ ਕਿੱਥੋਂ ਦਿਸਣਾ ਸੀ? ਪੱਥਰ ਪੂਜ ਪੂਜ ਕੇ ਖੁਦ ਪੱਥਰ ਬਣ ਗਏ ਅਸੀਂ। ਕਿਉਂਕਿ ਜੈਸੋ ਸੇਵੈ ਤੈਸੋ ਹੋਵੇ। ਤਾਂ ਪਾਤਸ਼ਾਹ ਕਹਿੰਦੇ ਕਹੇ ਖੁਦਾਏ ਨਾ ਮਾਨੇ ਕੋਈ। ਅਖੀਰਲਾ ਬੰਦਾ ਹੈ ਮਾਨਸ ਮੂਰਤ। ਬੰਦੇ ਦੀ ਸ਼ਕਲ ਮਨੁੱਖ ਵਾਲੀ ਆ, ਮਾਨਸ ਮੂਰਤ ਨਾਨਕ ਨਾਮ। ਸ਼ਕਲ ਮਨੁੱਖ ਵਾਲੀ ਆ ਤੇ ਕਰਨੀ ਕੁੱਤਾ। ਹੁਣ ਇੱਥੋਂ ਸ਼ਬਦ ਸਿੱਧਾ ਹੋ ਸਕਦਾ ਕੋਈ ਜੀ? ਇਹ ਕੁੱਤਾ ਸ਼ਬਦ ਕੋ ਕੂਕਰ ਕਵੇ ਗੱਲ ਹੋਰ ਸੀ, ਤੇ ਸ਼ਬਦ ਕੁੱਤਾ ਵਰਤਿਆ। ਇਹ ਕਿੰਨੇ ਅੰਕ 'ਤੇ? 349 50 ਅੰਕ 'ਤੇ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਕਹਿੰਦੇ ਸ਼ਕਲ ਮਨੁੱਖ ਵਾਲੀ ਤੇ ਕੰਮ ਇਹਦੇ, ਆਚਰਣ ਇਹਦਾ। ਉੱਚੀ ਬੋਲੋ ਜੀ। ਹੁਣ ਜੇ ਇਹ ਲਫ਼ਜ਼ ਕੋ ਰਾਗੀ ਪ੍ਰਚਾਰਕ ਗ੍ਰੰਥੀ ਬੋਲੇ ਕਿਸੇ ਨੂੰ,
तो साध संगत सीधी लड़ाई है ना, अगले डांग कढ़ लियाने भी तू मैनू भाई ये लफ्ज़ क्यों बोलिया। पर बापू ने किहड़ियां किसी कोलों वोटां लैणियां सी, उन्हें सीधा कहता करतूत पशु की, भी काम तेरे पशुआं वाले ते शक्ल तेरी मनुख वारी, मानस मूरत नानक नाम ते करनी कुत्ता दर फरमान। अखीरला बंद ध्यान नाल सुनियो, गुर प्रसाद जाने मेहमान तां कुछ दरगाह पावे मान। जदों कोई मेहमान किसी के घर जाता ना, वो तीन गल्लां दा ध्यान हमेशा रखदा। किहड़ा भला? एक तो जदों मेहमान आउंदा उन्ना क समान अपने नाल लैके आउंदा, बैग उहदे कोल हुंदा, एक दो कपड़े नाल हुंदे। जदों किसी के घर आपां जाने इदां ही हुंदा जदों अपने घर कोई आउंदा। ते दूजा वो अपने दिमाग च ये सोच के आउंदा भी मैं इत्थे एक रात रहना, दो रातां रहना, तीन रहना, अखीर इत्थों मैं अपने घर वापस। तीजा इत्थे मैं गंद नहीं पाउणा, जे मैं गंद पावांगा तो इन्हां मेरा आउणा दोबारा चंगा, उच्ची बोलो, ये तीन गल्लां चेते हुंदियां ने ना। इदां ही संसार ते आपां आए आ, इत्थे जे तो मैं गंदगी पावांगा लोग कहणगे इहो जिहा बंदा जिंदगी च कदी दोबारा आउणा ही नहीं चाहिए। क्योंकि जे मैं गंद पावांगे तो सियाणे आंदे आ, घरां च मावां भी बच्चिआं नूं कहिंदियां पुੱਤ जे तू दूजिआं दी सफाई नहीं ना कर सकदा, कम से कम अपने कपड़े ते कलीना टंग लिया कर। जे तो तू चाहिदा तो तू साडी हेल्प करावें, पर जे तू साडी नहीं करा सकदा तो कम से कम अपना भार आप ही चक ला। तो फिर हौली हौली वो बच्चे जिम्मेवार बन जाते हैं। मेहमान जे दुनिया पर आए आ, इत्थे पहला गल सदा नहीं रहना, दूजी गल इत्थे गंदगी नहीं पाउणी, तीजा गल असी संसार ते वधिया जीवन जीव की वेखीए। वेखो तुसी साडे सामने गुरु गोबिंद सिंह महाराज, बाबा बंदा सिंह बहादुर, अकाली फूला सिंह, सरदार हरि सिंह नलूआ, सरदार शाम सिंह अटारी वाला, जिन्ने मर्जी सिख गुरु प्यारिਆਂ ਦੇ नाम लै लो, आए इत्थे इहो जिहा संसार ते उन्होंने अपना प्रभाव छड्डिया। अज भी साडे अंदर एक आवाज़ निकलती है कि पातशाह भावें असी जूना नूं नहीं मंनदे, जम्मण मरण नूं नहीं मंनदे, पर एक अरदास आ तुहाडे वर्गे मेहमान दुनिया ते बार बार आने चाहिए आ, जिहड़े संसार की गंदगी साफ करदियां करदियां अपना परिवार भी साडे तो वार गए, कुर्बान कर गए। पर एक वो मेहमान आ जिन्होंने लोग लाहनतां पाउंदे आ, वो प्यो नूं जेल च बंद कर छड्डिया, वो मां मार छड्डी, वो तू अपने घर च चोरी कर ली। हुण ये फैसला आपां करना कि मैं किद्दां दी मेहमान नवाजी करनी है, मैं चंगे काम करने आ, माड़े करने आ। भगत पूर्ण सिंह वर्गे योधिਆਂ ਨੂੰ अज भी दुनिया याद करती आ, भाई जिन्हां ने लोगों का इलाज किया, भला किया, जिन्हां ने बजुर्गों के मूँह च दुध ब्रैड पाए। नहीं तो अजोके समय कुखों जम्मिया पुੱਤ भी माँ बाप नूं रोटी पुछण नूं तैयार नहीं हुंदा। उन्हां बजुर्गों नूं सांभिया, उन्हां दी सेवा संभाल कीती। आओ गुरु बख्शिश करे, गुरु की प्यारी विचार नूं अपनी जिंदगी का असीं आधार बनाईए। गुरु का उपदेश, गुरु की विचार साडी जिंदगी विच आवे। ते अखीर ते एको बेनती आ, सहज पाठ जरूर करो, भावें एक अंक रोज़ पढ़ो, अद्धा पढ़ो, पर गुरबाणी आप पढ़न की आदत साध संगत जी जरूर पाओ, ताकि हौली हौली गुरु की बाणी नाल साडा प्यार बने। खंडे की पौ लैके गुरु के बच्चे बच्चियां बन के, पुत्र धीआं बन के अपना जीवन जीवन का यतन करिए। इत्थों की समुची प्रबंधक कमेटी, रागी जथे, जिन्ने भी तुसीं सेवादार, मेरियां भैणां वीर बजुर्ग, तुसीं दूरां नेड़ियां तो चल के अज दे इस गुरमत समागम च हाज़री भरी है। मालक चढ़दी कला करे, तंदुरुस्ती दे, अरोगता साडे परिवारां विच गुरमत आवे ते मनमत नूं हूंज के असीं अपने घरां चों इंज बाहर कर दईए जिवें 10 20 30 रुपए का झाड़ू बहुकर साडे घर की गंदगी नूं हूंज के साडे घरों बाहर कर दईए। कर हुक्म मस्तक हथ धर, विचों मार कढ़ियां बुराइयां। आओ साध संगत जी अखीर ते इन्हां तुकां दा पाठ करिए, फिर समाप्ति है जी। भूलै मार्ग जिन्हें बताया, भूलै मार्ग जिन्हें बताया, ऐसा गुर वड भागी पाया, ऐसा गुर वड भागी पाया। भूलै मार्ग जिन्हें बताया, भूलै मार्ग जिन्हें बताया, ऐसा गुर वड भागी पाया, ऐसा गुर वड भागी पाया।
ਕੋਟਾਨ ਕੋਟ ਸ਼ੁਕਰਾਨਾ ਹੈ ਮਾਲਕ ਦਾ, ਜਿਨ੍ਹਾਂ ਨੇ ਸਾਨੂੰ ਉਦਮ ਚਾਓ ਪ੍ਰੇਰਨਾ ਬਖਸ਼ਿਸ਼ ਕੀਤੀ। ਸਤਿਗੁਰ ਦੀ ਗੋਦ ਵਿੱਚ ਬੈਠ ਕੇ ਅੱਜ ਦੇ ਗੁਰਮਤਿ ਸਮਾਗਮ ਵਿੱਚ ਆਪਾਂ ਹਾਜ਼ਰੀ ਲਵਾਈ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਜੀ। ਭੁੱਲਾਂ ਮੇਰੀਆਂ ਬਚਨ ਗੁਰੂ ਦੇ ਜਾਣ ਕੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰਿਓ। ਅਗਲੇ ਦੀਵਾਨ ਤੁਹਾਨੂੰ ਜਿਵੇਂ ਪਤਾ ਹੀ ਹੈ, ਤੁਸੀਂ ਪੜ੍ਹ ਹੀ ਲਏ ਹੋਣੇ ਨੇ, ਜਿੱਥੇ ਜਿੱਥੇ ਹੈਗੇ ਨੇ ਉਹਨਾਂ ਦੀਵਾਨ। ਰੁਦਰਪੁਰ ਵੀ ਹੈਗੇ ਨੇ 2 ਦੀਵਾਨ। ਜਿਹੜੇ ਜਿਹੜੇ ਇਲਾਕਿਆਂ 'ਚ ਤੁਸੀਂ ਆ ਸਕਦੇ ਹੋ ਜ਼ਰੂਰ ਪਹੁੰਚੋ, ਕਿਉਂਕਿ ਆਪਾਂ ਸਾਰਿਆਂ ਰਲ ਕੇ ਗੁਰਮਤਿ ਦੀਆਂ ਵਿਚਾਰਾਂ ਨਾਲ ਸਾਂਝ ਜਿਵੇਂ ਹੁਣ ਪਾਈਏ ਅੱਗੇ ਵੀ ਪਾਉਂਦੇ ਰਹਿਣਾ। ਅਤੇ ਕਿਸਾਨੀ ਅੰਦੋਲਨ ਜੋ ਚੱਲ ਰਿਹਾ, ਭਾਵੇਂ ਕਿ ਬਹੁਤ ਵੱਡਾ ਸਮਰਥਨ ਸਹਿਯੋਗ ਤੁਹਾਡੇ ਇਸ ਇਲਾਕੇ 'ਚੋਂ ਮਿਲਿਆ, ਪਹਿਲਾਂ ਵੀ ਮਿਲਿਆ, ਅੱਗੇ ਵੀ ਮਿਲਦਾ ਰਹੇਗਾ। ਜ਼ਰੂਰ ਹਾਜ਼ਰੀ ਲਵਾਓ ਜਦੋਂ ਸਮਾਂ ਬਣਦਾ। ਗਾਹੇ ਬਗਾਹੇ ਜਿਹੜੇ ਬਾਰਡਰਾਂ 'ਤੇ ਸਾਡੇ ਕਿਸਾਨ ਭਰਾ ਸਾਡੇ ਲਈ ਜੰਗ ਲੜ ਰਹੇ ਨੇ, ਕਈਆਂ ਨੂੰ ਲੱਗਦਾ ਵੀ ਇਹ ਅੰਦੋਲਨ ਤਾਂ ਇਕੱਲਾ ਕਿਸਾਨਾਂ ਦਾ ਹੀ ਹੈ। ਨਹੀਂ, ਹਰ ਰੋਟੀ ਖਾਣ ਵਾਲੇ ਦਾ ਹੈ। ਜਿਹਦੇ ਘਰ ਸਵੇਰੇ ਦਿਨ ਚੜ੍ਹਦਿਆਂ ਰੋਟੀ ਪੱਕਦੀ ਹੈ, ਜਿਹਦੇ ਘਰ ਸਵੇਰੇ ਦੁੱਧ ਆਉਂਦਾ ਹੈ, ਹਰ ਇੱਕ ਦਾ ਸਾਂਝਾ ਅੰਦੋਲਨ ਹੈ। ਸਾਡੀ ਸਾਰਿਆਂ ਦੀ ਸਾਂਝੀ ਜੰਗ ਹੈ। ਆਓ ਰਲ ਮਿਲ ਕੇ ਸਹਿਯੋਗ ਕਰੀਏ। ਅਤੇ ਆਸ ਹੈ, ਕਈ ਪੁੱਛਦੇ ਕੀ ਬਣੇਗਾ ਜੀ, ਬਣੇਗਾ ਇਹੋ ਹੀ। ਵਿਸ਼ਵਾਸ ਹੈ, ਗੁਰੂ 'ਤੇ ਭਰੋਸਾ ਹੈ ਕਿ ਪਿੱਛੇ ਨਹੀਂ ਹਟਣ ਵਾਲੇ ਸਾਡੇ ਕਿਸਾਨ ਭਰਾ, ਕਿਉਂਕਿ ਗੁਰੂ ਅਗਵਾਈ ਕਰ ਰਿਹਾ ਇਸ ਅੰਦੋਲਨ ਦੀ। ਕਾਨੂੰਨ ਰੱਦ ਹੋਣ ਤੋਂ ਬਿਨਾਂ ਕਿਸਾਨ ਆਪਣੇ ਘਰਾਂ ਨੂੰ ਨਹੀਂ ਜਾਣਗੇ। ਇਹ ਪਤਾ ਨਹੀਂ ਕਿਉਂ ਲੱਗ ਰਿਹਾ, ਇਹ ਵਿਸ਼ਵਾਸ ਹੈ ਗੁਰੂ ਦੇ ਉੱਤੇ ਕਿ ਇੰਨਾ ਲੰਬਾ ਟਾਈਮ ਜੇ ਲੰਘ ਗਿਆ, ਸਮਾਂ ਵੱਧ ਲੱਗ ਸਕਦਾ, ਪਰ ਜਿੱਤ ਅਵੱਸ਼ ਹੋਏਗੀ। ਸਾਰਿਆਂ ਦਾ ਧੰਨਵਾਦ। ਫਤਿਹ ਬੁਲਾਓ, ਬੜੇ ਅਦਬ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।